पंजाबी पढ़न वाले सारे ही विद्यार्थियों ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਇਸ YouTube ਕਲਾਸ ਦੇ ਵਿੱਚ ਜੋ ਆਪਾਂ ਚਰਚਾ ਕਰਾਂਗੇ ਉਹ ਪੰਜਾਬੀ ਸਾਹਿਤ ਦਾ ਇੱਕ ਬਹੁਤ ਹੀ ਮੁੱਖ ਟੌਪਿਕ ਹੈ ਜਿਸ ਦਾ ਨਾਮ ਹੈ ਵਾਰ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਵਾਰ ਜੋ ਆਪਣਾ ਜੋ ਰੀਟ ਦਾ ਐਗਜ਼ਾਮ ਹੋਣ ਵਾਲਾ ਹੈ ਇਹਦੇ ਵਿੱਚ 2-3 ਨਵੇਂ ਟੌਪਿਕ ਜੋੜੇ ਹੈ ਜਿਨ੍ਹਾਂ ਤੋਂ ਵਿਦਿਆਰਥੀ ਪਹਿਲਾਂ ਅਣਜਾਣ ਹੁੰਦੇ ਸੀ, ਜਿਵੇਂ ਕਿ ਕਾਫੀ, ਕਿੱਸਾ, ਵਾਰ। ठीक है जी, इस तरह के कुछ नवे टॉपिक जोड़े है तो लगभग हुण तो सारे विद्यार्थी इन्हां तो जाणू हो चुके हैं। लेकिन जो एकदम विद्यार्थियों ने सिलेबस पढ़िया सी तो उन्होंने हैरानी हो गई सी भी ये किहड़े टॉपिक है। बहुत विद्यार्थी इहो जिहे सी जिन्हां ने इन्हां दे बारे पहलां सुनिया या वेख्या नहीं सी। इस तो जो मैं पिछली वीडियो अपलोड की सी उहदे विच आपां काफ़ी दे बारे चर्चा की सी, जो पंजाबी साहित्य का एक मुख्य टॉपिक है। काफ़ी उहदे नाल जुड़ियां मुख गल्लां, किस तरह का पेपर दे विच प्रश्न पुट हो सकता है, ਉਹਦੇ ਨਾਲ ਜੁੜੀਆਂ ਗੱਲਾਂ ਦੇ ਬਾਰੇ ਆਪਾਂ ਚਰਚਾ ਕੀਤੀ ਸੀ। ਅੱਜ ਦੀ ਇਸ ਵੀਡੀਓ ਦੇ ਵਿੱਚ ਜੋ ਆਪਾਂ ਚਰਚਾ ਕਰਾਂਗੇ ਇਹ ਵਾਰ ਟੌਪਿਕ ਦੇ ਬਾਰੇ ਚਰਚਾ ਕਰਾਂਗੇ ਕਿ ਵਾਰ ਜੋ ਹੈ ਉਹ ਕੀ ਹੈ ਔਰ ਉਹਦੇ ਨਾਲ ਜੁੜੇ ਹੋਏ ਕਿਸ ਤਰ੍ਹਾਂ ਦੇ ਪ੍ਰਸ਼ਨ ਆ ਸਕਦੇ ਹੈ ਔਰ ਉਹਦੇ ਨਾਲ ਜੁੜੀਆਂ ਹੋਈਆਂ ਕਿਹੜੀਆਂ ਮੁੱਖ ਗੱਲਾਂ ਹੈ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਕਿ ਵਾਰ ਹੈ ਕੀ। ਠੀਕ ਹੈ ਜੀ, ਕਿ ਵਾਰ ਚੀਜ਼ ਕੀ ਹੈ। ਤਾਂ ਵਾਰ ਦੇ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਕਿ ਵਾਰ ਦੇਖੋ ਕਾਵਿ रूप ਦੇ ਵਿੱਚ ਲਿਖੀ ਜਾਂਦੀ ਹੈ। ਠੀਕ ਹੈ ਜੀ, ਕਾਵਿ रूप ਤੋਂ ਭਾਵ ਹੈ ਜਿਵੇਂ ਆਪਾਂ ਸਾਹਿਤ ਦੇ ਵਿੱਚ ਕੁਝ ਵੀ ਲਿਖਦੇ ਹਾਂ ਜਾਂ ਤਾਂ ਆਪਾਂ ਗਦ ਰੂਪ 'ਚ ਲਿਖਦੇ ਹਾਂ ਜਾਂ ਆਪਾਂ ਪਦ ਰੂਪ ਦੇ ਵਿੱਚ ਲਿਖਦੇ ਹਾਂ, ਭਾਵ ਕਵਿਤਾ ਦੇ ਰੂਪ 'ਚ। ਠੀਕ ਹੈ, ਉਵੇਂ ਜੋ ਵਾਰ ਹੈ ਇਹ ਇੱਕ ਕਵਿਤਾ ਦੀ ਤਰ੍ਹਾਂ ਲਿਖੀ ਜਾਂਦੀ ਹੈ। ਜਿਵੇਂ ਆਪਾਂ ਕੋਈ ਕਵਿਤਾ ਲਿਖਦੇ ਹਾਂ ਇਹ ਕਾਵਿ ਰੂਪ ਹੈ, ਉਸ ਤਰ੍ਹਾਂ ਇਹ ਕਵਿਤਾ ਦੇ ਰੂਪ ਵਿੱਚ ਲਿਖੀ ਜਾਂਦੀ ਹੈ। ਵਾਰ ਦੇ ਵਿੱਚ ਕਿਸੇ ਜੰਗ ਦਾ, ਕਿਸੇ ਲੜਾਈ ਜਾਂ ਕਿਸੇ ਯੁੱਧ ਦਾ ਵਰਣਨ ਕੀਤਾ ਹੁੰਦਾ ਹੈ। ਠੀਕ ਹੈ ਜੀ, ਵਾਰ ਦੇ ਵਿੱਚ ਕਿਸੇ ਜੰਗ, ਯੁੱਧ ਜਾਂ ਕਿਸੇ ਲੜਾਈ ਦਾ ਵਰਣਨ ਕੀਤਾ ਗਿਆ ਹੁੰਦਾ ਹੈ ਕਾਵਿ ਰੂਪ ਦੇ ਵਿੱਚ। ਠੀਕ ਹੈ, ਇਹ ਕਵਿਤਾ ਰੂਪ ਦੇ ਵਿੱਚ ਲਿਖੀ ਹੁੰਦੀ ਹੈ। ਜਿਵੇਂ ਆਪਾਂ ਸਿੱਧੀ ਤੇ ਸੌਖੀ ਗੱਲ ਕਰੀਏ, ਉਹ ਕਵਿਤਾ ਜਿਸ ਵਿੱਚ ਯੋਧਿਆਂ ਦਾ ਜਸ਼ ਗਾਇਆ ਗਿਆ ਹੋਵੇ। ਠੀਕ ਹੈ ਜੀ, ਐਸੀ ਕਵਿਤਾ ਜਿਸ ਦੇ ਵਿੱਚ ਯੋਧਿਆਂ ਦਾ, ਸੂਰਮਿਆਂ ਦਾ ਜਸ਼ ਗਾਇਆ ਗਿਆ ਹੋਵੇ ਉਸ ਨੂੰ ਕੀ ਕਹਿੰਦੇ ਹੈ? ਵਾਰ ਕਹਿੰਦੇ ਹੈ। ਠੀਕ ਹੈ ਜੀ, ਜਿਵੇਂ ਇੱਕ ਤਾਂ ਪ੍ਰਸ਼ਨ ਸਿੱਧਾ ਹੀ ਬਣ ਗਿਆ ਕਿ ਉਹ ਕਵਿਤਾ ਜਿਸ ਵਿੱਚ ਯੋਧਿਆਂ ਦਾ ਜਸ਼ ਗਾਇਆ ਗਿਆ ਹੋਵੇ ਉਸ ਨੂੰ ਕੀ ਕਹਿੰਦੇ ਹੈ? ਵਾਰ, ਕਾਫੀ, ਕਿੱਸਾ, ਕਹਾਣੀ। ਤਾਂ ਆਪਾਂ ਨੂੰ ਪਤਾ ਲੱਗ ਜੂਗਾ ਉਸ ਨੂੰ ਕੀ ਕਹਿੰਦੇ ਹੈ? ਵਾਰ ਕਹਿੰਦੇ ਹੈ, ਕਿਉਂਕਿ ਵਾਰ ਕਵਿਤਾ ਦੇ ਰੂਪ ਦੇ ਵਿੱਚ ਲਿਖੀ ਜਾਂਦੀ ਹੈ ਔਰ ਇਸ ਵਿੱਚ ਸੂਰਮਿਆਂ ਦੀ, ਯੋਧਿਆਂ ਦੀ ਲੜਾਈ ਦਾ ਵਰਣਨ ਹੁੰਦਾ ਹੈ। ਠੀਕ ਹੈ ਜੀ, ਉਸ ਤੋਂ ਆਪਾਂ ਅੱਗੇ ਗੱਲ ਕਰਦੇ ਹਾਂ ਵਾਰ ਦੇ ਸ਼ਾਬਦਿਕ ਅਰਥ, ਕਿ ਵਾਰ ਸ਼ਬਦ ਦੇ ਸ਼ਾਬਦਿਕ ਅਰਥ ਕੀ ਨਿਕਲਦੇ ਹੈ। ਤਾਂ ਵਾਰ ਦਾ ਪਹਿਲਾ ਸ਼ਾਬਦਿਕ ਅਰਥ ਕੀ ਹੈ? ਸਾਹਮਣਾ ਕਰਨਾ। ਵਾਰ ਦਾ ਪਹਿਲਾ ਸ਼ਾਬਦਿਕ ਅਰਥ ਕੀ ਹੈ? ਸਾਹਮਣਾ ਕਰਨਾ, ਯਾਨੀ ਕਿ ਦੁਸ਼ਮਣ ਦਾ ਸਾਹਮਣਾ ਕਰਨਾ। ਠੀਕ ਹੈ, ਕਿਉਂਕਿ ਵਾਰ ਦੇ ਵਿੱਚ ਜਿਵੇਂ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਹਾਂ ਕਿ ਕਿਸੇ ਜੰਗ ਦਾ ਜਾਂ ਕਿਸੇ ਲੜਾਈ ਦਾ ਵਰਣਨ ਹੁੰਦਾ ਹੈ ਤਾਂ ਦੇਖੋ ਦੋ ਧਿਰਾਂ ਆਪਸ ਵਿੱਚ ਲੜਨਗੀਆਂ, ਇੱਕ ਧਿਰ ਜਾਂ ਇੱਕ ਟੀਮ ਦੂਜੀ ਟੀਮ ਦਾ ਸਾਹਮਣਾ ਕਰੂਗੀ। ਠੀਕ ਹੈ, ਸਾਹਮਣਾ ਕਰਨਾ ਜਾਂ ਮੁਕਾਬਲਾ ਕਰਨਾ। ਦੂਜਾ ਅਰਥ ਹੈ ਰੋਕਣਾ। ਰੋਕਣਾ ਤੋਂ ਭਾਵ ਕਿ ਦੁਸ਼ਮਣ ਦੇ ਵਾਰ ਨੂੰ ਰੋਕਣਾ। ਤੀਜਾ ਹੈ ਧਾਵਾ ਬੋਲਣਾ। ਧਾਵਾ ਬੋਲਣਾ ਜਾਂ ਕਿਸੇ 'ਤੇ ਹੱਲਾ ਬੋਲਣਾ, ਆਕਰਮਣ ਕਰਨਾ। ਠੀਕ ਹੈ ਜੀ, ਇਹ ਵਾਰ ਦੇ ਕੁਝ ਸ਼ਾਬਦਿਕ ਅਰਥ ਹੈ। ਹੋਰ ਵੀ ਬਹੁਤ ਸਾਰੇ ਅਰਥ ਨਿਕਲਦੇ ਆ। ਠੀਕ ਹੈ ਜੀ ਵਾਰ ਦੇ, ਪਰ ਮੈਂ ਮੇਨ 3 ਲਿਖੇ ਹੈ। ਸਾਹਮਣਾ ਕਰਨਾ ਯਾਨੀ ਕਿ ਦੁਸ਼ਮਣ ਦਾ ਮੁਕਾਬਲਾ ਕਰਨਾ, ਰੋਕਣਾ ਯਾਨੀ ਕਿ ਵੈਰੀ ਜਾਂ ਦੁਸ਼ਮਣ ਦੇ ਵਾਰ ਨੂੰ ਰੋਕਣਾ, ਧਾਵਾ ਬੋਲਣਾ ਯਾਨੀ ਕਿ ਦੁਸ਼ਮਣ ਦੇ ਉੱਤੇ ਹੱਲਾ ਕਰਨਾ। ਇਹ ਕੁਝ ਵਾਰ ਦੇ ਸ਼ਾਬਦਿਕ ਅਰਥ ਹੈ। ਠੀਕ ਹੈ ਜੀ, ਉਸ ਤੋਂ ਅੱਗੇ ਆਪਾਂ ਗੱਲ ਕਰੀਏ ਤਾਂ ਜਦੋਂ ਮੱਧਕਾਲੀ ਪੰਜਾਬੀ ਸਾਹਿਤ ਪੜ੍ਹਦੇ ਹਾਂ, ਠੀਕ ਹੈ ਜੀ, ਤਾਂ ਉਹਦੇ ਵਿੱਚ ਆਪਾਂ ਨੂੰ ਵੀਰ ਰਸ ਦੇ ਨਾਲ ਸੰਬੰਧਿਤ 3 ਕਾਵਿ ਰੂਪ ਮਿਲਦੇ ਹੈ। ਠੀਕ ਹੈ ਜੀ, ਮੱਧਕਾਲੀ ਪੰਜਾਬੀ ਸਾਹਿਤ ਵਿੱਚ ਆਪਾਂ ਨੂੰ ਵੀਰ ਰਸ ਦੇ ਨਾਲ ਸੰਬੰਧਿਤ 3 ਕਾਵਿ ਰੂਪ ਮਿਲਦੇ ਹੈ। ਆ ਇੱਕ ਸ਼ਬਦ ਲਿਖਿਆ ਮੈਂ, ਵੀਰ ਰਸ। ਤੁਸੀਂ ਲਗਭਗ ਸਾਰਿਆਂ ਨੇ ਰਸ ਪੜ੍ਹੇ ਹੋਣੇ। ਸ਼ਿੰਗਾਰ ਰਸ, ਅਦਭੁਤ ਰਸ, ਹਾਸਿਆ ਰਸ, ਵੀਰ ਰਸ। ਠੀਕ ਹੈ, ਇਹ 9 ਰਸ ਹੁੰਦੇ ਆ। ਰਸ ਤੁਸੀਂ ਸਾਰਿਆਂ ਨੇ ਪੜ੍ਹੇ ਹੋਣੇ। ਇਹ ਅੱਡੋ ਅੱਡ ਜਿਸ ਤਰ੍ਹਾਂ ਦੀ ਕਵਿਤਾ ਹੁੰਦੀ ਹੈ, ਜਿਸ ਤਰ੍ਹਾਂ ਦੇ ਵਿੱਚ ਭਾਵ ਹੁੰਦੇ ਆ, ਉਹਦੇ ਵਿੱਚ ਉਸੇ ਤਰ੍ਹਾਂ ਦੇ ਰਸ ਦਾ ਪ੍ਰਯੋਗ ਕੀਤਾ ਗਿਆ ਹੁੰਦਾ ਹੈ। ਜਿਵੇਂ ਕਿ ਜੋ ਵਾਰਾਂ ਹੁੰਦੀਆਂ, ਵਾਰਾਂ ਲਗਭਗ ਜ਼ਿਆਦਾਤਰ ਕਿਸੇ ਜੰਗ, ਯੁੱਧ ਜਾਂ ਲੜਾਈ ਨਾਲ ਸੰਬੰਧਿਤ ਹੈ ਤਾਂ ਆਪਾਂ ਨੂੰ ਪਤਾ ਹੈ ਜਦੋਂ ਕਿਸੇ ਜੰਗ ਜਾਂ ਯੁੱਧ ਦਾ ਵਰਣਨ ਹੋਊਗਾ ਤਾਂ ਉਹਦੇ ਵਿੱਚ ਵੀਰ ਰਸ ਦਾ ਪ੍ਰਯੋਗ ਹੀ ਹੋਊਗਾ। ਠੀਕ ਹੈ ਜੀ, ਤਾਂ ਮੱਧਕਾਲੀ ਜਦੋਂ ਆਪਾਂ ਪੰਜਾਬੀ ਸਾਹਿਤ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਆਪਾਂ ਵੀਰ ਰਸ ਦੇ ਨਾਲ ਸੰਬੰਧਿਤ ਆਪਾਂ ਨੂੰ 3 ਕਾਵਿ ਰੂਪ ਮਿਲਦੇ ਹੈ। ਠੀਕ ਹੈ ਜੀ, ਉਹ 3 ਕਿਹੜੇ ਹੈ? ਪਹਿਲਾ ਤਾਂ ਵਾਰ ਜੋ ਆਪਾਂ ਪੜ੍ਹ ਰਹੇ ਹਾਂ ਹੁਣ, ਦੂਜਾ ਹੈ ਜੰਗਨਾਮਾ, ਤੀਜਾ ਹੈ ਗੁਰਵਿਲਾਸ। ਵਾਰ, ਜੰਗਨਾਮਾ ਅਤੇ ਗੁਰਵਿਲਾਸ, ਇਹ 3 ਕਾਵਿ ਰੂਪ ਵੀਰ ਰਸ ਦੇ ਨਾਲ ਸੰਬੰਧਿਤ ਹੈ ਜਿਨ੍ਹਾਂ ਵਿੱਚ ਕਿਸੇ ਯੁੱਧ, ਲੜਾਈ ਜਾਂ ਕਿਸੇ ਜੰਗ ਦਾ ਵਰਣਨ ਕੀਤਾ ਗਿਆ ਹੁੰਦਾ ਹੈ। ਠੀਕ ਹੈ ਜੀ, ਹੁਣ ਦੇਖੋ ਪੇਪਰ 'ਚ ਪ੍ਰਸ਼ਨ ਇਸ ਤਰ੍ਹਾਂ ਹੀ ਪੁੱਟ ਹੋ ਸਕਦਾ ਹੈ ਕਿ ਮੱਧਕਾਲੀ ਪੰਜਾਬੀ ਸਾਹਿਤ ਵਿੱਚ ਵੀਰ ਰਸ ਦੇ ਨਾਲ ਸੰਬੰਧਿਤ ਆਪਾਂ ਨੂੰ ਕਿੰਨੇ ਕਾਵਿ ਰੂਪ ਮਿਲਦੇ ਹੈ? ਤਾਂ ਕਿੰਨੇ ਮਿਲਦੇ ਹੈ? 3। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ
ਜਾਂ ਪ੍ਰਸ਼ਨ ਇਸ ਤਰ੍ਹਾਂ ਵੀ ਬਣ ਸਕਦਾ ਹੈ ਕਿ ਮੱਧਕਾਲੀ ਪੰਜਾਬੀ ਸਾਹਿਤ ਵਿੱਚ ਵੀਰ ਰਸ ਨਾਲ ਸੰਬੰਧਿਤ ਕਿਹੜਾ ਕਾਵਿ ਰੂਪ ਸਾਨੂੰ ਨਹੀਂ ਮਿਲਦਾ। ਪਹਿਲਾਂ ਦੇ ਦੇਣਗੇ ਵਾਰ, ਫਿਰ ਜੰਗਨਾਮਾ, ਫਿਰ ਗੁਰਵਿਲਾਸ, ਫਿਰ ਦੇ ਦੇਣਗੇ ਕਾਫੀ। ਤਾਂ ਆਪਾਂ ਨੂੰ ਪਤਾ ਹੈ ਕਿ ਕਾਫੀ ਵੀਰ ਰਸ ਨਾਲ ਸੰਬੰਧਿਤ ਕਾਵਿ ਰੂਪ ਨਹੀਂ ਹੈ। ਠੀਕ ਹੈ ਜੀ, ਇਸ ਤਰ੍ਹਾਂ ਦੇ ਪ੍ਰਸ਼ਨ ਪੁੱਟ ਹੋ ਸਕਦੇ। ਪ੍ਰਸ਼ਨ ਕਿੱਧਰੋਂ ਵੀ ਘੁੰਮ ਕੇ, ਟੇਢਾ ਬਿੰਗਾ ਕਿਵੇਂ ਵੀ ਹੋ ਕੇ ਆ ਸਕਦਾ ਹੈ। ਅਗਰ ਆਪਾਂ ਚੰਗੀ ਤਰ੍ਹਾਂ ਉਸ ਲਾਈਨ ਨੂੰ ਪੜ੍ਹਿਆ, ਸਮਝਿਆ ਹੈ, ਤਾਂ ਆਪਾਂ ਉਸ ਪ੍ਰਸ਼ਨ ਦਾ ਉੱਤਰ ਦੇਣ 'ਚ ਸક્ષਮ ਹੋ ਸਕਦੇ ਹਾਂ। ਉਸ ਤੋਂ ਅੱਗੇ ਆਪਾਂ ਪੜ੍ਹਦੇ ਹਾਂ ਵਾਰ ਦੀ ਪਰਿਭਾਸ਼ਾ। ਠੀਕ ਹੈ ਜੀ, ਵਾਰ ਦੀ ਪਰਿਭਾਸ਼ਾ ਦੇ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਕਿ ਪੰਜਾਬੀ ਦੇ ਵਿੱਚ ਵੱਖੋ ਵੱਖ ਵਿਦਵਾਨ ਹੋਏ ਹੈ। ਅੱਡੋ ਅੱਡ ਵਿਦਵਾਨਾਂ ਨੇ ਆਪਣੇ ਆਪਣੇ ਮਤੇ ਅਨੁਸਾਰ ਅੱਡੋ ਅੱਡ ਪਰਿਭਾਸ਼ਾਵਾਂ ਦਿੱਤੀਆਂ, ਜਿਨ੍ਹਾਂ ਵਿੱਚ ਆਪਾਂ ਪੜ੍ਹਦੇ ਹਾਂ ਪਹਿਲਾਂ ਭਾਈ ਕਾਨ੍ਹ ਸਿੰਘ ਨਾਭਾ ਨੂੰ। ਭਾਈ ਕਾਨ੍ਹ ਸਿੰਘ ਨਾਭਾ ਨੂੰ ਪੜ੍ਹਦੇ ਹਾਂ ਆਪਾਂ। ਭਾਈ ਕਾਨ੍ਹ ਸਿੰਘ ਨਾਭਾ ਨੇ ਇੱਕ ਗ੍ਰੰਥ ਲਿਖਿਆ ਹੈ ਜਿਸ ਦਾ ਨਾਮ ਕੀ ਹੈ? ਮਹਾਨ ਕੋਸ਼। ਭਾਈ ਕਾਨ੍ਹ ਸਿੰਘ ਨਾਭਾ ਨੇ ਕਿਹੜਾ ਗ੍ਰੰਥ ਲਿਖਿਆ ਹੈ? ਮਹਾਨ ਕੋਸ਼। ਇਸ ਮਹਾਨ ਕੋਸ਼ ਦੇ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਕੀ ਕਹਿੰਦੇ ਹੈ ਕਿ ਵਾਰ ਦੀ ਉਤਪਤੀ ਸੰਸਕ੍ਰਿਤ ਦੀ ਵ੍ਰੀ ਧਾਤੂ ਤੋਂ ਹੋਈ ਹੈ। ਠੀਕ ਹੈ ਜੀ, ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਕੀ ਕਿਹਾ ਹੈ ਕਿ ਵਾਰ ਦੀ ਉਤਪਤੀ ਸੰਸਕ੍ਰਿਤ ਦੇ ਵ੍ਰੀ ਧਾਤੂ ਤੋਂ ਹੋਈ ਹੈ। ਔਰ ਇਸ ਵ੍ਰੀ ਦਾ ਅਰਥ ਕੀ ਹੈ? ਵ੍ਰੀ ਦਾ ਅਰਥ ਹੈ ਵਾਰ ਕਰਨਾ ਜਾਂ ਵਾਰ ਰੋਕਣਾ, ਯਾਨੀ ਕਿ ਜਾਂ ਤਾਂ ਦੁਸ਼ਮਣ ਦੇ ਉੱਤੇ ਵਾਰ ਕਰਨਾ ਜਾਂ ਦੁਸ਼ਮਣ ਦਾ ਵਾਰ ਰੋਕਣਾ। ਹੁਣ ਦੇਖੋ ਜੀ, ਪ੍ਰਸ਼ਨ ਪੇਪਰ ਦੇ ਵਿੱਚ ਇਸ ਤਰ੍ਹਾਂ ਵੀ ਆ ਸਕਦਾ ਹੈ ਕਿ ਵਾਰ ਸ਼ਬਦ ਦੀ ਉਤਪਤੀ, ਇਹ ਮੋਸਟ ਇੰਪੋਰਟੈਂਟ ਪ੍ਰਸ਼ਨ ਹੈ। ਦੇਖੋ, ਵਾਰ ਸ਼ਬਦ ਦੀ ਉਤਪਤੀ ਕਿਹੜੇ ਸ਼ਬਦ ਤੋਂ ਹੋਈ ਹੈ? ਵ੍ਰੀ ਧਾਤੂ ਤੋਂ। ਕਿਹੜੀ ਧਾਤੂ ਤੋਂ ਹੋਈ ਹੈ? ਵ੍ਰੀ ਧਾਤੂ ਤੋਂ ਹੋਈ ਹੈ। ਵ੍ਰੀ ਧਾਤੂ ਜੋ ਹੈ, ਇਹ ਸ਼ਬਦ ਕਿਹੜੀ ਭਾਸ਼ਾ ਦਾ ਹੈ? ਸੰਸਕ੍ਰਿਤ ਭਾਸ਼ਾ ਦਾ ਹੈ। ਜਾਂ ਵ੍ਰੀ ਧਾਤੂ ਦਾ ਅਰਥ ਕੀ ਹੈ? ਵਾਰ ਕਰਨਾ ਜਾਂ ਵਾਰ ਰੋਕਣਾ। ਵਾਰ ਦੀ ਉਤਪਤੀ ਸੰਸਕ੍ਰਿਤ ਦੀ ਵ੍ਰੀ ਧਾਤੂ ਤੋਂ ਹੋਈ ਹੈ। ਇਹ ਕਥਨ ਕਿਹੜੇ ਵਿਦਵਾਨ ਦਾ ਹੈ? ਤਾਂ ਭਾਈ ਕਾਨ੍ਹ ਸਿੰਘ ਨਾਭਾ ਦਾ। ਠੀਕ ਹੈ ਜੀ, ਇਹਨਾਂ ਗੱਲਾਂ ਦਾ ਆਪਾਂ ਨੂੰ ਧਿਆਨ ਹੋਣਾ ਚਾਹੀਦਾ। ਇਹ ਮੋਸਟ ਇੰਪੋਰਟੈਂਟ ਲਾਈਨ ਹੈ ਕਿ ਵਾਰ ਦੀ ਉਤਪਤੀ ਸੰਸਕ੍ਰਿਤ ਦੇ ਵ੍ਰੀ ਧਾਤੂ ਤੋਂ ਹੋਈ ਹੈ। ਇਹ ਗੱਲ ਭਾਈ ਕਾਨ੍ਹ ਸਿੰਘ ਨਾਭਾ ਨੇ ਕਹੀ ਸੀ, ਆਪਣੇ ਗ੍ਰੰਥ ਮਹਾਨ ਕੋਸ਼ ਦੇ ਵਿੱਚ ਕਹੀ ਸੀ। ਵ੍ਰੀ ਧਾਤੂ ਦਾ ਅਰਥ ਹੈ ਵਾਰ ਕਰਨਾ ਜਾਂ ਵਾਰ ਰੋਕਣਾ। ਠੀਕ ਹੈ ਜੀ, ਭਾਈ ਕਾਨ੍ਹ ਸਿੰਘ ਨਾਭਾ ਦੇ ਬਾਰੇ ਪੜ੍ਹ ਲਿਆ ਆਪਾਂ। ਉਸ ਤੋਂ ਅੱਗੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਪਰਿਭਾਸ਼ਾ ਦੇਖਦੇ ਹਾਂ ਕਿ ਪ੍ਰੋਫੈਸਰ ਪਿਆਰਾ ਸਿੰਘ ਪਦਮ ਕੀ ਕਹਿੰਦੇ ਹੈ। ਪ੍ਰੋਫੈਸਰ ਪਿਆਰਾ ਸਿੰਘ ਪਦਮ ਦਾ ਕਹਿਣਾ ਹੈ ਕਿ ਵਾਰ ਦੀ ਉਤਪਤੀ ਵਾਰਤਾ ਤੋਂ ਹੋਈ ਹੈ। ਪ੍ਰੋਫੈਸਰ ਪਿਆਰਾ ਸਿੰਘ ਪਦਮ ਕੀ ਕਹਿੰਦੇ ਹੈ ਕਿ ਵਾਰ ਸ਼ਬਦ ਦੀ ਉਤਪਤੀ ਵਾਰਤਾ ਤੋਂ ਹੋਈ ਹੈ। ਵਾਰਤਾ ਦਾ ਮਤਲਬ ਕੀ ਹੁੰਦਾ ਹੈ? ਕਿਸੇ ਨਾਲ ਗੱਲਬਾਤ ਕਰਨਾ। ਠੀਕ ਹੈ, ਕੋਈ ਵੀ ਗੱਲਬਾਤ ਕਰਨਾ। ਅੱਗੇ ਇਹਨਾਂ ਨੇ ਇੱਕ ਉਦਾਹਰਨ ਵੀ ਦਿੱਤਾ ਹੈ ਕਿ ਭੱਟਾਂ ਜਾਂ ਢਾਡੀਆਂ ਦੁਆਰਾ ਵਾਰਤਾ ਦੇ ਰੂਪ ਵਿੱਚ ਜੰਗ ਜਾਂ ਯੁੱਧ ਦੀ ਕਹਾਣੀ ਪੇਸ਼ ਕਰਨਾ। ਕਿ ਪੁਰਾਣੇ ਵੇਲਿਆਂ 'ਚ ਭੱਟ ਜਾਂ ਢਾਡੀ ਕਵੀ ਹੁੰਦੇ ਸੀਗੇ ਜੋ ਕਿਸੇ ਜੰਗ ਦੀ ਜਾਂ ਕਿਸੇ ਯੁੱਧ ਲੜਾਈ ਦੀ ਕਹਾਣੀ ਵਾਰਤਾ ਦੇ ਰੂਪ 'ਚ ਰਾਜਿਆਂ ਮਹਾਰਾਜਿਆਂ ਦੇ ਮੂਹਰੇ ਪੇਸ਼ ਕਰਦੇ ਸੀਗੇ। ਉਸੇ ਵਾਰਤਾ ਤੋਂ ਇਹ ਵਾਰ ਸ਼ਬਦ ਬਣ ਗਿਆ। ਠੀਕ ਹੈ ਜੀ, ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਕੀ ਕਿਹਾ ਕਿ ਵਾਰ ਦੀ ਉਤਪਤੀ ਕਾਹਦ ਤੋਂ ਹੋਈ ਹੈ? ਵਾਰਤਾ ਤੋਂ ਹੋਈ ਹੈ। ਵਾਰਤਾ ਦਾ ਭਾਵ ਕੀ ਹੈ? ਗੱਲਬਾਤ ਕਰਨਾ। ਕਿ ਪੁਰਾਣੇ ਵੇਲਿਆਂ 'ਚ ਭੱਟ ਜਾਂ ਢਾਡੀ ਕਵੀ ਵਾਰਤਾ ਦੇ ਰੂਪ 'ਚ, ਗੱਲਬਾਤ ਦੇ ਰੂਪ 'ਚ ਜੰਗ ਜਾਂ ਯੁੱਧ ਦੀ ਕਹਾਣੀ ਰਾਜਿਆਂ ਮਹਾਰਾਜਿਆਂ ਮੂਹਰੇ ਪੇਸ਼ ਕਰਦੇ ਸੀਗੇ। ਉਸ ਵਾਰਤਾ ਤੋਂ ਹੀ ਅੱਗੇ ਚੱਲ ਕੇ ਵਾਰ ਬਣ ਗਿਆ। ਠੀਕ ਹੈ ਜੀ, ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਾਰ ਦੀ ਉਤਪਤੀ ਵਾਰਤਾ ਤੋਂ ਹੋਈ ਹੈ। ਇਹ ਕਥਨ ਕਿਹਨਾਂ ਦਾ ਹੈ? ਤਾਂ ਕਿਹਨਾਂ ਦਾ ਹੈ ਇਹ ਕਥਨ? ਪ੍ਰੋਫੈਸਰ ਪਿਆਰਾ ਸਿੰਘ ਪਦਮ ਦਾ। ਠੀਕ ਹੈ ਜੀ, ਔਰ ਵਾਰ ਦੀ ਉਤਪਤੀ ਸੰਸਕ੍ਰਿਤ ਤੇ ਵ੍ਰੀ ਧਾਤੂ ਤੋਂ ਹੋਈ ਹੈ। ਇਹ ਕਥਨ ਕਿਹਨਾਂ ਦਾ ਹੈ? ਤਾਂ ਇਹ ਕਥਨ ਕਿਹਦਾ ਹੈ? ਭਾਈ ਕਾਨ੍ਹ ਸਿੰਘ ਨਾਭਾ ਦਾ। ਠੀਕ ਹੈ, ਇਹ ਆਪਾਂ ਨੂੰ ਅੱਡੋ ਅੱਡ ਵਿਦਵਾਨਾਂ ਦੇ ਅੱਡੋ ਅੱਡ ਜੋ ਪਰਿਭਾਸ਼ਾਵਾਂ ਹੈ ਇਹ ਆਪਾਂ ਨੂੰ ਯਾਦ ਹੋਣਾ ਚਾਹੀਦੀਆਂ। ਠੀਕ ਹੈ, ਉਮੀਦ ਕਰਦਾ ਕਿ ਇੱਥੋਂ ਤੱਕ ਤੁਹਾਡੇ ਚੰਗੀ ਤਰ੍ਹਾਂ ਸਮਝ ਆਇਆ ਹੋਊਗਾ। ਉਸ ਤੋਂ ਅੱਗੇ ਆਪਾਂ ਗੱਲ ਕਰੀਏ ਤਾਂ ਤੀਜੇ ਵਿਦਵਾਨ ਕਿਹੜੇ ਹੋਏ ਹੈ? ਪ੍ਰੋਫੈਸਰ ਪ੍ਰੀਤਮ ਸਿੰਘ। ਪ੍ਰੋਫੈਸਰ ਪ੍ਰੀਤਮ ਸਿੰਘ ਨੇ ਕੀ ਕਿਹਾ ਹੈ ਕਿ ਇਹਨਾਂ ਨੇ ਇੱਕ ਗ੍ਰੰਥ ਲਿਖਿਆ ਹੈ ਜਿਸ ਦਾ ਨਾਮ ਹੈ ਵੀਰ ਕਾਵਿ ਦੀ ਉਤਪਤੀ ਤੇ ਵਿਕਾਸ। ਪ੍ਰੋਫੈਸਰ ਪ੍ਰੀਤਮ ਸਿੰਘ ਨੇ ਇੱਕ ਗ੍ਰੰਥ ਲਿਖਿਆ ਹੈ ਵੀਰ ਕਾਵਿ ਦੀ ਉਤਪਤੀ ਤੇ ਵਿਕਾਸ। ਇਸ ਗ੍ਰੰਥ ਦੇ ਵਿੱਚ ਇਹਨਾਂ ਨੇ ਵਾਰ ਦੇ 6 ਅਰਥ ਦੱਸੇ ਹੈ। ਠੀਕ ਹੈ ਜੀ, ਵਾਰ ਦੇ ਇਹਨਾਂ ਨੇ ਕਿੰਨੇ ਸ਼ਬਦਿਕ ਅਰਥ ਦੱਸੇ ਹੈ? 6 ਪੱਖ ਦੱਸੇ ਹੈ। ਪ੍ਰੋਫੈਸਰ ਪ੍ਰੀਤਮ ਸਿੰਘ ਜੀ ਦਾ ਕਹਿਣਾ ਹੈ ਕਿ ਜੋ ਵਾਰ ਸ਼ਬਦ ਦੀ ਉਤਪਤੀ ਹੋਈ ਹੈ ਇਹਦੇ ਨਾਲ ਜੁੜੇ ਹੋਏ ਇਹਨਾਂ ਨੇ 6 ਪੱਖ ਦੱਸੇ ਹੈ। ਪਹਿਲਾ ਪ੍ਰਸ਼ਨ ਪੇਪਰ ਦੇ ਵਿੱਚ ਇੱਦਾਂ ਹੀ ਆ ਸਕਦਾ ਹੈ ਕਿ ਪ੍ਰੋਫੈਸਰ ਪ੍ਰੀਤਮ ਸਿੰਘ ਦੇ ਅਨੁਸਾਰ ਵਾਰ ਦੇ ਸ਼ਬਦਿਕ ਅਰਥ ਦੇ ਕਿੰਨੇ ਪੱਖ ਹੋ ਸਕਦੇ ਹੈ? ਤੇ ਕਿੰਨੇ ਪੱਖ ਹੈ? 6। ਉਹ 6 ਇਹਨਾਂ ਨੇ ਕਿਹੜੇ ਕਿਹੜੇ ਪੱਖ ਦੱਸੇ ਹੈ ਉਹਨਾਂ ਦੇ ਬਾਰੇ ਆਪਾਂ ਇੱਕ ਇੱਕ ਕਰਕੇ ਚਰਚਾ ਕਰਦੇ ਹਾਂ। ਜਿਵੇਂ ਕਿ ਇਹਨਾਂ ਨੇ ਪਹਿਲਾ ਕੀ ਦੱਸਿਆ ਹੈ? ਪਹਿਲਾਂ ਨੇ ਦੱਸਿਆ ਵ੍ਰੀ ਧਾਤੂ। ਕਿ ਵਾਰ ਸ਼ਬਦ ਦੀ ਉਤਪਤੀ ਕਿੱਥੋਂ ਹੋਈ ਹੈ?
ਵਰੀ ਧਾਤੂ ਤੋਂ। ਆਪਾਂ ਭਾਈ ਕਾਨ੍ਹ ਸਿੰਘ ਨਾਭਾ ਦੇ ਵਿੱਚ ਵੀ ਇਹ ਪੜ੍ਹ ਚੁੱਕੇ ਹਾਂ, ਜਿਸ ਦਾ ਅਰਥ ਕੀ ਹੈ? ਵੈਰੀ, ਯਾਨੀ ਕਿ ਦੁਸ਼ਮਣ, ਬਹਾਦਰ ਜਾਂ ਦੁਸ਼ਮਣ, ਕਿਉਂਕਿ ਦੁਸ਼ਮਣ ਆਪਣਾ ਬਹਾਦਰ ਵੀ ਹੋ ਸਕਦਾ ਹੈ, ਸ਼ੂਰਵੀਰ ਵੀ ਹੋ ਸਕਦਾ ਹੈ। ਠੀਕ ਹੈ ਜੀ। ਵਾਰ ਕਰਨਾ ਜਾਂ ਵਾਰ ਰੋਕਣਾ, ਇਹ ਵਰੀ ਧਾਤੂ ਦੇ ਅਰਥ ਹੈ। ਕੀ ਅਰਥ ਹੈ? ਵੈਰੀ, ਵਾਰ ਕਰਨਾ ਜਾਂ ਵਾਰ ਰੋਕਣਾ, ਭਾਵ ਜਾਂ ਤਾਂ ਦੁਸ਼ਮਣ 'ਤੇ ਵਾਰ ਕਰਨਾ ਜਾਂ ਵਾਰ ਰੋਕਣਾ। ਪਹਿਲਾਂ ਤਾਂ ਇਹਨਾਂ ਨੇ ਵਾਰ ਦਾ ਸ਼ਾਬਦਿਕ ਅਰਥ ਕੀ ਦੱਸਿਆ? ਵਰੀ ਧਾਤੂ। ਉਸ ਤੋਂ ਅੱਗੇ ਕੀ ਕਹਿੰਦੇ ਇਹ? ਵਾਹਰ। ਵਾਹਰ ਦਾ ਭਾਵ ਕੀ ਹੈ? ਸਮੂਹ, ਸਮੂਹ ਜਾਂ ਝੁੰਡ ਵਿੱਚ ਆਉਣਾ। ਕਿ ਵਾਰ ਸ਼ਬਦ ਦਾ ਜੋ ਉਤਪਤੀ ਹੋਈ ਹੈ ਇਹ ਵਾਹਰ ਤੋਂ ਹੋਈ ਹੈ। ਦੂਜਾ ਪੱਖ ਇਹਨਾਂ ਨੇ ਵਾਹਰ ਦੱਸਿਆ ਹੈ। ਵਾਹਰ ਦਾ ਭਾਵ ਕੀ ਹੈ? ਕਿ ਸਮੂਹ ਦੇ ਵਿੱਚ ਜਾਂ ਝੁੰਡ ਵਿੱਚ ਆਉਣਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਵਾਰ ਹੈ ਇਹ ਵੀਰ ਕਾਵਿ ਦੇ ਨਾਲ ਸੰਬੰਧਿਤ ਹੈ। ਕਿਸੇ ਲੜਾਈ ਜਾਂ ਕਿਸੇ ਯੁੱਧ ਦਾ ਵਰਣਨ ਹੁੰਦਾ ਹੈ, ਜਦੋਂ ਕਿਸੇ ਯੁੱਧ ਦੇ ਵਿੱਚ ਦੋ ਟੀਮਾਂ ਆਪਸ ਵਿੱਚ ਲੜਦੀਆਂ, ਦੋਨੇ ਝੁੰਡਾਂ ਦੇ ਵਿੱਚ ਸਮੂਹ ਦੇ ਵਿੱਚ ਆਮਣੋ ਸਾਹਮਣੇ ਆਉਂਦੀਆਂ ਹੈ ਅਤੇ ਇੱਕ ਦੂਜੇ ਨਾਲ ਮੁਕਾਬਲਾ ਕਰਦੀਆਂ ਹੈ। ਪ੍ਰੋਫੈਸਰ ਪ੍ਰੀਤਮ ਸਿੰਘ ਨੇ ਤੀਜਾ ਪੱਖ ਕੀ ਦੱਸਿਆ ਹੈ? ਵਰਜਨਾ ਜਾਂ ਰੋਕਣਾ, ਯਾਨੀ ਕਿ ਕਿਸੇ ਗੱਲ ਤੋਂ ਜਾਂ ਧਾਵਾ ਕਰਨ ਤੋਂ ਰੋਕਣਾ। ਪ੍ਰੋਫੈਸਰ ਪ੍ਰੀਤਮ ਸਿੰਘ ਦੇ ਅਨੁਸਾਰ ਤੀਜਾ ਅਰਥ ਕੀ ਸੀਗਾ? ਵਰਜਨਾ ਜਾਂ ਰੋਕਣਾ, ਯਾਨੀ ਕਿ ਜਾਂ ਤਾਂ ਕਿਸੇ ਗੱਲ ਤੋਂ ਔਰ ਜਾਂ ਕਿਸੇ ਜਾਂ ਦੁਸ਼ਮਣ ਨੂੰ ਹੱਲਾ ਕਰਨ ਤੋਂ ਰੋਕਣਾ। ਠੀਕ ਹੈ ਜੀ। ਪ੍ਰੋਫੈਸਰ ਪ੍ਰੀਤਮ ਸਿੰਘ ਨੇ ਪਹਿਲਾ ਪੱਖ ਦੱਸਿਆ ਸੀ ਵਰੀ ਧਾਤੂ, ਯਾਨੀ ਕਿ ਵਾਰ ਕਰਨਾ ਜਾਂ ਵਾਰ ਰੋਕਣਾ। ਦੂਸਰਾ ਦੱਸਿਆ ਸੀ ਵਾਹਰ, ਯਾਨੀ ਕਿ ਸਮੂਹ, ਕਿ ਦੋਨੇ ਧਿਰਾਂ ਸਮੂਹ ਦੇ ਵਿੱਚ ਝੁੰਡ ਦੇ ਵਿੱਚ ਆਉਂਦੀਆਂ ਸੀ। ਤੀਜਾ ਅਰਥ ਇਹਨਾਂ ਨੇ ਦੱਸਿਆ ਸੀ ਵਰਜਨਾ ਜਾਂ ਰੋਕਣਾ, ਯਾਨੀ ਕਿ ਕਿਸੇ ਗੱਲ ਤੋਂ ਜਾਂ ਧਾਵਾ ਕਰਨ ਤੋਂ ਆਪਣੇ ਦੁਸ਼ਮਣ ਨੂੰ ਹੱਲਾ ਕਰਨ ਤੋਂ ਜਾਂ ਆਕਰਮਣ ਕਰਨ ਤੋਂ ਆਪਣੇ ਦੁਸ਼ਮਣ ਨੂੰ ਰੋਕਣਾ। ਚੌਥਾ ਅਰਥ ਇਹਨਾਂ ਨੇ ਕੀ ਦੱਸਿਆ? ਵਾਰ-ਵਾਰ ਦੁਹਰਾਉਣਾ। ਠੀਕ ਹੈ, ਕਿਸੇ ਗੱਲ ਨੂੰ ਵਾਰ-ਵਾਰ ਦੁਹਰਾਉਣਾ। ਕਿ ਪੁਰਾਣੇ ਵੇਲਿਆਂ 'ਚ ਜੋ ਢਾਡੀ ਜਾਂ ਭੱਟ ਕਵੀ ਹੁੰਦੇ ਸੀ ਉਹ ਵੀਰ ਕਥਾਵਾਂ ਨੂੰ ਰਾਜਿਆਂ ਮਹਾਰਾਜਿਆਂ ਦੇ ਸਾਹਮਣੇ ਵਾਰ-ਵਾਰ ਦੁਹਰਾਉਂਦੇ ਸੀ, ਤਾਂ ਕਿ ਰਾਜਿਆਂ ਮਹਾਰਾਜਿਆਂ ਦੇ ਵਿੱਚ ਸਕਾਰਾਤਮਕ ਸੋਚ ਭਰੀ ਜਾ ਸਕੇ, ਬਹਾਦਰੀ ਭਰੀ ਜਾ ਸਕੇ। ਇਸ ਕਰਕੇ ਢਾਡੀ ਜਾਂ ਭੱਟ ਕਵੀ ਵੀਰ ਕਥਾਵਾਂ ਨੂੰ ਵਾਰ-ਵਾਰ ਦੁਹਰਾਇਆ ਕਰਦੇ ਸੀਗੇ। ਠੀਕ ਹੈ। ਚੌਥਾ ਅਰਥ ਇਹਨਾਂ ਨੇ ਕੀ ਦੱਸਿਆ ਹੈ? ਪ੍ਰੋਫੈਸਰ ਪ੍ਰੀਤਮ ਸਿੰਘ ਨੇ ਬਾਰ ਜਾਂ ਦਰਵਾਜ਼ਾ। ਵਾਰ ਦਾ ਅਰਥ ਕੀ ਦੱਸਿਆ? ਬਾਰ ਜਾਂ ਦਰਵਾਜ਼ਾ। ਬਾਰ ਜਿਵੇਂ ਆਪਾਂ ਮਲਵਈ ਦੇ ਵਿੱਚ ਕਹਿ ਦਿੰਦੇ ਹਾਂ, ਆਪਾਂ ਜੋ ਆਪਣਾ ਘਰ ਦਾ ਗੇਟ ਹੁੰਦਾ, ਦਰਵਾਜ਼ਾ ਹੁੰਦਾ, ਉਹਨੂੰ ਆਪਾਂ ਬਾਰ ਕਹਿੰਦੇ ਹਾਂ। ਇਹਦਾ ਅਰਥ ਅੱਗੇ ਇਹਨਾਂ ਨੇ ਕੀ ਕਿਹਾ ਕਿ ਢਾਡੀ ਲੋਕ ਬਾਰਾਂ ਵਿੱਚ ਖਲੋ ਕੇ ਵੀਰਤਾ ਦੇ ਜੋ ਕਿੱਸੇ ਹੁੰਦੇ ਸੀ ਜਾਂ ਵੀਰਤਾ ਦੀਆਂ ਜੋ ਗੱਲਾਂ ਹੁੰਦੀਆਂ ਸੀ ਉਹ ਦੱਸਦੇ ਸੀ। ਕਿ ਪੁਰਾਣੇ ਵੇਲਿਆਂ 'ਚ ਢਾਡੀ ਜਾਂ ਭੱਟ ਲੋਕ ਰਾਜਿਆਂ ਮਹਾਰਾਜਿਆਂ ਦੇ ਬਾਰ ਦੇ ਵਿੱਚ ਖੜ੍ਹੇ ਹੋ ਜਾਂਦੇ ਸੀਗੇ ਔਰ ਖੜ੍ਹੇ ਹੋ ਕੇ ਉਹ ਵੀਰਤਾ ਨਾਲ ਜਾਂ ਵੀਰ ਰਸ ਨਾਲ ਜੁੜੀਆਂ ਹੋਈਆਂ ਗੱਲਾਂ ਦੱਸਦੇ ਸੀਗੇ। ਠੀਕ ਹੈ ਜੀ। ਤਾਂ ਜੋ ਅੱਗੇ ਮੈਂ ਬ੍ਰੈਕਟ ਦੇ ਵਿੱਚ ਦੇਖੋ ਲਿਖਿਆ ਹੋਇਆ ਰਿਗਵੇਦ ਮੈਂ ਤਾਂ ਲਿਖਿਆ ਹੈ ਕਿ ਜੋ ਇਹ ਉਦਾਹਰਣ ਹੈ ਇਹ ਆਪਾਂ ਨੂੰ ਰਿਗਵੇਦ ਦੇ ਵਿੱਚ ਵੀ ਮਿਲਦਾ ਹੈ। ਠੀਕ ਹੈ ਜੀ। ਰਿਗਵੇਦ ਦੇ ਵਿੱਚ ਵੀ ਇਹ ਗੱਲ ਲਿਖੀ ਹੋਈ ਹੈ ਕਿ ਪੁਰਾਣੇ ਸਮਿਆਂ 'ਚ ਢਾਡੀ ਜਾਂ ਭੱਟ ਲੋਕ ਸੂਰਮਿਆਂ ਦੇ ਰਾਜਿਆਂ ਮਹਾਰਾਜਿਆਂ ਦੇ ਬਾਰਾਂ ਵਿੱਚ ਯਾਨੀ ਕਿ ਦਰਵਾਜ਼ਿਆਂ ਵਿੱਚ ਖੜ੍ਹੇ ਹੋ ਕੇ ਵੀਰਤਾ ਦੇ ਕਿੱਸੇ ਸੁਣਾਇਆ ਕਰਦੇ ਸੀਗੇ। ਠੀਕ ਹੈ ਜੀ। ਇਹ ਪੰਜਵਾਂ ਅਰਥ ਸੀ। ਔਰ ਛੇਵਾਂ ਅਰਥ ਕੀ ਦੱਸਿਆ ਹੈ? ਬਾਰਹਠ। ਪ੍ਰੋਫੈਸਰ ਪ੍ਰੀਤਮ ਸਿੰਘ ਨੇ ਵਾਰ ਸ਼ਬਦ ਦੀ ਉਤਪਤੀ ਦੇ ਸੰਦਰਭ ਦੇ ਵਿੱਚ ਛੇਵਾਂ ਪੱਖ ਕੀ ਦੱਸਿਆ ਹੈ? ਬਾਰਹਠ। ਬਾਰਹਠ ਕੀ ਹੈ? ਇੱਕ ਭੱਟ ਕਵੀਆਂ ਦੀ ਇੱਕ ਜਾਤੀ ਹੈ। ਠੀਕ ਹੈ। ਬਾਰਹਠ ਆਪਣੇ ਰਾਜਸਥਾਨ ਦੇ ਵਿੱਚ ਇੱਕ ਭੱਟ ਕਵੀਆਂ ਦੀ ਜਾਤੀ ਪਾਈ ਜਾਂਦੀ ਹੈ। ਜਦੋਂ ਰਾਜਸਥਾਨ ਦਾ ਕਲਚਰ ਪੜ੍ਹੋਗੇ ਉਹਦੇ ਵਿੱਚ ਤੁਹਾਨੂੰ ਪੜ੍ਹਨ ਨੂੰ ਮਿਲੂਗਾ ਕਿ ਬਾਰਹਠ ਇੱਕ ਭੱਟ ਕਵੀਆਂ ਦੀ ਜਾਤੀ ਹੈ ਜੋ ਕਿ ਵੀਰਤਾ ਨਾਲ ਸੰਬੰਧਿਤ ਕਿੱਸੇ ਵਗੈਰਾ ਲਿਖਦੀ ਹੈ ਔਰ ਉਹਨਾਂ ਦਾ ਜੋ ਗੁਣਗਾਨ ਹੈ ਉਹ ਰਾਜਿਆਂ ਮਹਾਰਾਜਿਆਂ ਦੇ ਅੱਗੇ ਪੇਸ਼ ਕਰਦੀ ਹੈ। ਠੀਕ ਹੈ ਜੀ। ਤਾਂ ਇਹ ਜੋ 6 ਪੱਖ ਸੀਗੇ, ਇਹ 6 ਪੱਖ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਦੇ ਆਪਣੇ ਜੋ ਗ੍ਰੰਥ ਸੀਗਾ ਵੀਰ ਕਾਵਿ ਦੀ ਉਤਪਤੀ ਅਤੇ ਵਿਕਾਸ, ਉਹਦੇ ਵਿੱਚ ਵਾਰ ਦੇ 6 ਪੱਖ ਦੱਸੇ ਸੀਗੇ। ਠੀਕ ਹੈ ਜੀ। ਹੁਣ ਇਹਨਾਂ 'ਚੋਂ ਪ੍ਰਸ਼ਨ ਸਿੱਧਾ ਐਂ ਵੀ ਪੁੱਟ ਹੋ ਸਕਦਾ ਹੈ ਕਿ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਵਾਰ ਦੇ ਸ਼ਾਬਦਿਕ ਅਰਥ ਦੇ ਕਿੰਨੇ ਪੱਖ ਦੱਸੇ ਹੈ? ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿੰਨੇ ਪੱਖ ਦੱਸੇ ਹੈ? 6। ਜਾਂ ਪ੍ਰਸ਼ਨ ਇਸ ਤਰ੍ਹਾਂ ਵੀ ਆ ਸਕਦਾ ਹੈ ਕਿ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਦੇ ਅਨੁਸਾਰ ਇਹਨਾਂ ਵਿੱਚੋਂ ਵਾਰ ਦੇ ਸ਼ਾਬਦਿਕ ਅਰਥ ਦਾ ਪੱਖ ਨਹੀਂ ਹੈ। ਜਿਵੇਂ ਇੱਕ ਦੇ ਦੇਣਗੇ ਉਹ ਵਰੀ ਧਾਤੂ, ਵਾਹਰ, ਵਰਜਨਾ ਜਾਂ ਰੋਕਣਾ, ਚੌਥਾ ਕੋਈ ਹੋਰ ਦੇ ਦੇਣਗੇ। ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਜਿਹੜੇ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਦੇ 6 ਪੱਖ ਹੈ ਉਹਨਾਂ 6 ਪੱਖਾਂ ਦੇ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ 6 ਪੱਖ ਕਿਹੜੇ ਕਿਹੜੇ ਹੈ। ਜਿਵੇਂ ਕਿ ਵਰੀ ਧਾਤੂ, ਵਾਹਰ, ਵਰਜਨਾ ਜਾਂ ਰੋਕਣਾ, ਵਾਰ-ਵਾਰ ਦੁਹਰਾਉਣਾ, ਬਾਰ ਜਾਂ ਦਰਵਾਜ਼ਾ, ਬਾਰਹਠ। ਠੀਕ ਹੈ। ਇਹ 6 ਪੱਖਾਂ ਦੇ ਆਪਾਂ ਨੂੰ ਨਾਮ ਯਾਦ ਹੋਣੇ ਚਾਹੀਦੇ ਹੈ। ਪੇਪਰ 'ਚ ਇਸ ਤਰ੍ਹਾਂ ਦਾ ਪ੍ਰਸ਼ਨ ਹੀ ਆਉਂਦਾ ਜੋ ਆਪਾਂ ਨੂੰ ਮਤਲਬ ਆਪਾਂ ਬੋਂਦਲ ਜਾਂਦੇ ਹਾਂ ਇਸ ਤਰ੍ਹਾਂ ਦਾ ਪ੍ਰਸ਼ਨ ਦੇ ਕੇ ਕਿ ਇਹਦਾ ਕੀ ਉੱਤਰ ਹੋ, ਕਿਉਂਕਿ ਪਹਿਲਾਂ ਆਪਾਂ ਧਿਆਨ ਨਾਲ ਪੜ੍ਹਿਆ ਨਹੀਂ ਹੁੰਦਾ ਇਸ ਤਰ੍ਹਾਂ ਦੀ ਚੀਜ਼, ਔਰ ਇਸ ਤਰ੍ਹਾਂ ਦੇ ਪ੍ਰਸ਼ਨ ਆਉਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।
ਠੀਕ ਹੈ ਜੀ। ਜਿਵੇਂ ਸਿੱਧਾ ਪ੍ਰਸ਼ਨ ਆ ਗਿਆ ਕਿ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਦੇ 6 ਪੱਖਾਂ ਵਿੱਚੋਂ ਇਹਨਾਂ ਵਿੱਚੋਂ ਕਿਹੜਾ ਪੱਖ ਨਹੀਂ ਹੈ, ਤਾਂ ਅਗਰ ਆਪਾਂ ਨੂੰ 6 ਦੇ 6 ਪੱਖਾਂ ਦੇ ਨਾਮ ਚੰਗੀ ਤਰ੍ਹਾਂ ਯਾਦ ਹੈ ਤਾਂ ਫਿਰ ਤਾਂ ਆਪਾਂ ਉੱਤਰ ਸਹੀ ਕਰ ਦਿਆਂਗੇ। ਅਗਰ ਆਪਾਂ ਨੂੰ ਇੱਕ ਵੀ ਚੰਗੀ ਤਰ੍ਹਾਂ ਨਹੀਂ ਯਾਦ ਤਾਂ ਆਪਣਾ ਪ੍ਰਸ਼ਨ ਗਲਤ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ। ਠੀਕ ਹੈ ਜੀ। ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਇੱਕ ਪੰਜਾਬੀ ਦੇ ਹੋਰ ਕਵੀ ਹੋਏ ਹੈ ਜਿਨ੍ਹਾਂ ਦਾ ਨਾਮ ਕੀ ਹੈ ਜੀ, ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ। ਪੰਜਾਬੀ ਦੇ ਇੱਕ ਹੋਰ ਕਵੀ ਹੋਏ ਹੈ ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ। ਇਹ ਪੰਜਾਬੀ ਦੇ ਲੋਕ ਕਵੀ ਸੀ। ਠੀਕ ਹੈ ਜੀ। ਤਾਂ ਪੰਜਾਬੀ ਦੇ ਲੋਕ ਕਵੀ ਸੀ ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ, ਯਾਨੀ ਕਿ ਇਹਨਾਂ ਲੋਕਾਂ ਦੇ ਨਾਲ ਜੋ ਜੁੜੀਆਂ ਹੋਈਆਂ, ਮਤਲਬ ਜੋ ਕਲਚਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਇਹਨਾਂ ਨੇ ਗੱਲਾਂ ਆਪਣੀਆਂ ਗ੍ਰੰਥਾਂ ਦੇ ਵਿੱਚ ਲਿਖੀਆਂ ਸੀ, ਆਪਣੀ ਕਿਤਾਬਾਂ ਦੇ ਵਿੱਚ ਲਿਖੀਆਂ ਸੀਗੀਆਂ, ਉਹਨਾਂ ਤੋਂ ਸਾਨੂੰ ਜਾਣੂ ਕਰਵਾਇਆ ਸੀਗਾ। ਠੀਕ ਹੈ। ਸੁਹਿੰਦਰ ਸਿੰਘ ਵਣਜਾਰਾ ਬੇਦੀ ਕੀ ਕਹਿੰਦੇ ਹੈ ਕਿ ਨਾ ਤਾਂ ਵਾਰ ਸ਼ਬਦ ਦੀ ਉਤਪਤੀ ਵਰੀ ਧਾਤੂ ਤੋਂ ਹੋਈ ਹੈ, ਨਾ ਵਾਰਤਾ ਤੋਂ ਹੋਈ ਹੈ। ਇਹਨਾਂ ਦਾ ਆਡੀ ਮਤ ਹੈ ਆਪਦਾ। ਇਹ ਕਹਿੰਦੇ ਆ ਵਾਰ ਕਾਵਿ ਦੀ ਉਤਪਤੀ ਕਿੱਥੋਂ ਹੋਈ ਹੈ, ਵਾਰਨੇ ਤੋਂ ਹੋਈ ਹੈ। ਠੀਕ ਹੈ ਜੀ। ਦੇਖੋ ਅੱਡੋ ਅੱਡ ਵਿਦਵਾਨ ਆਪਣੀ ਪਰਿਭਾਸ਼ਾ 'ਚ ਅੱਡੋ ਅੱਡ ਮਤ ਪ੍ਰਗਟ ਕਰ ਰਹੇ ਹੈ। ਤੁਹਾਨੂੰ ਇਸ ਚੰਗੀ ਤਰ੍ਹਾਂ ਧਿਆਨ ਹੋਣਾ ਚਾਹੀਦਾ ਕਿ ਕਿਹੜੇ ਵਿਦਵਾਨ ਨੇ ਕਿਹੜੀ ਗੱਲ ਕਹੀ ਹੈ। ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਕੀ ਕਹਿੰਦੇ ਹੈ ਕਿ ਵਾਰ ਕਾਵਿ ਦੀ ਉਤਪਤੀ ਕਿੱਥੋਂ ਹੋਈ ਹੈ, ਵਾਰਨੇ ਤੋਂ ਹੋਈ ਹੈ। ਠੀਕ ਹੈ ਜੀ। ਵਾਰਨੇ ਦਾ ਭਾਵ ਕੀ ਹੈ ਕਿ ਕਿਸੇ ਉੱਤੋਂ ਕੋਈ ਚੀਜ਼ ਵਾਰਨਾ। ਜਿਵੇਂ ਕਿ ਤੁਹਾਨੂੰ ਮੈਂ ਇੱਕ ਉਦਾਹਰਣ ਦੇਵਾਂ, ਜਿਵੇਂ ਇੱਕ ਪ੍ਰਾਹੁਣਾ ਹੁੰਦਾ ਹੈ, ਠੀਕ ਹੈ, ਦੁੱਲਾ ਹੁੰਦਾ ਲਾੜਾ। ਜਦੋਂ ਉਹ ਆਪਣੀ ਵਹੁਟੀ ਨੂੰ ਵਿਆਹ ਕੇ ਆਪਣੇ ਘਰ ਆਉਂਦਾ ਹੈ ਤਾਂ ਉਸ ਦੀ ਮਾਂ ਉਸ ਤੋਂ ਵਾਰ ਕੇ ਪਾਣੀ ਜਾਂ ਦੁੱਧ ਪੀਂਦੀ ਹੈ। ਠੀਕ ਹੈ। ਉਸ ਤਰ੍ਹਾਂ ਕਿਸੇ ਚੀਜ਼ ਨੂੰ ਵਾਰਨਾ, ਭਾਵ ਕਿ ਪੁਰਾਣੇ ਵੇਲਿਆਂ ਦੇ ਵਿੱਚ ਜਦੋਂ ਯੋਧੇ ਜਾਂ ਸ਼ੂਰਵੀਰ ਜਦੋਂ ਕਿਸੇ ਜੰਗ ਜਾਂ ਯੁੱਧ ਦੇ ਵਿੱਚ ਜਾਂਦੇ ਸੀ ਤਾਂ ਉਹਨਾਂ ਦੀਆਂ ਮਾਵਾਂ, ਉਹਨਾਂ ਦੀ ਪਤਨੀਆਂ ਉਹਨਾਂ ਦੇ ਸਿਰਾਂ ਤੋਂ ਪਾਣੀ ਜਾਂ ਦੁੱਧ ਵਾਰ ਕੇ ਪੀਂਦੀਆਂ ਸੀ ਤਾਂ ਕਿ ਉਹ ਉਹਨੂੰ ਆਸ਼ੀਰਵਾਦ ਦਿੰਦੀਆਂ ਸੀ ਕਿ ਤੁਸੀਂ ਯੁੱਧ ਦੇ ਮੈਦਾਨ ਵਿੱਚ ਫਤਿਹ ਹਾਸਿਲ ਕਰਕੇ ਆਇਓ ਜਾਂ ਫਿਰ ਆਪਣਾ ਬਲੀਦਾਨ ਦੇ ਕੇ ਆਇਓ। ਠੀਕ ਹੈ। ਹਾਰ ਕੇ ਨਾ ਇੱਥੇ ਵਾਪਸ ਆਇਓ। ਇਸ ਤਰ੍ਹਾਂ ਦੀ ਉਹ ਉਹਨਾਂ ਤੋਂ ਵਾਰ ਕੇ ਉਹ ਪਾਣੀ ਪੀਂਦੀਆਂ ਸੀ ਅਤੇ ਉਸ ਵਾਰਨੇ ਤੋਂ ਹੀ ਅੱਗੇ ਚੱਲ ਕੇ ਇਹ ਵਾਰ ਬਣ ਗਈ। ਇਹ ਸ਼ਬਦ ਕਿਹਨਾਂ ਦਾ ਹੈ, ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਨੇ ਇਹ ਗੱਲ ਕਹੀ ਹੈ। ਠੀਕ ਹੈ ਜੀ। ਹੁਣ ਤਾਂ ਤੁਸੀਂ ਸਮਝ ਗਏ ਹੋ ਕਿ ਵਾਰਨੇ ਦਾ ਅਰਥ ਕੀ ਹੈ। ਦੇਖੋ ਆਪਾਂ ਹਜੇ ਤੱਕ ਅੱਡ-ਵੱਡ ਵਿਦਵਾਨਾਂ ਦੇ ਅੱਡੋ-ਅੱਡ ਵਿਚਾਰ ਵੇਖੇ ਹੈ। ਜਿਵੇਂ ਕਿ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ, ਭਾਈ ਕਾਨ੍ਹ ਸਿੰਘ ਨਾਭਾ ਨੇ ਕੀ ਕਿਹਾ ਸੀ ਕਿ ਵਾਰ ਸ਼ਬਦ ਦੀ ਉਤਪਤੀ ਸੰਸਕ੍ਰਿਤ ਤੇ ਵਰੀ ਧਾਤੂ ਤੋਂ ਹੋਈ ਹੈ, ਜਿਸ ਦਾ ਅਰਥ ਹੈ ਵਾਰ ਕਰਨਾ ਜਾਂ ਵਾਰ ਰੋਕਣਾ। ਉਸ ਤੋਂ ਅੱਗੇ ਸੀ ਪ੍ਰੋਫੈਸਰ ਪਿਆਰਾ ਸਿੰਘ ਪਦਮ। ਪ੍ਰੋਫੈਸਰ ਪਿਆਰਾ ਸਿੰਘ ਪਦਮ ਦਾ ਕੀ ਕਹਿਣਾ ਸੀ ਕਿ ਵਾਰ ਦੀ ਉਤਪਤੀ ਵਾਰਤਾ ਤੋਂ ਹੋਈ ਹੈ, ਭਾਵ ਕਿ ਢਾਡੀਆਂ ਜਾਂ ਭੱਟ ਕਵੀਆਂ ਦੁਆਰਾ ਕਿਸੇ ਜੰਗ ਜਾਂ ਕਿਸੇ ਯੁੱਧ ਦੀ ਕਹਾਣੀ ਵਾਰਤਾ ਦੇ ਰੂਪ 'ਚ, ਗੱਲਬਾਤ ਦੇ ਰੂਪ 'ਚ ਪੇਸ਼ ਕਰਨਾ। ਉਸ ਤੋਂ ਬਾਅਦ ਫਿਰ ਆਪਾਂ ਪੜ੍ਹਿਆ ਸੀਗਾ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨੂੰ। ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨੇ ਆਪਣਾ ਜੋ ਗ੍ਰੰਥ ਹੈ ਵੀਰ ਕਾਵਿ ਦੀ ਉਤਪਤੀ ਤੇ ਵਿਕਾਸ, ਇਹਦੇ ਵਿੱਚ ਇਹਨਾਂ ਨੇ ਵਾਰ ਦੇ ਕਿੰਨੇ ਸ਼ਾਬਦਿਕ ਅਰਥ ਦੱਸੇ ਹੈ ਕਿ ਵਾਰ ਦੀ ਉਤਪਤੀ ਨਾਲ ਜੁੜੇ ਹੋਏ ਇਹਨਾਂ ਨੇ 6 ਪੱਖ ਦੱਸੇ ਹੈ। 6 ਪੱਖ ਕਿਹੜੇ ਕਿਹੜੇ ਹੈ ਉਹ ਆਪਾਂ ਇਹ 6 ਪੱਖ ਪੜ੍ਹ ਲਏ ਸੀ। ਵਰੀ ਧਾਤੂ, ਵਾਹਰ, ਵਰਜਣਾ ਜਾਂ ਰੋਕਣਾ, ਵਾਰ-ਵਾਰ ਦੁਹਰਾਉਣਾ, ਵਾਰ ਜਾਂ ਦਰਵਾਜ਼ਾ, ਵਾਰ ਹੱਠ। ਠੀਕ ਹੈ। ਵਾਰ ਦੀ ਉਤਪਤੀ ਨਾਲ ਜੁੜੇ ਹੋਏ ਉਹਨਾਂ ਨੇ 6 ਪੱਖ ਦੱਸੇ ਸੀ। ਇਹ 6 ਪੱਖਾਂ ਦੇ ਬਾਰੇ ਆਪਾਂ ਚਰਚਾ ਕਰ ਲਈ ਹੈ। ਉਸ ਤੋਂ ਅੱਗੇ ਆਪਾਂ ਵੇਖਿਆ ਹੈ ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਨੂੰ। ਇਹਨਾਂ ਨੇ ਕੀ ਕਿਹਾ ਸੀਗਾ ਕਿ ਵਾਰ ਦੀ ਉਤਪਤੀ ਕਾਹਦੇ ਤੋਂ ਹੋਈ ਹੈ, ਵਾਰਣੇ ਤੋਂ ਹੋਈ ਹੈ। ਵਾਰਨਾ ਕੀ ਹੈ ਇਹ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਕਿ ਪੁਰਾਣੇ ਵੇਲਿਆਂ 'ਚ ਜਦੋਂ ਯੋਧੇ ਸੂਰਮੇ ਲੜਨ ਜਾਂਦੇ ਸੀ ਉਹਨਾਂ ਦੇ ਸਿਰ ਤੋਂ ਵਾਰ ਕੇ ਪਾਣੀ ਜਾਂ ਦੁੱਧ ਪੀਂਦੀਆਂ ਸੀ ਔਰ ਉਹਨਾਂ ਨੂੰ ਆਸ਼ੀਰਵਾਦ ਦਿੰਦੀਆਂ ਸੀ ਕਿ ਤੁਸੀਂ ਯੁੱਧ ਦੇ ਵਿੱਚ, ਜੰਗ ਦੇ ਵਿੱਚ ਜਿੱਤ ਕੇ ਘਰੇ ਵਾਪਿਸ ਆਇਓ। ਠੀਕ ਹੈ ਜੀ। ਉਸ ਤੋਂ ਅੱਗੇ ਵਾਰ ਨਾਲ ਜੁੜੀਆਂ ਹੋਈਆਂ ਆਪਾਂ, ਇਹ ਤਾਂ ਸੀ ਕਵੀਆਂ ਦੇ ਵਿਚਾਰ। ਠੀਕ ਹੈ। ਵੱਖ-ਵੱਖ ਵਿਦਵਾਨਾਂ ਦੀ ਵੱਖ-ਵੱਖ ਪਰਿਭਾਸ਼ਾਵਾਂ। ਹੋਰ ਇਹਦੇ ਨਾਲ ਜੁੜੀਆਂ ਵੀ ਆਪਾਂ ਨੂੰ ਗੱਲਾਂ ਪਤਾ ਹੋਣੀਆਂ ਚਾਹੀਦੀਆਂ, ਜਿਵੇਂ ਕਿ ਵਾਰ ਇੱਕ ਸ਼ੁੱਧ ਪੰਜਾਬੀ ਕਾਵਿ ਰੂਪ ਹੈ। ਠੀਕ ਹੈ ਜੀ। ਵਾਰ ਕਿਸ ਤਰ੍ਹਾਂ ਦਾ ਕਾਵਿ ਰੂਪ ਹੈ, ਇੱਕ ਸ਼ੁੱਧ ਪੰਜਾਬੀ ਕਾਵਿ ਰੂਪ ਹੈ, ਯਾਨੀ ਕਿ ਸਭ ਤੋਂ ਪਹਿਲਾਂ ਇਹ ਪੰਜਾਬੀ ਵਿੱਚ ਹੀ ਲਿਖਿਆ ਗਿਆ। ਠੀਕ ਹੈ। ਜਿਵੇਂ ਆਪਾਂ ਨਾਟਕ ਪੜ੍ਹਦੇ ਹਾਂ ਜਾਂ ਕਹਾਣੀਆਂ ਪੜ੍ਹਦੇ ਹਾਂ, ਠੀਕ ਹੈ, ਇਹ ਆਪਾਂ ਨੂੰ ਕਿਹਨਾਂ ਦੀ ਦੇਣ ਹੈ, ਪੱਛਮੀ ਸੱਭਿਅਤਾ ਦੀ ਦੇਣ ਹੈ। ਠੀਕ ਹੈ। ਯਾਨੀ ਕਿ ਪੱਛਮ ਵਾਲੇ ਪਾਸਿਓਂ, ਪੱਛਮੀ ਦੇਸ਼ਾਂ 'ਚੋਂ ਆਪਣੇ ਵਾਲੇ ਪਾਸੇ ਇਹ ਕਹਾਣੀਆਂ ਆਈਆਂ ਔਰ ਹੌਲੀ ਹੌਲੀ ਫਿਰ ਉਹਨਾਂ ਨੂੰ ਆਪਾਂ ਆਪਣੀ ਭਾਸ਼ਾ ਵਿੱਚ ਲਿਖਣਾ ਸਟਾਰਟ ਕੀਤਾ। ਲੇਕਿਨ ਜੋ ਵਾਰ ਹੈ ਇਹ ਆਪਣੀ ਖੁਦ ਦੀ ਦੇਣ ਹੈ। ਠੀਕ ਹੈ। ਇਹਨੂੰ ਸਭ ਤੋਂ ਪਹਿਲਾਂ ਆਪਾਂ ਪੰਜਾਬੀ ਦੇ ਵਿੱਚ ਹੀ ਲਿਖਿਆ ਗਿਆ ਸੀ, ਇਸ ਕਰਕੇ ਇੱਕ ਸ਼ੁੱਧ ਪੰਜਾਬੀ ਕਾਵਿ ਰੂਪ ਹੈ। ਪੇਪਰ ਦੇ ਵਿੱਚ ਅਗਰ ਪ੍ਰਸ਼ਨ ਆ ਜਾਵੇ ਕਿ ਵਾਰ ਕਿਸ ਤਰ੍ਹਾਂ ਦਾ ਕਾਵਿ ਰੂਪ ਹੈ ਤਾਂ ਇਹ ਇੱਕ ਸ਼ੁੱਧ ਪੰਜਾਬੀ ਕਾਵਿ ਰੂਪ ਹੈ। ਹਾਂ, ਵਾਰ ਸ਼ਬਦ ਦੀ ਉਤਪਤੀ ਪੁੱਛ ਲੈਣ ਕਿਹੜੇ ਧਾਤੂ ਤੋਂ ਹੋਈ ਹੈ ਤਾਂ ਸੰਸਕ੍ਰਿਤ ਦੇ ਵਰੀ ਧਾਤੂ ਤੋਂ ਹੋਈ ਹੈ। ਇਸ ਨੂੰ ਇੰਪੋਰਟੈਂਟ ਮੰਨਿਆ ਜਾਂਦਾ ਹੈ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਕਥਨ ਨੂੰ।
ਔਰ ਅਗਰ ਕਿਸੇ ਸਪੈਸ਼ਲੀ ਵਿਦਵਾਨ ਦਾ ਨਾਮ ਦੇ ਕੇ ਪੁੱਛ ਲੈਣ ਕਿ ਡਾਕਟਰ ਸੁਹਿੰਦਰ ਸਿੰਘ ਵਣਜਾਰਾ ਵੇਦੀ ਦੇ ਅਨੁਸਾਰ ਵਾਰ ਦੀ ਉਤਪਤੀ ਕਿੱਥੋਂ ਹੋਈ ਹੈ, ਫਿਰ ਆਪਾਂ ਲਿਖਾਂਗੇ ਵਾਰਨੇ ਤੋਂ। ਜਾਂ ਪੁੱਛ ਲੈਣ ਪ੍ਰੋਫੈਸਰ ਪ੍ਰੀਤਮ ਸਿੰਘ ਦੇ ਅਨੁਸਾਰ ਕਿੱਥੋਂ ਹੋਈ ਹੈ, ਤਾਂ ਆਪਾਂ ਜਿਹੜੇ ਜਿਵੇਂ ਜਿਵੇਂ ਵਿਦਵਾਨਾਂ ਨੇ ਆਪੋ ਆਪਣੇ ਵਿਚਾਰ ਦਿੱਤੇ ਹੈ ਤਾਂ ਆਪਾਂ ਉਹਨਾਂ ਦੇ ਅਨੁਸਾਰ ਉਹਨਾਂ ਦਾ ਉਹ ਅਰਥ ਲਿਖਾਂਗੇ। ਠੀਕ ਹੈ ਜੀ। ਕਈ ਵਿਦਵਾਨ ਵਾਰ ਨੂੰ ਜਸ਼ ਦੀ ਕਵਿਤਾ ਵੀ ਕਹਿੰਦੇ ਹੈ। ਠੀਕ ਹੈ ਜੀ। ਵਾਰ ਨੂੰ ਕੀ ਕਹਿੰਦਾ? ਜਸ਼ ਦੀ ਕਵਿਤਾ, ਯਾਨੀ ਕਿ ਵੀਰਤਾ ਦੀ ਕਵਿਤਾ। ਇਹਦੇ ਵਿੱਚ ਕਿਸੇ ਵੀਰਾਂ ਦੀ ਬਹਾਦਰੀ, ਉਹਨਾਂ ਦਾ ਜਸ਼ ਦਾ ਗੁਣਗਾਨ ਕੀਤਾ ਗਿਆ ਹੁੰਦਾ, ਕਿਉਂਕਿ ਤੁਹਾਨੂੰ ਪਤਾ ਹੀ ਹੈ, ਆਪਾਂ ਅੱਗੇ ਵੀ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਵਾਰ ਕਿਸੇ ਲੜਾਈ ਜਾਂ ਕਿਸੇ ਯੁੱਧ ਨਾਲ ਸੰਬੰਧਿਤ ਹੈ ਤਾਂ ਉਹਨਾਂ ਵਿੱਚ ਵੀਰਾਂ ਦਾ ਜਸ਼ ਗਾਇਆ ਗਿਆ ਹੁੰਦਾ, ਇਸ ਕਰਕੇ ਇਹਨੂੰ ਜਸ਼ ਦੀ ਕਵਿਤਾ ਵੀ ਕਿਹਾ ਜਾਂਦਾ ਹੈ। ਹੁਣ ਪੇਪਰ 'ਚ ਪ੍ਰਸ਼ਨ ਇਸ ਤਰ੍ਹਾਂ ਵੀ ਆ ਸਕਦਾ ਹੈ ਕਿ ਹੇਠ ਲਿਖਿਆਂ ਵਿੱਚੋਂ ਸਾਹਿਤ ਦੇ ਕਿਹੜੇ ਰੂਪ ਨੂੰ ਜਸ਼ ਦੀ ਕਵਿਤਾ ਕਿਹਾ ਜਾਂਦਾ ਹੈ? ਕਾਫੀ, ਕਿੱਸਾ, ਵਾਰ ਜਾਂ ਨਾਟਕ? ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਵਾਰ ਨੂੰ ਜਸ਼ ਦੀ ਕਵਿਤਾ ਕਿਹਾ ਜਾਂਦਾ ਹੈ। ਠੀਕ ਹੈ ਜੀ। ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਵਾਰ ਦੇ ਪ੍ਰਕਾਰ। ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਵਾਰ ਦੇ ਪ੍ਰਕਾਰ, ਕਿ ਜੋ ਵਾਰ ਹੈ ਇਹ ਕਿੰਨੇ ਤਰ੍ਹਾਂ ਦੀ ਹੋ ਸਕਦੀ ਹੈ। ਆਪਾਂ ਵਾਰ ਦੇ ਪ੍ਰਕਾਰਾਂ ਦੀ ਗੱਲ ਕਰਦੇ ਹਾਂ ਤਾਂ ਵਾਰ ਦੋ ਤਰ੍ਹਾਂ ਦੀ ਹੁੰਦੀ ਹੈ। ਠੀਕ ਹੈ ਜੀ। ਇੱਕ ਤਾਂ ਹੁੰਦੀ ਹੈ ਵੀਰ ਰਸੀ ਜਾਂ ਲੋਕ ਵਾਰਾਂ, ਦੂਸਰੀਆਂ ਹੁੰਦੀਆਂ ਅਧਿਆਤਮਿਕ ਵਾਰਾਂ। ਠੀਕ ਹੈ ਜੀ। ਆਪਾਂ ਕੀ ਪੜ੍ਹ ਰਹੇ ਹਾਂ? ਵਾਰ ਦੇ ਪ੍ਰਕਾਰ, ਕਿ ਵਾਰਾਂ ਕਿੰਨੇ ਤਰ੍ਹਾਂ ਦੀਆਂ ਹੋ ਸਕਦੀਆਂ। ਤਾਂ ਵਾਰਾਂ ਦੋ ਤਰ੍ਹਾਂ ਦੀ ਹੁੰਦੀਆਂ, ਇੱਕ ਤਾਂ ਹੋ ਗਈ ਵੀਰ ਰਸੀ ਜਾਂ ਲੋਕ ਵਾਰ, ਇੱਕ ਹੋ ਗਈ ਅਧਿਆਤਮਿਕ ਵਾਰ। ਹੁਣ ਆਪਾਂ ਇਹ ਵੇਖਦੇ ਹਾਂ ਕਿ ਵੀਰ ਰਸੀ ਜਾਂ ਲੋਕ ਵਾਰ ਕਿਹੜੀ ਹੁੰਦੀ ਹੈ ਔਰ ਅਧਿਆਤਮਿਕ ਵਾਰ ਕਿਹੜੀ ਹੁੰਦੀ ਹੈ। ਵੀਰ ਰਸੀ ਜਾਂ ਲੋਕ ਵਾਰ ਉਹਨੂੰ ਕਹਿੰਦੇ ਆ ਜਿਹਦੇ ਵਿੱਚ ਜੋ ਬਹਾਦਰੀ ਨਾਲ ਸੰਬੰਧਿਤ ਹੁੰਦੀ ਹੈ, ਕਿਸੇ ਯੁੱਧ ਨਾਲ ਸੰਬੰਧਿਤ ਹੁੰਦੀ ਹੈ, ਕਿਸੇ ਯੁੱਧ ਦਾ ਜਾਂ ਕਿਸੇ ਲੜਾਈ ਦਾ ਵਰਣਨ ਹੁੰਦਾ ਹੈ। ਠੀਕ ਹੈ ਜੀ। ਹੁਣ ਤੁਸੀਂ ਕਈ ਸੋਚ ਰਹੇ ਹੋਵੋਗੇ ਕਿ ਇਹਦੇ ਨਾਲ ਲੋਕ ਵਾਰ ਕਿਉਂ ਲਿਖਿਆ ਹੈ। ਲੋਕ ਵਾਰ ਇਹਦੇ ਨਾਲ ਤਾਂ ਲਿਖਿਆ ਹੈ, ਵੀਰ ਰਸੀ ਵਾਰਾਂ ਨੂੰ ਲੋਕ ਵਾਰਾਂ ਵੀ ਕਿਹਾ ਜਾਂਦਾ ਹੈ। ਲੋਕ ਵਾਰਾਂ ਤਾਂ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਸਭ ਤੋਂ ਪਹਿਲਾਂ ਲੋਕਾਂ ਨੇ ਲਿਖਿਆ ਸੀਗਾ। ਠੀਕ ਹੈ। ਜਿਵੇਂ ਆਪਾਂ ਕੋਈ ਚੀਜ਼ ਦੇਖਦੇ ਹਾਂ, ਜਿਵੇਂ ਨਾਟਕ ਦੇ ਬਾਰੇ ਜਾਂ ਆਪਾਂ ਕਿਸੇ ਕਹਾਣੀ ਦੇ ਬਾਰੇ ਚਰਚਾ ਕਰਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਇਹਦਾ ਕੋਈ ਪਰਟੀਕੂਲਰ ਇੱਕ ਕਵੀ ਹੁੰਦਾ ਜਿਸ ਨੇ ਸਭ ਤੋਂ ਪਹਿਲਾਂ ਉਸ ਨੂੰ ਲਿਖਿਆ ਹੁੰਦਾ ਹੈ। ਲੇਕਿਨ ਅਗਰ ਆਪਾਂ ਵਾਰਾਂ ਦੀ ਗੱਲ ਕਰੀਏ, ਵੀਰ ਰਸੀ ਵਾਰਾਂ ਦੀ ਗੱਲ, ਤਾਂ ਇਹਦਾ ਕੋਈ ਪਰਟੀਕੂਲਰ ਇੱਕ ਕਵੀ ਨਹੀਂ, ਬਲਕਿ ਇਹਨਾਂ ਨੂੰ ਲੋਕਾਂ ਨੇ ਮਿਲ ਜੁਲ ਕੇ ਲਿਖਿਆ ਸੀਗਾ, ਇਸ ਕਰਕੇ ਇਹਨਾਂ ਨੂੰ ਲੋਕ ਵਾਰਾਂ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਵੀਰ ਰਸੀ ਜਾਂ ਲੋਕ ਵਾਰਾਂ ਕਾਹਦੇ ਨਾਲ ਸੰਬੰਧਿਤ ਹੁੰਦੀਆਂ? ਕਿਸੇ ਬਹਾਦਰੀ ਜਾਂ ਯੁੱਧ ਦੇ ਨਾਲ ਸੰਬੰਧਿਤ ਹੁੰਦੀਆਂ। ਠੀਕ ਹੈ ਜੀ। ਉਸ ਤੋਂ ਬਾਅਦ ਵਾਰਾਂ ਦਾ ਦੂਜਾ ਪ੍ਰਕਾਰ ਕਿਹੜਾ ਹੈ? ਅਧਿਆਤਮਿਕ ਵਾਰ। ਅਧਿਆਤਮਿਕ ਵਾਰ ਤੋਂ ਭਾਵ ਕੀ ਹੈ? ਇਹ ਹੁੰਦੀ ਹੈ ਆਤਮਾ ਜਾਂ ਪਰਮਾਤਮਾ ਦੇ ਨਾਲ ਸੰਬੰਧਿਤ। ਦੇਖੋ ਜੀ, ਵੀਰ ਰਸੀ ਜਾਂ ਲੋਕ ਵਾਰ ਇਹ ਤਾਂ ਬਹਾਦਰੀ ਜਾਂ ਯੁੱਧ ਕਿਸੇ ਲੜਾਈ ਨਾਲ ਸੰਬੰਧਿਤ ਹੋਗੀ, ਔਰ ਅਧਿਆਤਮਿਕ ਵਾਰ ਕਾਹਦੇ ਨਾਲ ਸੰਬੰਧਿਤ ਹੋਊਗੀ? ਆਤਮਾ ਜਾਂ ਪਰਮਾਤਮਾ। ਇਹ 'ਚ ਆਤਮਾ ਪਰਮਾਤਮਾ ਦੀਆਂ ਗੱਲਾਂ ਹੋਣਗੀਆਂ। ਦੇਖੋ ਮੈਂ ਤੁਹਾਨੂੰ ਇੱਕ ਉਦਾਹਰਣ ਦੇਵਾਂ। ਅਧਿਆਤਮਿਕ ਵਾਰ ਦੇ ਵਿੱਚ ਕੀ ਹੁੰਦਾ ਹੈ ਕਿ ਆਪਣੇ ਮਨ ਦੇ ਵਿੱਚ ਵਿਚਾਰ ਚੱਲਦੇ ਹੈ। ਠੀਕ ਹੈ ਜੀ। ਆਪਣੇ ਮਨ ਦੇ ਵਿੱਚ ਦੇਖੋ, ਇਨਸਾਨ ਦੇ ਮਨ ਦੇ ਵਿੱਚ ਚੰਗੇ ਵਿਚਾਰ ਵੀ ਹੁੰਦੇ ਹੈ ਔਰ ਬੁਰੇ ਵਿਚਾਰ ਵੀ ਹੁੰਦੇ ਹੈ। ਜੋ ਬੁਰੇ ਵਿਚਾਰ ਹੈ ਉਹ ਆਪਾਂ ਨੂੰ ਬੁਰਾ ਕਰਨ ਲਈ ਕਹਿੰਦੇ ਹੈ, ਔਰ ਜੋ ਆਪਣੇ ਚੰਗੇ ਵਿਚਾਰ ਹੈ ਉਹ ਕਹਿੰਦੇ ਨਹੀਂ, ਆਪਾਂ ਬੁਰੇ ਰਸਤੇ ਨਹੀਂ ਚੱਲਣਾ, ਆਪਾਂ ਚੰਗਾ ਕੰਮ ਕਰਨਾ ਹੈ। ਤਾਂ ਆਪਣੇ ਮਨ ਦੇ ਅੰਦਰ ਚੰਗੇ ਵਿਚਾਰਾਂ 'ਚ ਅਤੇ ਬੁਰੇ ਵਿਚਾਰਾਂ ਦੇ ਆਪਸ ਦੇ ਵਿੱਚ ਇੱਕ ਲੜਾਈ ਚੱਲਦੀ ਹੈ, ਸੰਘਰਸ਼ ਚੱਲਦਾ ਹੈ। ਬੁਰੇ ਵਿਚਾਰ ਕਹਿੰਦੇ ਬੁਰਾ ਕਰੋ, ਚੰਗੇ ਕਹਿੰਦੇ ਨਹੀਂ, ਚੰਗਾ ਕਰਨਾ ਹੈ। ਤਾਂ ਮਤਲਬ ਚੰਗੇ ਵਿਚਾਰ ਉਹ ਆਪਾਂ ਨੂੰ ਪਰਮਾਤਮਾ ਦੇ ਨਾਲ, ਰੱਬ ਦੇ ਨਾਮ ਨਾਲ ਜੋੜਨ ਦੀ ਆਪਾਂ ਨੂੰ ਪ੍ਰੇਰਨਾ ਦਿੰਦੇ, ਆਪਾਂ ਨੂੰ ਜੋੜਨਾ ਚਾਹੁੰਦੇ ਆ। ਔਰ ਜੋ ਬੁਰੇ ਵਿਚਾਰ ਹੈ ਉਹ ਆਪਾਂ ਨੂੰ ਪਰਮਾਤਮਾ ਤੋਂ, ਰੱਬ ਤੋਂ ਦੂਰ ਲਿਜਾਣਾ ਚਾਹੁੰਦੇ ਆ। ਤਾਂ ਆਪਣੇ ਮਨ ਦੇ ਅੰਦਰ ਜੋ ਚੰਗੇ ਅਤੇ ਮਾੜੇ ਵਿਚਾਰਾਂ ਦੀਆਂ ਜੋ ਆਪਸ 'ਚ ਇੱਕ ਦੂਜੇ ਨਾਲ ਟੱਕਰ ਚੱਲਦੀ ਹੈ, ਉਹਦੇ ਨਾਲ ਜੋ ਸੰਬੰਧਿਤ ਵਾਰਤਾ ਹੁੰਦੀ ਹੈ ਉਹ ਅਧਿਆਤਮਿਕ ਵਾਰਾਂ ਕਹਿਲਾਉਂਦੀਆਂ। ਠੀਕ ਹੈ ਜੀ। ਅਗਰ ਕਿਸੇ ਵਾਰ ਦੇ ਵਿੱਚ ਕਿਸੇ ਯੁੱਧ ਦਾ ਜਾਂ ਕਿਸੇ ਲੜਾਈ ਦਾ ਵਰਣਨ ਕੀਤਾ ਗਿਆ ਹੋਵੇ ਤਾਂ ਉਹ ਤਾਂ ਹੋਊਗੀ ਵੀਰ ਰਸੀ ਜਾਂ ਲੋਕ ਵਾਰ। ਅਗਰ ਕਿਸੇ ਵਾਰ ਦੇ ਵਿੱਚ ਆਪਣੇ ਮਨ ਦੇ ਅੰਦਰਲੇ ਚੰਗੇ ਅਤੇ ਮਾੜੇ ਵਿਚਾਰਾਂ ਦੇ ਜੋ ਵਿਚਲਾ ਸੰਘਰਸ਼ ਦਿਖਾਇਆ ਗਿਆ ਹੋਵੇ ਤਾਂ ਉਹ ਹੋਊਗੀ ਅਧਿਆਤਮਿਕ ਵਾਰ। ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਵੀਰ ਰਸੀ ਜਾਂ ਲੋਕ ਵਾਰਾਂ ਕਿਹੜੀਆਂ ਹੁੰਦੀਆਂ ਔਰ ਅਧਿਆਤਮਿਕ ਵਾਰਾਂ ਕਿਹੜੀਆਂ ਹੁੰਦੀਆਂ। ਠੀਕ ਹੈ ਜੀ। ਵਾਰਾਂ ਦੋ ਪ੍ਰਕਾਰ ਦੀਆਂ ਹੁੰਦੀਆਂ, ਵੀਰ ਰਸੀ ਜਾਂ ਲੋਕ ਵਾਰਾਂ ਔਰ ਦੂਸਰੀਆਂ ਅਧਿਆਤਮਿਕ ਵਾਰਾਂ। ਦੋਨਾਂ ਦੇ ਅਰਥ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਹਾਂ। ਠੀਕ ਹੈ ਜੀ। ਉਸ ਤੋਂ ਅੱਗੇ ਮੈਂ ਕੀ ਲਿਖਿਆ ਹੈ ਕਿ ਇਹਨਾਂ ਵਾਰਾਂ ਵਿੱਚ ਨਾਇਕ ਅਤੇ ਪ੍ਰਤੀਨਾਇਕ ਦੀ ਟੱਕਰ ਸਥੂਲ ਅਤੇ ਸੂਖਮ ਦੋਵਾਂ ਰੂਪਾਂ ਵਿੱਚ ਹੁੰਦੀ ਹੈ। ਠੀਕ ਹੈ ਜੀ। ਵੀਰ ਰਸੀ ਜਾਂ ਲੋਕ ਵਾਰਾਂ ਦੀ ਗੱਲ ਕਰ ਲਓ ਚਾਹੇ ਅਧਿਆਤਮਿਕ ਵਾਰਾਂ ਦੀ ਗੱਲ ਕਰ ਲਓ, ਇਹਨਾਂ ਦੇ ਵਿੱਚ ਨਾਇਕ ਅਤੇ ਪ੍ਰਤੀਨਾਇਕ, ਨਾਇਕ ਕਹਿੰਦੇ ਹੀਰੋ ਨੂੰ, ਪ੍ਰਤੀਨਾਇਕ ਕਹਿੰਦੇ ਵਿਲੇਨ ਨੂੰ, ਜੋ ਗੁੰਡਾ ਹੁੰਦਾ ਹੈ। ਠੀਕ ਹੈ। ਜੋ ਬੁਰੇ ਵਿਚਾਰ ਹੁੰਦੇ ਆ, ਇਹਨਾਂ ਦੀ ਟੱਕਰ ਕਿਵੇਂ ਹੁੰਦੀ ਹੈ? ਸਥੂਲ ਅਤੇ ਸੂਖਮ ਰੂਪ ਵਿੱਚ। ਹੁਣ ਦੇਖੋ ਦੋ ਸ਼ਬਦ ਆਏ ਹੈ, ਸਥੂਲ ਅਤੇ ਸੂਖਮ। ਸਥੂਲ ਅਤੇ ਸੂਖਮ ਕੀ ਹੁੰਦੇ ਹੈ? ਸਥੂਲ ਅਤੇ ਸੂਖਮ। ਅਗਰ ਸਥੂਲ ਦਾ ਮਤਲਬ ਹੁੰਦਾ ਸਾਹਮਣੇ, ਸਾਕਸ਼ਾਤ। ਠੀਕ ਹੈ।
ਸੂਖਮ ਦਾ ਮਤਲਬ ਹੁੰਦਾ ਅੰਦਰੂਨੀ ਜਾਂ ਬਾਰੀਕੀ ਨਾਲ। ਅਗਰ ਕੋਈ ਵਾਰ ਵੀਰ ਰਸੀ ਹੈ, ਠੀਕ ਹੈ ਜੀ, ਤਾਂ ਉਹਦੇ ਵਿੱਚ ਜੋ ਯੁੱਧ ਦਾ ਜਾਂ ਕੋਈ ਲੜਾਈ ਦਾ ਵਰਣਨ ਹੋਊਗਾ ਉਹ ਸਥੂਲ ਹੋਊਗਾ, ਆਪਣੇ ਸਾਹਮਣੇ ਹੋ ਰਹੀ ਹੋ ਕੋਈ ਲੜਾਈ ਹੋਵੇ, ਠੀਕ ਹੈ। ਵੀਰ ਰਸੀ ਦੇ ਵਾਰ ਦੇ ਵਿੱਚ ਕੋਈ ਜੰਗ ਜਾਂ ਯੁੱਧ ਹੋ ਰਹੀ ਹੈ, ਆਪਣੇ ਅੱਖਾਂ ਦੇ ਸਾਹਮਣੇ ਹੁੰਦੀ, ਸਾਕਸ਼ਾਤ ਹੁੰਦੀ ਹੈ, ਤਾਂ ਉਹ ਸਥੂਲ ਹੋਊਗੀ ਟੱਕਰ। ਅਗਰ ਵਾਰ ਅਧਿਆਤਮਿਕ ਹੈ, ਠੀਕ ਹੈ, ਅਧਿਆਤਮਿਕ ਵਾਰ ਹੈ, ਤਾਂ ਅਧਿਆਤਮਿਕ ਵਾਰਾਂ ਤੁਹਾਨੂੰ ਪਤਾ ਹੀ ਆਤਮਾ ਪਰਮਾਤਮਾ ਨਾਲ ਸੰਬੰਧਿਤ ਹੁੰਦੀਆਂ, ਆਪਣੇ ਮਨ ਦੇ ਅੰਦਰ ਵਿਚਾਰ ਹੁੰਦੇ ਆ, ਤਾਂ ਇਹਦੇ ਵਿੱਚ ਇਹ ਸੂਖਮ ਤਰ੍ਹਾਂ ਦੀ ਵਾਰ ਹੋਊਗੀ, ਠੀਕ ਹੈ। ਇਹਦੇ ਵਿੱਚ ਸੂਖਮ ਵਿਚਾਰ ਹੋਣਗੇ ਜੋ ਕਿ ਆਪਣੇ ਸਾਹਮਣੇ ਨਾ ਹੋ ਕੇ ਆਪਣੇ ਮਨ ਦੇ ਅੰਦਰਲੇ ਵਿਚਾਰਾਂ ਦੀ ਗੱਲ ਪੇਸ਼ ਕੀਤੀ ਹੋਊਗੀ, ਸੂਖਮ ਵਿਚਾਰਾਂ ਦੀ। ਸੂਖਮ ਦਾ ਮਤਲਬ ਹੁੰਦਾ ਸੂਖਮ, ਬਾਰੀਕ, ਠੀਕ ਹੈ, ਮੈਂ ਹਿੰਦੀ 'ਚ ਵੀ ਦੱਸਦਾ। ਯਾਨੀ ਕਿ ਇਹਨਾਂ ਵਾਰਾਂ ਦੇ ਵਿੱਚ ਨਾਇਕ ਅਤੇ ਪ੍ਰਤੀਨਾਇਕ ਦੀ ਟੱਕਰ, ਯਾਨੀ ਕਿ ਹੀਰੋ ਅਤੇ ਵਿਲੇਨ ਦੀ ਟੱਕਰ ਸਥੂਲ ਅਤੇ ਸੂਖਮ ਰੂਪ ਦੇ ਵਿੱਚ ਹੋ ਸਕਦੀ ਹੈ। ਅਗਰ ਕੋਈ ਆਪਣੇ ਸਾਹਮਣੇ ਹੋ ਰਹੀ ਹੈ ਵੀਰ ਰਸੀ ਵਾਰ ਦੇ ਵਿੱਚ, ਇੱਕ ਚੰਗੀ ਧਿਰ ਹੈ ਇੱਕ ਮਾੜੀ ਧਿਰ ਹੈ, ਤਾਂ ਉਹ ਤਾਂ ਹੋਊਗੀ ਸਥੂਲ ਰੂਪ ਦੇ ਵਿੱਚ, ਯਾਨੀ ਕਿ ਇੱਕ ਚੰਗੇ ਲੋਕ ਹੈ ਇੱਕ ਮਾੜੇ ਲੋਕ ਆਪਸ ਵਿੱਚ ਲੜ ਰਹੇ ਹੈ। ਅਗਰ ਆਪਣੇ ਮਨ ਦੇ ਵਿੱਚ ਚੰਗੇ ਅਤੇ ਮਾੜੇ ਵਿਚਾਰਾਂ ਦੇ ਬਾਰੇ ਵਿੱਚ ਟੱਕਰ ਹੋ ਰਹੀ ਹੈ ਤਾਂ ਉਹ ਹੋਗੀ ਸੂਖਮ ਰੂਪ ਦੇ ਵਿੱਚ, ਸੂਖਮ ਰੂਪ ਦੇ ਵਿੱਚ, ਠੀਕ ਹੈ। ਜੋ ਆਪਣੇ ਚੰਗੇ ਵਿਚਾਰ ਹੈ ਉਹ ਨਾਇਕ ਹੈ, ਹੀਰੋ ਹੈ, ਜੋ ਆਪਣੇ ਬੁਰੇ ਵਿਚਾਰ ਹੈ ਉਹ ਪ੍ਰਤੀਨਾਇਕ ਹੈ, ਯਾਨੀ ਕਿ ਵਿਲੇਨ ਹੈ, ਠੀਕ ਹੈ ਜੀ। ਤਾਂ ਇਹ ਸੀ ਵਾਰਾਂ ਦੇ ਪ੍ਰਕਾਰ, ਵੀਰ ਰਸੀ ਵਾਰਾਂ ਜਾਂ ਲੋਕ ਵਾਰਾਂ, ਔਰ ਦੂਸਰੀਆਂ ਸੀ ਅਧਿਆਤਮਿਕ ਵਾਰਾਂ। ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ, ਦੇਖੋ ਇੱਥੇ ਥੋੜ੍ਹੀ ਜਿਹੀ ਗੱਲ ਸਮਝਣ ਵਾਲੀ ਹੈ ਚੰਗੀ ਤਰ੍ਹਾਂ, ਕਿ ਵਾਰ ਦੇ ਵਿੱਚ ਮੁੱਖ ਰੂਪ ਨਾਲ 6 ਤੱਤ ਹੋਣੇ ਜ਼ਰੂਰੀ ਹੈ। ਵਾਰ ਦੇ ਵਿੱਚ ਮੁੱਖ ਰੂਪ ਨਾਲ ਕਿੰਨੇ ਤੱਤ ਹੋਣੇ ਜ਼ਰੂਰੀ ਹੈ? 6 ਤੱਤ। ਯਾਨੀ ਕਿ ਕੋਈ ਵੀ ਵਾਰ ਫੇਰ ਹੀ ਵਾਰ ਬਣੂਗੀ ਅਗਰ ਉਹਦੇ ਵਿੱਚ 6 ਤੱਤ ਹੈ। ਉਹ 6 ਤੱਤ ਕਿਹੜੇ ਕਿਹੜੇ ਹੈ? ਵਸਤੂ ਵਿਧਾਨ, ਨਾਇਕ ਦਾ ਜਸ਼ ਗਾਇਨ, ਛੰਦ ਵਿਧਾਨ, ਰਸ ਤੇ ਅਲੰਕਾਰ, ਇਤਿਹਾਸਿਕਤਾ ਤੇ ਭਾਸ਼ਾ। ਇਹ 6 ਤੱਤ ਅਗਰ ਉਸ ਵਾਰ ਦੇ ਵਿੱਚ ਹੈ ਤਾਂ ਹੀ ਉਹ ਵਾਰ ਕਹਿਲਾਊਗੀ। ਮੁੱਖ ਰੂਪ ਨਾਲ ਇਹ 6 ਤੱਤ ਵਾਰ ਦੇ ਵਿੱਚ ਹੋਣੇ ਜ਼ਰੂਰੀ ਹੈ, ਠੀਕ ਹੈ ਜੀ। ਵਾਰ ਦੇ ਵਿੱਚ ਕਿੰਨੇ ਤੱਤ ਹੋਣੇ ਜ਼ਰੂਰੀ ਹੈ? ਅਗਰ ਪੇਪਰ 'ਚ ਸਿੱਧਾ ਪ੍ਰਸ਼ਨ ਆ ਜਾਏ ਕਿ ਵਾਰ ਦੇ ਵਿੱਚ ਮੁੱਖ ਰੂਪ ਨਾਲ ਕਿੰਨੇ ਤੱਤ ਹੋਣੇ ਜ਼ਰੂਰੀ ਹੈ, ਤਾਂ ਕਿੰਨੇ ਜ਼ਰੂਰੀ ਹੈ? 6। 6 ਤੱਤ ਕਿਹੜੇ ਕਿਹੜੇ ਹੈ? ਵਸਤੂ ਵਿਧਾਨ, ਨਾਇਕ ਦਾ ਜਸ਼ ਗਾਣ, ਛੰਦ ਵਿਧਾਨ, ਰਸ ਤੇ ਅਲੰਕਾਰ, ਇਤਿਹਾਸਿਕਤਾ ਤੇ ਭਾਸ਼ਾ। ਇਹ 6 ਤੱਤਾਂ ਦੇ ਤੁਹਾਨੂੰ ਨਾਮ ਵੀ ਯਾਦ ਹੋਣੇ ਜ਼ਰੂਰੀ ਹੈ। ਵਾਰ ਦੇ ਵਿੱਚ ਇਹ 6 ਤੱਤਵ ਜ਼ਰੂਰੀ ਹੈ, ਠੀਕ ਹੈ ਜੀ। ਇਹ 6 ਤੱਤਵ ਹੈ ਕੀ ਕੁਛ, ਇਹਨਾਂ ਦੀ ਵੀ ਆਪਾਂ ਅੱਗੇ ਵਿਆਖਿਆ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵਸਤੂ ਵਿਧਾਨ ਦੇ ਬਾਰੇ, ਕਿ ਵਸਤੂ ਵਿਧਾਨ ਕੀ ਚੀਜ਼ ਹੈ। ਤਾਂ ਦੇਖੋ, ਵਸਤੂ ਵਿਧਾਨ ਤੋਂ ਭਾਵ ਇਹ ਹੈ ਕਿ ਜਦੋਂ ਆਪਾਂ ਕੋਈ ਵੀ ਵਾਰ ਲਿਖਣਾ ਸਟਾਰਟ ਕਰਦੇ ਹਾਂ, ਚਾਹੇ ਉਹ ਅਧਿਆਤਮਿਕ ਵਾਰ ਹੈ ਚਾਹੇ ਉਹ ਵੀਰ ਰਸੀ ਵਾਰ ਹੈ, ਤਾਂ ਉਹਦਾ ਇੱਕ ਵਸਤੂ ਵਿਧਾਨ ਹੋਣਾ ਚਾਹੀਦਾ, ਉਹਦੀ ਇੱਕ ਸ਼ੀਰਸ਼ਕ ਹੋਣਾ ਚਾਹੀਦਾ, ਆਪਣੇ ਕੋਲ ਇੱਕ ਟੌਪਿਕ ਹੋਣਾ ਚਾਹੀਦਾ ਕਿ ਇਹ ਵਾਰ ਕਾਹਦੇ ਉੱਤੇ ਲਿਖ ਰਹੇ ਹਾਂ ਆਪਾਂ, ਠੀਕ ਹੈ ਜੀ। ਉਸ ਵਾਰ ਦਾ ਕੋਈ ਨਾ ਕੋਈ ਆਪਣੇ ਕੋਲ ਸ਼ੀਰਸ਼ਕ ਜ਼ਰੂਰੀ ਹੈ, ਉਸ ਦੀ ਵਸਤੂ ਹੋਣੀ ਜ਼ਰੂਰੀ ਹੈ, ਵਸਤੂ ਵਿਧਾਨ, ਫਿਰ ਹੀ ਆਪਾਂ ਸ਼ੀਰਸ਼ਕ ਤੋਂ ਅੱਗੇ ਵਾਰ ਲਿਖ ਸਕਾਂਗੇ, ਠੀਕ ਹੈ ਜੀ। ਆ ਮੈਂ ਕੀ ਲਿਖਿਆ? ਵਸਤੂ ਵਿਧਾਨ ਨੂੰ ਅੱਗੇ 3 ਹਿੱਸਿਆਂ ਵਿੱਚ ਵੰਡਿਆ ਹੈ। ਦੇਖੋ, ਵਾਰ ਦੇ ਮੁੱਖ ਰੂਪ ਨਾਲ 6 ਤੱਤ ਹੈ, ਇਧਰਲੇ ਪਾਸੇ ਮੈਂ ਲਿਖਿਆ ਤੁਹਾਨੂੰ ਪਤਾ ਹੀ ਹੈ, ਠੀਕ ਹੈ। ਆਹ 6 ਤੱਤ ਵਾਰ ਦੇ ਹੈਗੇ ਆ, ਇਹ ਜ਼ਰੂਰੀ ਹੈ। ਉਸ ਤੋਂ ਅੱਗੇ ਆਪਾਂ ਵਸਤੂ ਵਿਧਾਨ ਦੀ ਵਿਆਖਿਆ ਕਰ ਰਹੇ ਸੀ ਕਿ ਵਸਤੂ ਵਿਧਾਨ ਕੀ ਹੈ। ਤਾਂ ਵਸਤੂ ਵਿਧਾਨ ਇਹ ਹੈ ਕਿ ਕੋਈ ਵੀ ਆਪਾਂ ਵਾਰ ਨੂੰ ਲਿਖਣਾ ਸਟਾਰਟ ਕਰਦੇ ਹਾਂ ਤਾਂ ਉਹਦਾ ਇੱਕ ਵਸਤੂ ਵਿਧਾਨ, ਯਾਨੀ ਕਿ ਉਹਦਾ ਇੱਕ ਟੌਪਿਕ, ਉਹਦਾ ਇੱਕ ਸ਼ੀਰਸ਼ਕ ਹੋਣਾ ਆਪਣੇ ਕੋਲ ਜ਼ਰੂਰੀ ਹੈ। ਅੱਗੇ ਵਸਤੂ ਵਿਧਾਨ ਨੂੰ ਵੀ 3 ਪਾਰਟਾਂ ਦੇ ਵਿੱਚ ਵੰਡਿਆ ਹੋਇਆ ਹੈ। ਕਿਹੜੇ ਕਿਹੜੇ? ਮੰਗਲਾਚਰਨ, ਕਥਾ ਵਸਤੂ ਤੇ ਮਹਾਤਮ। ਵਸਤੂ ਵਿਧਾਨ ਨੂੰ ਵੀ ਅੱਗੇ 3 ਪਾਰਟਾਂ 'ਚ ਵੰਡਿਆ ਹੈ, ਧਿਆਨ ਰੱਖਿਓ ਥੋੜ੍ਹਾ ਜਿਹਾ ਇਸ ਗੱਲ ਦਾ। ਕਿਹੜੇ ਕਿਹੜਿਆਂ 'ਚ? ਇੱਕ ਵਾਰ ਦੇਖੋ, ਚੰਗੀ ਤਰ੍ਹਾਂ ਦੇਖੋ। ਵਸਤੂ ਵਿਧਾਨ ਨੂੰ ਅੱਗੇ ਕਿੰਨੇ ਭਾਗਾਂ ਵਿੱਚ ਵੰਡਿਆ ਹੈ? 3 ਭਾਗਾਂ 'ਚ ਵੰਡਿਆ ਹੈ, ਮੰਗਲਾਚਰਨ, ਕਥਾ ਵਸਤੂ ਤੇ ਮਹਾਤਮ। ਹੁਣ ਆਪਾਂ ਗੱਲ ਕਰਦੇ ਹਾਂ ਮੰਗਲਾਚਰਨ ਕੀ ਹੁੰਦਾ ਹੈ। ਮੰਗਲਾਚਰਨ ਉਹ ਹੁੰਦਾ ਪਰਮਾਤਮਾ ਦਾ ਨਾਮ ਲੈਣਾ, ਸਿਮਰਨ ਕਰਨਾ। ਯਾਨੀ ਕਿ ਜਦੋਂ ਆਪਾਂ ਕੋਈ ਵੀ ਵਾਰ ਲਿਖਣੀ ਸਟਾਰਟ ਕਰਦੇ ਹਾਂ ਤਾਂ ਲਿਖਣ ਤੋਂ ਪਹਿਲਾਂ ਮੰਗਲਾਚਰਨ ਕਰਾਂਗੇ, ਮੰਗਲਾਚਰਨ ਲਿਖਾਂਗੇ, ਯਾਨੀ ਕਿ ਪਰਮਾਤਮਾ ਦੀ ਭਜਨ ਬੰਦਗੀ ਨਾਲ ਜੁੜੇ ਹੋਏ ਕੁਝ ਸ਼ਬਦ ਲਿਖਾਂਗੇ ਕਿ ਹੇ ਪਰਮਾਤਮਾ, ਮੈਂ ਆਹ ਵਾਰ ਲਿਖਣ ਲੱਗਿਆ ਹਾਂ, ਤੂੰ ਮੇਰੀ ਕਲਮ ਨੂੰ ਤਾਕਤ ਬਖਸ਼ੀ, ਮੈਨੂੰ ਹੌਸਲਾ ਬਖਸ਼ੀ ਕਿ ਮੈਂ ਇਸ ਨੂੰ ਚੰਗੇ ਅਤੇ ਸੁਚਾਰੂ ਰੂਪ ਨਾਲ ਲਿਖ ਸਕਾਂ। ਯਾਨੀ ਕਿ ਆਪਣੇ ਇਸ਼ਟ ਨੂੰ ਯਾਦ ਕਰਨਾ ਮੰਗਲਾਚਰਨ ਕਹਿਲਾਉਂਦਾ ਹੈ। ਜਿਵੇਂ ਆਪਾਂ ਕੋਈ ਵੀ ਸ਼ੁਭ ਕੰਮ ਕਰਦੇ ਹਾਂ ਤਾਂ ਉਸ ਤੋਂ ਪਹਿਲਾਂ ਪਰਮਾਤਮਾ ਦੀ ਜੋ ਭਜਨ ਬੰਦਗੀ ਕਰਦੇ ਹਾਂ, ਆਪਣੇ ਇਸ਼ਟ ਨੂੰ ਯਾਦ ਕਰਦੇ ਹਾਂ, ਉਸ ਨੂੰ ਹੀ ਮੰਗਲਾਚਰਨ ਕਿਹਾ ਜਾਂਦਾ ਹੈ। ਕਿ ਵਾਰ ਲਿਖਣ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਮੰਗਲਾਚਰਨ ਲਿਖਣਾ ਜ਼ਰੂਰੀ ਹੈ, ਠੀਕ ਹੈ ਜੀ। ਇਹ ਵਸਤੂ ਵਿਧਾਨ ਦੇ ਅੱਗੇ 3 ਹਿੱਸੇ ਹੈ। ਦੂਸਰਾ ਹੈ ਕਥਾ ਵਸਤੂ, ਠੀਕ ਹੈ ਜੀ। ਦੂਸਰਾ ਕੀ ਹੈ? ਕਥਾ ਵਸਤੂ। ਯਾਨੀ ਕਿ ਜਦੋਂ ਆਪਾਂ ਕੋਈ ਵਾਰ ਲਿਖਣ ਲੱਗੇ ਹਾਂ ਤਾਂ ਉਹਦੀ ਇੱਕ ਕਥਾ ਵਸਤੂ ਹੋਣੀ ਚਾਹੀਦੀ ਹੈ, ਭਾਵੇਂ ਇੱਕ ਟੌਪਿਕ, ਜਿਵੇਂ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ, ਉਹਦਾ ਇੱਕ ਟੌਪਿਕ ਹੋਣਾ ਚਾਹੀਦਾ, ਉਸ ਨਾਲ ਜੁੜੀ ਹੋਈ ਵਾਰ ਆਪਾਂ ਅੱਗੇ ਸਟਾਰਟ ਕਰਾਂਗੇ। ਅੱਗੇ ਕਥਾ ਵਸਤੂ ਨੂੰ ਵੀ 3 ਪਾਰਟਾਂ 'ਚ ਵੰਡਿਆ ਹੈ, ਠੀਕ ਹੈ।
ਕਥਾ ਵਸਤੂ ਦੇ ਵੀ ਅੱਗੇ ਤਿੰਨ ਪਾਰਟ ਹੈ। ਦੇਖੋ ਫਿਰ ਧਿਆਨ ਨਾਲ ਦੇਖੋ, ਇੱਥੇ ਬੰਦਾ ਬਹੁਤ ਉਲਝ ਜਾਂਦਾ ਹੈ। ਵਾਰ ਵਿੱਚ ਮੁੱਖ ਰੂਪ ਨਾਲ 6 ਤੱਤ ਹੋਣੇ ਜ਼ਰੂਰੀ ਹੈ। ਆ 6 ਦੇ 6 ਤੱਤ ਮੈਂ ਇੱਧਰ ਲਿਖਤੇ, ਠੀਕ ਹੈ ਜੀ। ਵਾਰ ਵਿੱਚ ਮੁੱਖ ਰੂਪ ਨਾਲ ਇਹ 6 ਤੱਤ ਹੋਣੇ ਜ਼ਰੂਰੀ ਹੈ। ਆਪਾਂ ਵਿਆਖਿਆ ਕਿਹੜੀ ਦੀ ਕਰ ਰਹੇ ਸੀ? ਵਸਤੂ ਵਿਧਾਨ ਦੀ। ਵਸਤੂ ਵਿਧਾਨ ਨੂੰ ਅੱਗੇ ਤਿੰਨ ਹਿੱਸਿਆਂ 'ਚ ਵੰਡਿਆ। ਪਹਿਲਾ ਹਿੱਸਾ ਹੈ ਮੰਗਲਾਚਰਣ। ਮੰਗਲਾਚਰਣ ਕੀ ਹੈ ਮੈਂ ਤੁਹਾਨੂੰ ਦੱਸਤਾ। ਦੂਜਾ ਹਿੱਸਾ ਹੈ ਕਥਾ ਵਸਤੂ। ਕਥਾ ਵਸਤੂ ਕੀ ਹੈ? ਯਾਨੀ ਕਿ ਕੋਈ ਵੀ ਵਾਰ ਆਪਾਂ ਲਿਖਣ ਲੱਗੇ ਹਾਂ ਉਹਦੀ ਇੱਕ ਕਥਾ ਵਸਤੂ ਹੋਣੀ ਜ਼ਰੂਰੀ ਹੈ, ਉਹਦਾ ਇੱਕ ਟਾਈਟਲ ਹੋਣਾ ਜ਼ਰੂਰੀ ਹੈ। ਅੱਗੇ ਕਥਾ ਵਸਤੂ ਨੂੰ ਵੀ ਆ ਤਿੰਨ ਭਾਗਾਂ ਵਿੱਚ ਵੰਡਿਆ ਹੈ, ਠੀਕ ਹੈ। ਕਥਾ ਵਸਤੂ ਦੇ ਆਪਾਂ ਤਿੰਨ ਭਾਗਾਂ ਦੇ ਬਾਰੇ ਬਾਅਦ 'ਚ ਗੱਲ ਕਰਾਂਗੇ। ਪਹਿਲਾਂ ਆਪਾਂ ਵਸਤੂ ਵਿਧਾਨ ਦਾ ਤੀਜਾ ਭਾਗ ਦੇਖ ਲਈਏ, ਮਹਾਤਮ। ਯਾਨੀ ਕਿ ਮਹਾਤਮ ਕੀ ਹੁੰਦਾ? ਮਹਾਤਮ ਦਾ ਭਾਵ ਇਹ ਹੁੰਦਾ ਹੈ ਕਿ ਜਦੋਂ ਵਾਰ ਖਤਮ ਹੋਊਗੀ ਤਾਂ ਉਸ ਵਾਰ ਤੋਂ ਆਪਾਂ ਨੂੰ ਕੋਈ ਨਾ ਕੋਈ ਸੰਦੇਸ਼ ਮਿਲਣਾ ਚਾਹੀਦਾ ਹੈ, ਠੀਕ ਹੈ, ਕੋਈ ਨਾ ਕੋਈ ਮੈਸੇਜ ਮਿਲਣਾ ਚਾਹੀਦਾ ਹੈ। ਵਸਤੂ ਵਿਧਾਨ ਦੇ ਤਿੰਨ ਪੱਖ ਤੁਸੀਂ ਸਮਝ ਗਏ। ਮੰਗਲਾਚਰਨ ਯਾਨੀ ਕਿ ਪਰਮਾਤਮਾ ਦੀ ਇਸ਼ਟ ਦੀ ਬੰਦਗੀ ਕਰਨਾ। ਕਥਾ ਵਸਤੂ ਵਾਰ ਦਾ ਕੋਈ ਨਾ ਕੋਈ ਟਾਈਟਲ, ਕੋਈ ਨਾ ਕੋਈ ਟੌਪਿਕ ਹੋਣਾ ਚਾਹੀਦਾ ਹੈ। ਮਹਾਤਮ ਉਸ ਵਾਰ ਤੋਂ ਸਾਨੂੰ ਕੋਈ ਨਾ ਕੋਈ ਸੰਦੇਸ਼ ਮਿਲਣਾ ਚਾਹੀਦਾ ਹੈ, ਠੀਕ ਹੈ ਜੀ। ਹੁਣ ਆਪਾਂ ਜਿਹੜੇ ਕਥਾ ਵਸਤੂ ਦੇ ਤਿੰਨ ਸੀਗੇ ਪੱਖ, ਆਪਾਂ ਇਹਨਾਂ ਦੀ ਗੱਲ ਕਰਦੇ ਹਾਂ। ਇਹਨਾਂ ਵਿੱਚ ਪਹਿਲਾ ਕੀ ਹੈ? ਪਹਿਲਾ ਹੈ ਸ਼ੰਕਾ। ਦੇਖੋ ਸ਼ੰਕਾ ਕਿਹਨੂੰ ਕਹਿੰਦੇ ਆ? ਸ਼ੰਕਾ ਦੇ ਵਿੱਚ ਦੱਸਿਆ ਜਾਂਦਾ ਹੈ, ਸ਼ੰਕਾ ਤੋਂ ਭਾਵ ਇਹ ਹੈ ਕਿ ਜਿਹੜੀ ਇਹ ਵਾਰ ਹੈ, ਠੀਕ ਹੈ ਜੀ, ਜਿਹੜੀ ਇਹ ਵਾਰ, ਇਸ ਵਾਰ ਦੇ ਵਿੱਚ ਜਿਹੜੇ ਆਪਾਂ ਯੁੱਧ ਜਾਂ ਜੰਗ ਦਾ ਵਰਣਨ ਕਰ ਰਹੇ ਹਾਂ, ਇਹ ਯੁੱਧ ਦੇ ਕਾਰਨ ਕੀ ਹੈ? ਯੁੱਧ ਦੇ ਕਾਰਨਾਂ ਦੇ ਉੱਪਰ ਚਾਨਣਾ ਪਾਇਆ ਜਾਂਦਾ ਹੈ। ਉਹਨਾਂ ਦੇ ਕਾਰਨਾਂ ਦੇ ਬਾਰੇ ਆਪਾਂ ਨੂੰ ਸ਼ੰਕਾ ਦੇ ਵਿੱਚ ਦੱਸਿਆ ਜਾਂਦਾ ਹੈ, ਠੀਕ ਹੈ ਜੀ। ਉਸ ਤੋਂ ਅੱਗੇ ਹੈ ਸੰਘਰਸ਼। ਸੰਘਰਸ਼ ਦੇ ਵਿੱਚ ਕੀ ਹੈ? ਆਪਾਂ ਨੂੰ ਉਹ ਵਾਰ ਦੇ ਵਿੱਚ ਜੋ ਯੁੱਧ ਹੁੰਦਾ, ਲੜਾਈ ਹੁੰਦੀ, ਉਸ ਲੜਾਈ ਦੇ ਸੀਨ ਦਿਖਾਏ ਜਾਂਦੇ ਆ ਕਿ ਕਿਵੇਂ ਇੱਕ ਦੂਜੇ ਦਾ ਮੁਕਾਬਲਾ ਕੀਤਾ, ਕਿਵੇਂ ਇੱਕ ਦੂਜੇ ਨੂੰ ਮਾਰਿਆ, ਕਿਵੇਂ ਖੂਨ ਖਰਾਬਾ ਹੋਇਆ, ਠੀਕ ਹੈ, ਕਿਸ ਤਰ੍ਹਾਂ ਦੀ ਲੜਾਈ ਹੋਈ, ਉਸ ਸੰਘਰਸ਼ ਨੂੰ ਪੇਸ਼ ਕੀਤਾ ਜਾਂਦਾ ਹੈ। ਤੀਸਰਾ ਹੈ ਸਮਾਧਾਨ। ਸਮਾਧਾਨ ਤੋਂ ਭਾਵ ਹੈ ਕਿ ਲਾਸਟ 'ਚ ਨਤੀਜਾ ਕੀ ਨਿਕਲਿਆ, ਸਿੱਟਾ ਕੀ ਨਿਕਲਿਆ ਇਸ ਯੁੱਧ ਦਾ, ਠੀਕ ਹੈ। ਕਥਾ ਵਸਤੂ ਦੇ ਅੱਗੇ ਤਿੰਨ ਪੱਖ ਸੀਗੇ। ਪਹਿਲਾ ਸ਼ੰਕਾ ਯਾਨੀ ਕਿ ਯੁੱਧ ਦੇ ਕਾਰਨਾਂ ਦੇ ਬਾਰੇ ਦੱਸਿਆ ਜਾਂਦਾ ਕਿ ਯੁੱਧ ਕਿਉਂ ਹੋ ਰਿਹਾ ਹੈ। ਸੰਘਰਸ਼ ਦੇ ਵਿੱਚ ਉਹ ਯੁੱਧ ਦੇ ਸੀਨ ਦਿਖਾਏ ਜਾਂਦੇ ਹੈ, ਔਰ ਸਮਾਧਾਨ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਯੁੱਧ ਦਾ ਨਤੀਜਾ ਕੀ ਨਿਕਲਿਆ। ਇੱਕ ਵਾਰ ਫਿਰ ਦੇਖੋ, ਮੈਂ ਤੁਹਾਨੂੰ ਫਿਰ ਦੱਸ ਰਿਹਾ, ਇੱਥੋਂ ਪ੍ਰਸ਼ਨ ਜਦੋਂ ਪੁੱਟ ਹੋਊਗਾ ਤਾਂ ਇੱਥੇ ਬੰਦਾ ਜ਼ਿਆਦਾ ਉਲਝਦਾ ਹੈ, ਕਿਉਂਕਿ ਵਾਰ ਦੇ ਮੁੱਖ ਰੂਪ ਨਾਲ ਆਪਾਂ ਨੂੰ ਕਿੰਨੇ ਤੱਤ ਦੱਸੇ ਹੈ? 6 ਤੱਤ ਹੋਣੇ ਚਾਹੀਦੇ। ਅਗਰ 6 ਤੱਤ ਹੈ ਫਿਰ ਹੀ ਉਹ ਵਾਰ ਬਣੂਗੀ, ਠੀਕ ਹੈ। 6 ਤੱਤਾਂ ਦੇ ਬਾਰੇ ਮੈਂ ਤੁਹਾਨੂੰ ਦੱਸਤਾ, ਜਿਹਦੇ ਵਿੱਚੋਂ ਪਹਿਲਾ ਵਸਤੂ ਵਿਧਾਨ ਬਾਰੇ ਆਪਾਂ ਪੜ੍ਹ ਰਹੇ ਸੀ। ਵਸਤੂ ਵਿਧਾਨ ਦਾ ਭਾਵ ਹੁੰਦਾ ਹੈਗਾ ਕਿ ਉਸ ਵਾਰ ਦੀ ਜੋ ਕਹਾਣੀ ਕੀ ਹੈ, ਉਹਦਾ ਟੌਪਿਕ ਕੀ ਹੈ। ਵਸਤੂ ਵਿਧਾਨ ਨੂੰ ਵੀ ਅੱਗੇ ਤਿੰਨ ਭਾਗਾਂ 'ਚ ਵੰਡਿਆ ਹੈ। ਪਹਿਲਾ ਮੰਗਲਾਚਰਨ ਯਾਨੀ ਕਿ ਆਪਣੇ ਇਸ਼ਟ ਦੀ ਆਰਾਧਨਾ ਕਰਨਾ। ਦੂਜਾ ਕਥਾ ਵਸਤੂ ਯਾਨੀ ਕਿ ਵਾਰ ਦਾ ਕੋਈ ਨਾ ਕੋਈ ਟੌਪਿਕ ਹੋਣਾ ਜ਼ਰੂਰੀ ਹੈ। ਤੀਜਾ ਹੈ ਮਹਾਤਮ ਯਾਨੀ ਕਿ ਵਾਰ ਤੋਂ ਕੋਈ ਨਾ ਕੋਈ ਆਪਾਂ ਨੂੰ ਸੰਦੇਸ਼ ਮਿਲਣਾ ਚਾਹੀਦਾ ਹੈ, ਠੀਕ ਹੈ। ਅੱਗੇ ਜੋ ਕਥਾ ਵਸਤੂ ਸੀ, ਕਥਾ ਵਸਤੂ ਨੂੰ ਵੀ ਅੱਗੇ ਤਿੰਨ ਭਾਗਾਂ 'ਚ ਵੰਡਿਆ, ਸ਼ੰਕਾ, ਸੰਘਰਸ਼ ਤੇ ਸਮਾਧਾਨ। ਸ਼ੰਕਾ ਦੇ ਬਾਰੇ ਮੈਂ ਤੁਹਾਨੂੰ ਦੱਸਤਾ ਕਿ ਯੁੱਧ ਕਿਉਂ ਹੋ ਰਿਹਾ ਵਾਰ ਦੇ ਵਿੱਚ। ਜੋ ਵਾਰ ਆਪਾਂ ਲਿਖੀ ਹੁੰਦੀ ਹੈ, ਉਹ ਜਿਹੜਾ ਉਹਦੇ ਵਿੱਚ ਯੁੱਧ ਲਿਖਿਆ ਹੁੰਦਾ ਹੈ, ਉਹ ਯੁੱਧ ਦੇ ਕਾਰਨ ਕੀ ਸੀ, ਉਹਦੇ ਕਾਰਨਾਂ ਬਾਰੇ ਦੱਸਿਆ ਹੁੰਦਾ ਹੈ। ਸੰਘਰਸ਼ ਦੇ ਵਿੱਚ ਲੜਾਈ ਦਾ ਸੀਨ ਪੇਸ਼ ਕੀਤੇ ਹੁੰਦੇ, ਉਹ ਟੱਕਰ ਦਿਖਾਈ ਗਈ ਹੁੰਦੀ ਹੈ। ਸਮਾਧਾਨ ਦੇ ਵਿੱਚ ਦੱਸਿਆ ਹੁੰਦਾ ਕਿ ਉਹ ਯੁੱਧ ਦਾ ਨਤੀਜਾ ਕੀ ਨਿਕਲਿਆ, ਠੀਕ ਹੈ ਜੀ। ਇਹ ਚੀਜ਼ਾਂ ਦੇ ਬਾਰੇ ਆਪਾਂ ਨੂੰ ਦੱਸਿਆ ਹੁੰਦਾ ਹੈ। ਤਾਂ ਇਹ ਤਾਂ ਸੀ ਵਸਤੂ ਵਿਧਾਨ, ਠੀਕ ਹੈ ਜੀ। ਵਸਤੂ ਵਿਧਾਨ ਦੇ ਬਾਰੇ ਤੁਹਾਨੂੰ ਪਤਾ ਲੱਗ ਗਿਆ। ਪ੍ਰਸ਼ਨ ਕਿਵੇਂ ਵੀ ਪੁੱਟ ਹੋ ਸਕਦਾ ਹੈ ਕਿ ਵਸਤੂ ਵਿਧਾਨ ਨੂੰ ਅੱਗੇ ਕਿੰਨੇ ਪੱਖਾਂ ਵਿੱਚ ਵੰਡਿਆ? ਕਿੰਨੇ ਪੱਖਾਂ ਵਿੱਚ ਵੰਡਿਆ? ਤਿੰਨ ਪੱਖਾਂ ਵਿੱਚ ਵੰਡਿਆ। ਕਥਾ ਵਸਤੂ ਨੂੰ ਅੱਗੇ ਕਿੰਨੇ ਪੱਖਾਂ ਵਿੱਚ ਵੰਡਿਆ? ਕਥਾ ਵਸਤੂ ਨੂੰ ਕਿੰਨੇ ਪੱਖਾਂ 'ਚ ਵੰਡਿਆ? ਤਿੰਨ ਪੱਖਾਂ ਵਿੱਚ ਵੰਡਿਆ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਪੱਖ ਕਥਾ ਵਸਤੂ ਨਾਲ ਸੰਬੰਧਿਤ ਨਹੀਂ ਹੈ? ਇੱਕ ਲਿਖ ਦੇਣਗੇ ਸ਼ੰਕਾ, ਦੂਜਾ ਸੰਘਰਸ਼, ਤੀਜਾ ਸਮਾਧਾਨ, ਚੌਥਾ ਕੋਈ ਹੋਰ ਹੀ ਲਿਖ ਦੇਣਗੇ। ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਵਿੱਚੋਂ ਆਹ ਕਥਾ ਵਸਤੂ ਨਾਲ ਸੰਬੰਧਿਤ ਨਹੀਂ ਹੈ। ਜਾਂ ਪ੍ਰਸ਼ਨ ਇਹ ਵੀ ਆ ਸਕਦਾ ਹੈ ਕਿ ਇਹਨਾਂ ਵਿੱਚੋਂ ਵਸਤੂ ਵਿਧਾਨ ਦਾ ਪੱਖ ਨਹੀਂ ਹੈ, ਠੀਕ ਹੈ ਜੀ। ਪ੍ਰਸ਼ਨ ਇਹ ਵੀ ਆ ਸਕਦਾ ਹੈ ਕਿ ਹੇਠ ਲਿਖਿਆਂ ਵਿੱਚੋਂ ਵਸਤੂ ਵਿਧਾਨ ਦਾ ਪੱਖ ਨਹੀਂ ਹੈ। ਮੰਗਲਾਚਰਨ, ਕਥਾ ਵਸਤੂ, ਮਹਾਤਮ ਤੇ ਇੱਕ ਕੋਈ ਹੋਰ ਲਿਖ ਦੇਣਗੇ ਤਾਂ ਆਪਾਂ ਨੂੰ ਪਤਾ ਚੱਲ ਜੂਗਾ ਕਿ ਇਹ ਵਸਤੂ ਵਿਧਾਨ ਦਾ ਪੱਖ ਨਹੀਂ ਹੈ। ਜਾਂ ਪ੍ਰਸ਼ਨ ਇਸ ਤਰ੍ਹਾਂ ਵੀ ਆ ਸਕਦਾ ਹੈ ਕਿ ਹੇਠ ਲਿਖਿਆ ਵਿੱਚੋਂ ਕਿਹੜਾ ਵਾਰ ਦਾ ਤੱਤ ਨਹੀਂ ਹੈ, ਤਿੰਨ ਇਹਨਾਂ 'ਚੋਂ ਲਿਖ ਦੇਣਗੇ ਕੋਈ, ਇੱਕ ਕੋਈ ਹੋਰ ਲਿਖ ਦੇਣਗੇ। ਤਾਂ ਆਪਾਂ ਨੂੰ ਇਸ ਚੀਜ਼ ਦਾ ਧਿਆਨ ਹੋਣਾ ਬਹੁਤ ਜ਼ਰੂਰੀ ਹੈ, ਠੀਕ ਹੈ ਜੀ। ਤਾਂ ਆਪਾਂ ਵਸਤੂ ਵਿਧਾਨ ਦੇ ਬਾਰੇ ਤਾਂ ਆਪਾਂ ਪੜ੍ਹ ਲਿਆ, ਠੀਕ ਹੈ ਜੀ। ਜੋ ਹੁਣ ਆਪਾਂ ਪੜ੍ਹਾਂਗੇ ਉਹ ਪੜ੍ਹਾਂਗੇ ਆਪਾਂ ਨਾਇਕ ਦਾ ਜਸ਼ ਗਾਣ, ਯਾਨੀ ਕਿ ਨਾਇਕ ਦਾ ਜਸ਼ ਗਾਣ ਇਹ ਕੀ ਚੀਜ਼ ਹੈ, ਠੀਕ ਹੈ ਜੀ। ਤਾਂ ਨਾਇਕ ਦਾ ਜਸ਼ ਗਾਣ ਦੇ ਅੱਗੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਆਪਾਂ ਕਥਾ ਵਸਤੂ ਦੇ ਵਿੱਚ ਸੰਘਰਸ਼ ਵੇਖਦੇ ਹਾਂ, ਕਥਾ ਵਸਤੂ ਦੇ ਵਿੱਚ ਜਦੋਂ ਸੰਘਰਸ਼ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ, ਵਾਰ ਦੇ ਵਿੱਚ ਜੋ ਲੜਾਈ ਦੇ ਸੀਨ ਦੇਖਣ ਨੂੰ ਮਿਲਦੇ, ਟੱਕਰ ਦੇਖਣ ਨੂੰ ਮਿਲਦੀ ਹੈ ਦੋਵਾਂ ਧਿਰਾਂ ਦੀ, ਉਸ ਟੱਕਰ ਨੂੰ ਵਾਰ ਦੀ ਆਤਮਾ ਕਿਹਾ ਜਾਂਦਾ ਹੈ, ਠੀਕ ਹੈ। ਆ ਮੈਂ ਸਪੈਸ਼ਲ ਲਿਖਿਆ ਹੇਠਾਂ
ਕਿ ਟੱਕਰ ਨੂੰ ਵਾਰ ਦੀ ਆਤਮਾ ਕਹਿੰਦੇ ਹੈ। ਇਹ ਪ੍ਰਸ਼ਨ ਬਹੁਤ ਵਾਰ ਆਇਆ ਪੇਪਰ ਦੇ ਵਿੱਚ ਕਿ ਵਾਰ ਦੀ ਆਤਮਾ ਕਿਸ ਨੂੰ ਕਿਹਾ ਜਾਂਦਾ ਹੈ। ਤਾਂ ਵਾਰ ਦੀ ਆਤਮਾ ਕਿਸ ਨੂੰ ਕਿਹਾ ਜਾਂਦਾ ਹੈ? ਟੱਕਰ ਨੂੰ। ਕਿਉਂਕਿ ਅਗਰ ਵਾਰ ਦੇ ਵਿੱਚ ਟੱਕਰ ਨਹੀਂ ਹੈ ਤਾਂ ਉਹ ਵਾਰ ਨਹੀਂ ਕਹਿਲਾਊਗੀ। ਕਿਉਂਕਿ ਤੁਹਾਨੂੰ ਪਤਾ ਹੈ ਵਾਰ ਕਿਸੇ ਯੁੱਧ ਦਾ, ਕਿਸੇ ਜੰਗ ਦਾ ਵਰਣਨ ਹੁੰਦਾ ਹੈ, ਔਰ ਕਿਸੇ ਯੁੱਧ ਜਾਂ ਜੰਗ ਦੇ ਵਿੱਚ ਦੋਵਾਂ ਧਿਰਾਂ ਦੇ ਵਿੱਚ ਟੱਕਰ ਦਾ ਹੋਣਾ ਜ਼ਰੂਰੀ ਹੈ। ਇਸ ਕਰਕੇ ਟੱਕਰ ਨੂੰ ਵਾਰ ਦੀ ਆਤਮਾ ਕਿਹਾ ਜਾਂਦਾ ਹੈ। ਇਸ ਨੂੰ ਤੁਸੀਂ ਯਾਦ ਰੱਖਿਓ। ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ, ਵਸਤੂ ਵਿਧਾਨ ਪੜ੍ਹ ਲਿਆ ਸੀ। ਦੂਜਾ ਆਪਾਂ ਦੇਖਦੇ ਹਾਂ ਨਾਇਕ ਦਾ ਜਸ਼ ਗਾਇਨ। ਨਾਇਕ ਕਿਹਨੂੰ ਕਹਿੰਦੇ ਆ? ਜੋ ਆਪਣੀ ਵਾਰ ਦੇ ਵਿੱਚ, ਤੁਹਾਨੂੰ ਪਤਾ ਦੋ ਧਿਰਾਂ ਦੇ ਵਿੱਚ ਆਪਸ ਦੇ ਵਿੱਚ ਉਹਨਾਂ ਵਿੱਚ ਸੰਘਰਸ਼ ਹੋ ਰਿਹਾ ਹੁੰਦਾ, ਲੜਾਈ ਹੋ ਰਹੀ ਹੁੰਦੀ। ਇੱਕ ਨਾਇਕ ਹੁੰਦਾ, ਹੀਰੋ ਹੁੰਦਾ, ਇੱਕ ਪ੍ਰਤੀਨਾਇਕ ਹੁੰਦਾ, ਵਿਲੇਨ ਹੁੰਦਾ। ਜਿਹੜਾ ਨਾਇਕ ਹੁੰਦਾ, ਠੀਕ ਹੈ ਜੀ, ਉਹਨੂੰ ਵਾਰ ਦੇ ਵਿੱਚ ਉੱਚੇ ਕੁੱਲ ਵਾਲਾ ਖਾਨਦਾਨੀ ਬੰਦਾ ਦਿਖਾਇਆ ਜਾਣਾ ਚਾਹੀਦਾ ਹੈ, ਸਮਾਜ ਸੇਵੀ। ਉਹ ਜਿਹੜਾ ਆਪਣਾ ਹੀਰੋ ਹੈ ਉਹ ਸਮਾਜ ਸੇਵੀ ਹੋਵੇ, ਸਮਾਜ ਦੇ ਹਿੱਤ 'ਚ ਸੋਚਣ ਵਾਲਾ ਦਿਖਾਓ। ਸੂਰਮਾ, ਉਹ ਇੱਕ ਸੂਰਮਾ ਹੋਣਾ ਚਾਹੀਦਾ, ਬਹਾਦਰ ਹੋਣਾ ਚਾਹੀਦਾ, ਲੋਕ ਉਸ ਦੇ ਫੈਨ ਹੋਣ। ਠੀਕ ਹੈ, ਉਹ ਜੋ ਨਾਇਕ ਹੈ, ਜੋ ਹੀਰੋ ਹੈ, ਆਪਣੀ ਵਾਰ ਦੇ ਵਿੱਚ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਉਹ ਲੋਕਾਂ ਦੇ ਫਾਇਦੇ ਬਾਰੇ ਸੋਚੇ, ਲੋਕਾਂ ਨਾਲ ਮਿਲ ਜੁਲ ਕੇ ਰਹਿਣ ਵਾਲਾ, ਉੱਚੇ ਕੁੱਲ ਵਾਲਾ, ਇਮਾਨਦਾਰ ਬੰਦਾ ਹੋਣਾ ਚਾਹੀਦਾ। ਠੀਕ, ਜੋ ਪ੍ਰਤੀਨਾਇਕ, ਠੀਕ ਹੈ, ਜਿਵੇਂ ਪ੍ਰਤੀਨਾਇਕ ਜੋ ਵਿਲੇਨ ਹੈ ਉਸਨੂੰ ਆਪਾਂ ਉਹਦੇ ਵਿੱਚ ਕਰੂਰ ਦਿਖਾਉਣਾ ਹੈ, ਤਿਰਸਕਾਰ ਵਾਲੀ ਭਾਵਨਾ, ਲੋਕਾਂ ਦੀ ਉਹਦੇ ਪ੍ਰਤੀ ਤਿਰਸਕਾਰ ਵਾਲੀ ਬੁਰੀ ਭਾਵਨਾ ਹੋਵੇ, ਉਹ ਇੱਕ ਅਤਿਆਚਾਰੀ ਦਿਖਾਉਣਾ ਆਪਾਂ ਨੂੰ। ਠੀਕ ਹੈ ਜੀ, ਇੱਕ ਵਾਰ ਫਿਰ ਹੀ ਵਧੀਆ ਤਰੀਕੇ ਨਾਲ ਪੇਸ਼ ਹੋਊਗੀ ਅਗਰ ਉਹਦੇ ਵਿੱਚ ਨਾਇਕ ਨੂੰ, ਯਾਨੀ ਕਿ ਹੀਰੋ ਨੂੰ ਤਾਂ ਚੰਗੇ ਗੁਣਾਂ ਵਾਲਾ ਵਿਅਕਤੀ, ਉੱਚੇ ਕੁੱਲ ਵਾਲਾ, ਸਮਾਜ ਸੇਵੀ ਦਿਖਾਵਾਂਗੇ, ਔਰ ਠੀਕ ਉਹਦੇ ਪ੍ਰਤੀ ਜੋ ਪ੍ਰਤੀਨਾਇਕ ਹੋਊਗਾ ਉਹਨੂੰ ਆਪਾਂ ਕਰੂਰ ਦਿਖਾਵਾਂਗੇ, ਅਤਿਆਚਾਰੀ ਦਿਖਾਵਾਂਗੇ ਕਿ ਲੋਕ ਉਸ ਨਾਲ ਨਫ਼ਰਤ ਦੀ ਭਾਵਨਾ ਨਾਲ ਉਸ ਨੂੰ ਦੇਖਦੇ ਆ। ਅਗਰ ਆਪਾਂ ਇਸ ਤਰ੍ਹਾਂ ਦੇ ਇਹ ਵਿਚਾਰ ਪੇਸ਼ ਕਰਾਂਗੇ ਤਾਂ ਉਹ ਵਾਰ ਬਹੁਤ ਵਧੀਆ ਤਰੀਕੇ ਨਾਲ ਆਪਣੇ ਸਾਹਮਣੇ ਪੇਸ਼ ਹੋਊਗੀ। ਠੀਕ ਹੈ, ਨਾਇਕ ਦਾ ਜਸ਼ ਗਾਨ ਤੁਹਾਨੂੰ ਪਤਾ ਚੱਲ ਗਿਆ ਕਿ ਯਾਨੀ ਕਿ ਜੋ ਆਪਣੀ ਵਾਰ ਦੇ ਵਿੱਚ ਹੀਰੋ ਹੁੰਦਾ ਹੈ ਉਹਨੂੰ ਬਹੁਤ ਬਹਾਦਰ, ਸੂਰਮਾ ਔਰ ਤਾਕਤਵਰ ਦਿਖਾਉਣਾ ਹੈ, ਔਰ ਜੋ ਪ੍ਰਤੀਨਾਇਕ ਹੁੰਦਾ ਹੈ ਉਸ ਨੂੰ ਬਹਾਦਰ, ਸੂਰਮਾ ਦਾ ਦਿਖਾਉਣਾ ਹੈ, ਲੇਕਿਨ ਉਸ ਨੂੰ ਅਤਿਆਚਾਰੀ ਤੇ ਕਰੂਰ ਦਿਖਾਉਣਾ ਹੈ। ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ, ਤੀਸਰਾ ਜੋ ਪੁਆਇੰਟ ਹੈ ਛੰਦ ਵਿਧਾਨ। ਠੀਕ ਹੈ ਜੀ, ਤੀਜਾ ਪੁਆਇੰਟ ਕੀ ਹੈ? ਛੰਦ ਵਿਧਾਨ। ਤੁਹਾਨੂੰ ਪਤਾ ਹੈ ਆਪਾਂ ਵਾਰ ਦੇ 6 ਤੱਤ ਪੜ੍ਹ ਰਹੇ ਹਾਂ। ਠੀਕ ਹੈ, 6 ਤੱਤਾਂ ਦਾ ਹੋਣਾ ਜ਼ਰੂਰੀ ਹੈ ਵਾਰ ਦੇ ਵਿੱਚ, ਜਿਹਦੇ ਵਿੱਚ ਵਸਤੂ ਵਿਧਾਨ ਪੜ੍ਹ ਲਿਆ, ਨਾਇਕ ਦਾ ਜਸ਼ ਗਾਨ ਪੜ੍ਹ ਲਿਆ, ਹੁਣ ਆਪਾਂ ਤੀਜਾ ਪੜ੍ਹ ਰਹੇ ਹਾਂ ਛੰਦ ਵਿਧਾਨ। ਠੀਕ ਹੈ, ਤਾਂ ਛੰਦ ਵਿਧਾਨ ਦੇ ਵਿੱਚ ਕੀ ਚੀਜ਼ ਹੈ ਕਿ ਜਦੋਂ ਆਪਾਂ ਕੋਈ ਵੀ ਵਾਰ ਲਿਖਾਂਗੇ ਤਾਂ ਉਸ ਵਾਰ ਦੇ ਵਿੱਚ ਪੌੜੀ ਛੰਦ ਦਾ ਹੋਣਾ ਜ਼ਰੂਰੀ ਹੈ। ਠੀਕ ਹੈ ਜੀ, ਤੁਸੀਂ ਛੰਦ ਪੜ੍ਹੇ ਹੋਣੇ ਲਗਭਗ। ਅਗਰ ਆਪਾਂ ਕੋਈ ਵੀ ਵਾਰ ਲਿਖ ਰਹੇ ਹਾਂ ਤਾਂ ਵਾਰ ਦੇ ਵਿੱਚ ਉਹ ਵਾਰ ਫੇਰ ਹੀ ਵਾਰ ਮੰਨੀ ਜਾਊਗੀ ਅਗਰ ਆਪਾਂ ਉਹ ਵਾਰ ਦੇ ਵਿੱਚ ਪੌੜੀ ਛੰਦ ਦਾ ਪ੍ਰਯੋਗ ਕੀਤਾ ਹੈ, ਕਿਸੇ ਹੋਰ ਛੰਦ ਦੇ ਵਿੱਚ ਵਾਰ ਨਹੀਂ ਲਿਖੀ ਜਾਂਦੀ। ਠੀਕ ਹੈ, ਪੇਪਰ 'ਚ ਬਹੁਤ ਵਾਰੇ ਪ੍ਰਸ਼ਨ ਆਇਆ ਹੈ ਕਿ ਵਾਰ ਦੇ ਲਈ ਕਿਹੜੇ ਛੰਦ ਦਾ ਲਾਜ਼ਮੀ ਹੋਣਾ ਜ਼ਰੂਰੀ ਹੈ, ਤਾਂ ਕਿਹੜੇ ਛੰਦ ਦਾ? ਪੌੜੀ ਛੰਦ ਦਾ। ਵਾਰ ਦੇ ਵਿੱਚ ਪੌੜੀ ਛੰਦ ਹੋਣਾ ਬਹੁਤ ਜ਼ਰੂਰੀ ਹੈ। ਇਸੇ ਕਰਕੇ ਪੌੜੀ ਛੰਦ ਨੂੰ ਕੀ ਕਿਹਾ ਜਾਂਦਾ ਹੈ? ਵਾਰ ਦਾ ਪਿੰਡਾ ਕਿਹਾ ਜਾਂਦਾ ਹੈ, ਜਾਂ ਵਾਰ ਦਾ ਸਰੀਰ ਕਿਹਾ ਜਾਂਦਾ ਹੈ, ਜਾਂ ਕਲੇਵਰ ਕਿਹਾ ਜਾਂਦਾ ਹੈ। ਠੀਕ ਹੈ, ਵਾਰ ਦਾ ਪਿੰਡਾ, ਸਰੀਰ ਜਾਂ ਕਲੇਵਰ ਕਿਹਾ ਜਾਂਦਾ ਹੈ। ਕਿਹਨੂੰ ਕਿਹਾ ਜਾਂਦਾ ਹੈ? ਪੌੜੀ ਛੰਦ ਨੂੰ। ਠੀਕ ਹੈ ਜੀ, ਵਾਰ ਦੀ ਆਤਮਾ ਕਿਹਨੂੰ ਕਿਹਾ ਜਾਂਦਾ? ਮੈਂ ਪਿੱਛੇ ਦੱਸਿਆ ਸੀ, ਟੱਕਰ ਨੂੰ। ਔਰ ਵਾਰ ਦਾ ਪਿੰਡਾ ਕਿਹਨੂੰ ਕਿਹਾ ਜਾਂਦਾ ਹੈ? ਪੌੜੀ ਛੰਦ ਨੂੰ। ਗੱਲ ਨੂੰ ਧਿਆਨ ਨਾਲ ਸਮਝਿਓ। ਅਗਰ ਪੇਪਰ ਦੇ ਵਿੱਚ ਪ੍ਰਸ਼ਨ ਆ ਜੇ ਕਿ ਵਾਰ ਦੀ ਆਤਮਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਤੁਸੀਂ ਲਿਖੋਗੇ ਟੱਕਰ ਨੂੰ। ਅਗਰ ਪੁੱਛ ਰਹੇ ਹਨ ਕਿ ਵਾਰ ਦਾ ਪਿੰਡਾ ਜਾਂ ਵਾਰ ਦਾ ਸਰੀਰ ਜਾਂ ਵਾਰ ਦਾ ਕਲੇਵਰ ਕਿਹਨੂੰ ਕਿਹਾ ਜਾਂਦਾ ਹੈ ਤਾਂ ਉਹ ਕਿਹਨੂੰ ਕਿਹਾ ਜਾਂਦਾ ਹੈ? ਪੌੜੀ ਛੰਦ ਨੂੰ ਕਿਹਾ ਜਾਂਦਾ ਹੈ, ਕਿਉਂਕਿ ਵਾਰ ਦੇ ਵਿੱਚ ਪੌੜੀ ਛੰਦ ਹੋਣਾ ਜ਼ਰੂਰੀ ਹੈ। ਪੌੜੀ ਛੰਦ ਅਗਰ ਆਪਾਂ ਪੌੜੀ ਛੰਦ ਦਾ ਪ੍ਰਯੋਗ ਕੀਤਾ ਹੈ ਫਿਰ ਹੀ ਉਹ ਵਾਰ ਲਿਖੀ ਜਾਊਗੀ। ਪੌੜੀ ਛੰਦ ਦੇ ਵੀ ਅੱਗੇ ਦੋ ਭੇਦ ਹੈ। ਪੌੜੀ ਛੰਦ ਦੇ ਅੱਗੇ ਕਿੰਨੇ ਭੇਦ ਹੈ? ਦੋ ਭੇਦ ਹੈ। ਪਹਿਲਾ ਸਿਰਖੰਡੀ, ਦੂਸਰਾ ਹੈ ਨਿਸ਼ਾਨੀ। ਹੁਣ ਪੇਪਰ 'ਚ ਪ੍ਰਸ਼ਨ ਇਹ ਵੀ ਆ ਸਕਦਾ ਹੈ ਕਿ ਪੌੜੀ ਛੰਦ ਦੇ ਅੱਗੇ ਕਿੰਨੇ ਭੇਦ ਹੈ? ਦੋ, ਸਿਰਖੰਡੀ ਤੇ ਨਿਸ਼ਾਨੀ। ਹੁਣ ਦੇਖੋ ਸਿਰਖੰਡੀ ਕਿਹੜਾ ਹੈ ਤੇ ਨਿਸ਼ਾਨੀ ਕਿਹੜਾ ਹੈ। ਇਹਦੇ ਮੈਂ ਤੁਹਾਨੂੰ ਦੋ ਉਦਾਹਰਣ ਦਿੱਤੇ ਹੈ, ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਕਿ ਸਿਰਖੰਡੀ ਛੰਦ ਕਿਹੜਾ ਹੁੰਦਾ ਹੈ ਔਰ ਨਿਸ਼ਾਨੀ ਛੰਦ ਕਿਹੜਾ ਹੁੰਦਾ ਹੈ। ਠੀਕ ਹੈ ਜੀ, ਜਿਵੇਂ ਆਹ ਸਿਰਖੰਡੀ ਛੰਦ ਦਾ ਉਦਾਹਰਣ ਹੈ। ਦੇਖੋ ਆਹ ਮੈਂ ਇੱਕ ਕਵਿਤਾ ਦਾ ਪਹਿਰਾ ਲਿਖਿਆ ਵਾਰ ਦਾ ਕਿਸੇ ਦਾ, ਜਿਵੇਂ ਇਹਦੇ ਵਿੱਚ ਕੀ ਲਿਖਿਆ? ਚੋਟ ਪਈ ਖਰਚਾਮੀ ਦਲਾ ਮੁਕਾਬਲਾ, ਘੇਰ ਲਈ ਵਰਿਆਮੀ ਦੁਰਗਾ ਆਏ ਕੇ, ਰਕਸ਼ ਵੱਡੇ ਅਲਾਮੀ ਭੱਜ ਨਾ ਜਾਣਦੇ, ਅੰਤ ਹੋਏ ਸੁਰਗਾਮੀ ਮਾਰੇ ਦੇਵਤਾ। ਆਹ ਇੱਕ ਪਹਿਰਾ ਲਿਖਿਆ। ਇਹਦੇ ਵਿੱਚ ਇੱਕ ਤੁਸੀਂ ਚੀਜ਼ ਦੇਖੋ, ਜੋ ਤੁਕਾਂਤ ਦਾ ਮੇਲ ਹੋ ਰਿਹਾ ਹੈ। ਠੀਕ ਹੈ, ਤੁਕ ਕਹਿੰਦੇ ਆ ਲੈਣ ਨੂੰ, ਤੁਕਾਂਤ ਮਤਲਬ ਤੁਕ ਦਾ ਅੰਤ ਹੋਣਾ। ਜੋ ਤੁਕਾਂਤ ਦਾ ਮੇਲ ਹੋ ਰਿਹਾ ਹੈ ਉਹ ਪਹਿਰੇ ਦੇ ਵਿਚਾਲੇ ਹੋ ਰਿਹਾ ਹੈ। ਆਹ ਦੇਖੋ, ਖਰਚਾਮੀ, ਵਰਿਆਮੀ, ਅਲਾਮੀ, ਸੁਰਗਾਮੀ, ਪਹਿਰੇ ਦੇ ਬਿਲਕੁਲ ਵਿਚਾਲੇ ਮੇਲ ਹੋ ਰਿਹਾ ਨਾ ਤੁਕਾਂਤ ਦਾ, ਸ਼ਬਦ ਮਿਲਦੇ ਜੁਲਦੇ ਆ ਰਹੇ, ਖਰਚਾਮੀ, ਵਰਿਆਮੀ, ਅਲਾਮੀ, ਸੁਰਗਾਮੀ। ਤਾਂ ਇਹ ਸਿਰਖੰਡੀ ਛੰਦ ਦੀ ਵਿਸ਼ੇਸ਼ਤਾ ਹੁੰਦੀ ਹੈ ਕਿ ਸਿਰਖੰਡੀ ਦੇ ਵਿੱਚ ਜੋ ਤੁਕਾਂਤ ਦਾ ਮੇਲ ਹੋਊਗਾ ਉਹ ਪਹਿਰੇ ਦੇ
ਵਿਚਾਲੇ ਹੋਊਗਾ। ਠੀਕ ਹੈ, ਪਹਿਰੇ ਦੇ ਵਿਚਾਲੇ ਹੋਊਗਾ ਤੁਕਾਂਤ ਦਾ ਮੇਲ। ਅਗਰ ਕਿਸੇ ਕਵਿਤਾ ਦੇ ਵਿੱਚ ਪਹਿਰੇ ਵਿੱਚ ਤੁਕਾਂਤ ਦਾ ਮੇਲ ਵਿਚਾਲੇ ਹੋ ਰਿਹਾ ਹੈ ਤਾਂ ਉੱਥੇ ਕਿਹੜਾ ਸ਼ਬਦ ਪ੍ਰਯੋਗ ਹੋਇਆ? ਸਿਰਖੰਡੀ। ਠੀਕ ਹੈ ਜੀ। ਉਸ ਤੋਂ ਅੱਗੇ ਨਿਸ਼ਾਨੀ ਦੀ ਗੱਲ ਕਰੀਏ। ਨਿਸ਼ਾਨੀ ਦੇ ਵਿੱਚ ਦੇਖੋ ਤੁਸੀਂ, ਕੁਰੇ ਨਗਾਰੇ ਦੋਹਰੇ ਰਣ ਸੰਗਲਿਆਲੇ, ਧੂੜ ਲਪੇਟੇ ਤੁਹਰੇ ਸਿਰਦਾਰ ਜਟਾਲੇ, ਉਖਲੀਆਂ ਨਾਸਾਂ ਜਿਨ੍ਹਾਂ ਮੂੰਹ ਜਾਪਣ ਆਲੇ, ਤਾਏ ਦੇਵੀ ਸਾਹਮਣੇ ਵੀਰ ਮੁਛ ਲਿਆਲੇ। ਇੱਕ ਮੈਂ ਪਹਿਰਾ ਲਿਖਿਆ ਤਾਂ ਇਹਦੇ ਵਿੱਚ ਦੇਖੋ ਤੁਕਾਂਤ ਦਾ ਮੇਲ ਕਿੱਥੇ ਹੋ ਰਿਹਾ ਹੈ? ਲਾਸਟ 'ਚ ਹੋ ਰਿਹਾ। ਸੰਗਲਿਆਲੇ, ਜਟਾਲੇ, ਆਲੇ, ਮੁਛਲੀਆਲੇ। ਠੀਕ ਹੈ, ਲਾਸਟ ਵਿੱਚ ਹੋ ਰਿਹਾ ਨਾ, ਤਾਂ ਇਸ ਦਾ ਭਾਵ ਹੈ ਇਹ ਨਿਸ਼ਾਨੀ ਛੰਦ ਹੈ। ਨਿਸ਼ਾਨੀ ਛੰਦ ਦੀ ਕੀ ਵਿਸ਼ੇਸ਼ਤਾ ਹੋਊਗੀ? ਨਿਸ਼ਾਨੀ ਛੰਦ ਵਿੱਚ ਤੁਕਾਂਤ ਦਾ ਮੇਲ ਬਿਲਕੁਲ ਪਹਿਰੇ ਦੇ ਲਾਸਟ ਵਾਲੀਆਂ ਲਾਈਨਾਂ ਵਿੱਚ ਹੋਊਗਾ, ਜਿਵੇਂ ਇੱਥੇ ਹੋ ਰਿਹਾ ਹੈ ਸੰਗਲਿਆਲੇ, ਜਟਾਲੇ, ਆਲੇ, ਮੁਛਲੀਆਲੇ। ਔਰ ਜਿਹੜਾ ਸਿਰਖੰਡੀ ਹੋਊਗਾ ਉਹਦੇ ਵਿੱਚ ਤੁਕਾਂਤ ਦਾ ਮੇਲ ਕਿੱਥੇ ਹੋਊਗਾ? ਤੁਕਾਂਤ ਦਾ ਮੇਲ ਉੱਥੇ ਹੋਊਗਾ ਵਿਚਾਲੇ ਹੋਊਗਾ। ਠੀਕ ਹੈ, ਆ ਵਿਚਾਲੇ ਹੋ ਰਿਹਾ, ਖਰਚਾਮੀ, ਵਰਿਆਮੀ, ਅਲਾਮੀ, ਸੁਰਗਾਮੀ। ਠੀਕ ਹੈ, ਤੁਸੀਂ ਸਮਝ ਗਏ ਹੋਵੋਗੇ ਕਿ ਸਿਰਖੰਡੀ ਕਿਹੜਾ ਹੈ ਔਰ ਨਿਸ਼ਾਨੀ ਕਿਹੜਾ ਹੈ। ਆਪਾਂ ਗੱਲ ਕਰ ਰਹੇ ਸੀ ਵਾਰ ਦੇ ਤੱਤਾਂ ਦੀ, ਜਿਹਦੇ ਵਿੱਚ ਆਪਾਂ ਤੀਜਾ ਤੱਤ ਵੇਖ ਰਹੇ ਸੀ ਛੰਦ ਵਿਧਾਨ। ਛੰਦ ਵਿਧਾਨ ਦੇ ਵਿੱਚ ਆਪਾਂ ਕੀ ਦੇਖਿਆ ਕਿ ਵਾਰ ਦੇ ਲਈ ਕਿਹੜੇ ਛੰਦ ਦਾ ਹੋਣਾ ਜ਼ਰੂਰੀ ਹੈ? ਪੌੜੀ ਛੰਦ ਦਾ ਹੋਣਾ ਜ਼ਰੂਰੀ ਹੈ। ਵਾਰ ਫੇਰ ਹੀ ਵਾਰ ਕਹਿਲਾਊਗੀ ਅਗਰ ਉਹਦੇ ਵਿੱਚ ਪੌੜੀ ਛੰਦ ਦਾ ਪ੍ਰਯੋਗ ਕੀਤਾ ਗਿਆ। ਪੌੜੀ ਛੰਦ ਨੂੰ ਕੀ ਕਹਿੰਦੇ ਆ? ਵਾਰ ਦਾ ਪਿੰਡਾ, ਸਰੀਰ ਜਾਂ ਕਲੇਵਰ ਕਹਿੰਦੇ ਆ। ਅੱਗੇ ਪੌੜੀ ਛੰਦ ਦੋ ਪਾਰਟਾਂ 'ਚ ਵੰਡਿਆ, ਸਿਰਖੰਡੀ ਅਤੇ ਨਿਸ਼ਾਨੀ। ਸਿਰਖੰਡੀ ਅਤੇ ਨਿਸ਼ਾਨੀ ਦਾ ਮੈਂ ਉਦਾਹਰਣ ਦੇਤਾ। ਸਿਰਖੰਡੀ ਦੇ ਵਿੱਚ ਜੋ ਤੁਕਾਂਤ ਦਾ ਮੇਲ ਹੈ ਉਹ ਪਹਿਰੇ ਦੇ ਵਿਚਾਲੇ ਹੋਊਗਾ, ਔਰ ਨਿਸ਼ਾਨੀ ਦੇ ਵਿੱਚ ਜੋ ਤੁਕਾਂਤ ਦਾ ਮੇਲ ਹੈ ਉਹ ਅੰਤ ਵਿੱਚ ਹੋਊਗਾ। ਠੀਕ ਹੈ ਜੀ। ਉਸ ਤੋਂ ਅੱਗੇ ਵਾਰ ਦਾ ਚੌਥਾ ਜੋ ਤੱਤ ਹੈ ਉਹ ਕੀ ਹੈ? ਰਸ ਅਤੇ ਅਲੰਕਾਰ। ਕਿ ਵਾਰ ਦੇ ਵਿੱਚ ਕਿਹੜੇ ਰਸ ਦਾ ਹੋਣਾ ਜ਼ਰੂਰੀ ਹੈ? ਠੀਕ ਹੈ ਜੀ, ਵਾਰ ਦੇ ਵਿੱਚ ਕਿਹੜੇ ਰਸ ਦਾ ਹੋਣਾ ਜ਼ਰੂਰੀ ਹੈ? ਦੇਖੋ ਪਿੱਛੇ ਆਪਾਂ ਗੱਲ ਕੀਤੀ ਸੀ ਕਿ ਵਾਰਾਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ? ਵਾਰਾਂ ਦੋ ਤਰ੍ਹਾਂ ਦੀਆਂ ਹੁੰਦੀਆਂ। ਕਿਹੜੀਆਂ ਕਿਹੜੀਆਂ? ਇੱਕ ਤਾਂ ਹੋ ਗਈ ਵੀਰ ਰਸੀ। ਠੀਕ ਹੈ, ਵੀਰ ਰਸੀ ਜਾਂ ਲੋਕ ਵਾਰ। ਇੱਕ ਵਾਰ ਹੋ ਗਈ ਅਧਿਆਤਮਿਕ ਵਾਰ। ਠੀਕ ਹੈ, ਇੱਕ ਵੀਰ ਰਸੀ ਜਾਂ ਲੋਕ ਵਾਰ, ਇੱਕ ਹੋ ਗਈ ਅਧਿਆਤਮਿਕ ਵਾਰ। ਅਗਰ ਵਾਰ ਵੀਰ ਰਸੀ ਜਾਂ ਲੋਕ ਵਾਰ ਹੈ ਤਾਂ ਉਹਦੇ ਵਿੱਚ ਕਿਹੜਾ ਰਸ ਆਊਗਾ? ਵੀਰ ਰਸ ਆਊਗਾ। ਠੀਕ ਹੈ, ਅਗਰ ਆਪਾਂ ਵੀਰ ਰਸੀ ਜਾਂ ਲੋਕ ਵਾਰ ਲਿਖ ਰਹੇ ਹਾਂ, ਕਿਸੇ ਲੜਾਈ ਜਾਂ ਜੰਗ ਦਾ ਵਰਣਨ ਲਿਖ ਰਹੇ ਹਾਂ, ਤਾਂ ਉਹਦੇ ਵਿੱਚ ਆਪਾਂ ਵੀਰ ਰਸ ਦਾ ਹੀ ਪ੍ਰਯੋਗ ਕਰਾਂਗੇ ਮੁੱਖ ਰੂਪ ਨਾਲ। ਵੀਰ ਰਸ ਦੇ ਨਾਲ ਨਾਲ ਰੌਦਰ, ਬੀਭਤਸ ਅਤੇ ਭਿਆਨਕ, ਇਹਨਾਂ ਰਸਾਂ ਦਾ ਪ੍ਰਯੋਗ ਵੀ ਹੋਊਗਾ। ਰੌਦਰ ਯਾਨੀ ਕਿ ਉਹਦੇ ਵਿੱਚ ਗੁੱਸੇ ਵਾਲੇ ਆਪਾਂ ਨੂੰ ਸੀਨ ਵੀ ਦਿਖਾਉਣੇ ਪੈਣਗੇ, ਕਿਉਂਕਿ ਜਦੋਂ ਯੋਧੇ ਆਪਸ ਵਿੱਚ ਲੜਨਗੇ ਉਹਨਾਂ ਵਿੱਚ ਗੁੱਸਾ ਆਊਗਾ। ਬੀਭਤਸ, ਬੀਭਤਸ ਦਾ ਭਾਵ ਹੈ ਯਾਨੀ ਕਿ ਡਰਾਵਣੇ ਸੀਨ ਵੀ, ਯੁੱਧ ਦੇ ਵਿੱਚ ਕਿਸੇ ਦੀ ਲੱਤ ਵੱਡੀ ਪਈ ਹੈ, ਕਿਸੇ ਦੇ ਢਿੱਡ ਵਿੱਚ ਤਲਵਾਰ ਨੰਗੀ ਪਈ ਹੈ, ਕਿਸੇ ਦੇ ਕਿਵੇਂ। ਠੀਕ ਹੈ, ਭਿਆਨਕ ਤਰ੍ਹਾਂ ਦੇ ਸੀਨ ਵੀ ਆਪਾਂ ਨੂੰ ਦੇਖਣ ਨੂੰ ਮਿਲਣਗੇ। ਰੌਦਰ, ਬੀਭਤਸ ਅਤੇ ਭਿਆਨਕ, ਇਹਨਾਂ ਰਸਾਂ ਦਾ ਪ੍ਰਯੋਗ ਵੀ ਹੋਊਗਾ, ਲੇਕਿਨ ਮੁੱਖ ਰੂਪ ਨਾਲ ਵੀਰ ਰਸ ਦਾ ਪ੍ਰਯੋਗ ਹੋਊਗਾ ਵੀਰ ਰਸੀ ਜਾਂ ਲੋਕ ਵਾਰ ਦੇ ਵਿੱਚ। ਅਗਰ ਆਪਾਂ ਵਾਰ ਲਿਖ ਰਹੇ ਹਾਂ ਅਧਿਆਤਮਿਕ ਵਾਰ, ਤਾਂ ਫਿਰ ਕਿਹੜੇ ਰਸ ਦਾ ਪ੍ਰਯੋਗ ਹੋਊਗਾ? ਸ਼ਾਂਤ ਰਸ ਦਾ। ਆਹ ਚੀਜ਼ ਧਿਆਨ 'ਚ ਰੱਖਿਓ। ਅਗਰ ਆਪਾਂ ਵਾਰ ਲਿਖ ਰਹੇ ਹਾਂ ਵੀਰ ਰਸੀ ਜਾਂ ਲੋਕ ਵਾਰ, ਫਿਰ ਤਾਂ ਹੋਊਗਾ ਵੀਰ ਰਸ ਦਾ ਪ੍ਰਯੋਗ। ਅਗਰ ਆਪਾਂ ਅਧਿਆਤਮਿਕ ਵਾਰ ਲਿਖ ਰਹੇ ਹਾਂ ਤਾਂ ਉਹਦੇ ਵਿੱਚ ਕਿਹੜੇ ਰਸ ਦਾ ਪ੍ਰਯੋਗ ਹੋਊਗਾ? ਸ਼ਾਂਤ ਰਸ ਦਾ ਪ੍ਰਯੋਗ ਹੋਊਗਾ, ਕਿਉਂਕਿ ਆਪਾਂ ਅਧਿਆਤਮਿਕ ਵਾਰ ਦੇ ਵਿੱਚ ਆਪਣੇ ਮਨ ਦੇ ਅੰਦਰਲੇ ਚੰਗੇ ਅਤੇ ਮਾੜੇ ਵਿਚਾਰਾਂ ਦੇ ਵਿਚਾਲੇ ਜੋ ਲੜਾਈ ਹੈ ਉਹ ਪੇਸ਼ ਕਰਨੀ ਹੈ। ਉਹਦੇ ਲਈ ਆਪਾਂ ਨੂੰ ਵੀਰ ਰਸ ਦੀ ਜ਼ਰੂਰਤ ਨਹੀਂ ਪੈਣੀ, ਉਹਦੇ ਲਈ ਆਪਾਂ ਨੂੰ ਸ਼ਾਂਤ ਰਸ ਹੀ ਲਿਖਣਾ ਪਊਗਾ। ਠੀਕ ਹੈ ਜੀ, ਰਸ ਦੇ ਅਲੰਕਾਰਾਂ ਵਿੱਚ ਪਤਾ ਲੱਗ ਗਿਆ ਨਾ। ਅਗਰ ਆਪਾਂ ਵੀਰ ਰਸੀ ਵਾਰ ਲਿਖ ਰਹੇ ਹਾਂ ਤਾਂ ਫਿਰ ਤਾਂ ਆਪਾਂ ਵੀਰ ਰਸੀ ਵਾਰ ਦਾ ਪ੍ਰਯੋਗ ਕਰਾਂਗੇ। ਅਧਿਆਤਮਿਕ ਵਾਰਾਂ ਦੇ ਵਿੱਚ ਸ਼ਾਂਤ ਰਸ ਦਾ। ਪੇਪਰ ਵਿੱਚ ਪ੍ਰਸ਼ਨ ਸਿੱਧਾ ਆ ਸਕਦਾ ਹੈ ਕਿ ਅਧਿਆਤਮਿਕ ਵਾਰਾਂ ਵਿੱਚ ਕਿਹੜੇ ਰਸ ਦਾ ਪ੍ਰਯੋਗ ਹੁੰਦਾ ਹੈ? ਵੀਰ, ਰੌਦਰ, ਸ਼ਾਂਤ, ਵਿਵਤਸ। ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਅਧਿਆਤਮਿਕ ਦੇ ਵਿੱਚ ਸ਼ਾਂਤ ਰਸ ਦਾ ਪ੍ਰਯੋਗ ਹੁੰਦਾ ਹੈ। ਠੀਕ ਹੈ ਜੀ, ਚੌਥਾ ਤੱਤ ਆਪਾਂ ਪੜ੍ਹ ਲਿਆ, ਰਸ ਅਤੇ ਅਲੰਕਾਰ। ਹੁਣ ਆਪਾਂ ਗੱਲ ਕਰਦੇ ਹਾਂ ਪੰਜਵੇਂ ਤੱਤ ਦੀ। ਪੰਜਵਾਂ ਤੱਤ ਕੀ ਹੈ? ਇਤਿਹਾਸਕਤਾ। ਇਤਿਹਾਸਿਕਤਾ ਤੋਂ ਭਾਵ ਕੀ ਹੈ ਕਿ ਵਾਰ ਇਤਿਹਾਸਿਕ ਜਾਂ ਮਿਥਿਹਾਸਿਕ ਕਿਸੇ ਵੀ ਤਰ੍ਹਾਂ ਦੀ ਰਚੀ ਹੋ ਸਕਦੀ ਹੈ। ਜੋ ਆਪਾਂ ਵਾਰ ਰਚਣੀ ਹੈ, ਵਾਰ ਲਿਖਣੀ ਹੈ, ਉਹ ਇਤਿਹਾਸਿਕ ਵੀ ਹੋ ਸਕਦੀ ਹੈ, ਮਿਥਿਹਾਸਿਕ ਵੀ ਹੋ ਸਕਦੀ ਹੈ। ਇਤਿਹਾਸਿਕ ਦਾ ਮਤਲਬ ਇਤਿਹਾਸ ਨਾਲ ਜੁੜੀ ਹੋਈ ਕਿਸੇ ਕਹਾਣੀ ਨਾਲ ਸੰਬੰਧਿਤ। ਮਿਥਿਹਾਸਿਕ ਤੋਂ ਭਾਵ ਹੈ ਕਾਲਪਨਿਕ, ਇੱਕ ਸੋਚ ਵਿਚਾਰ ਕੇ ਲਿਖੀ ਹੋਈ। ਠੀਕ ਹੈ, ਆਪਾਂ ਇਤਿਹਾਸਿਕ ਵਾਰ ਵੀ ਲਿਖ ਸਕਦੇ ਹਾਂ, ਮਿਥਿਹਾਸਿਕ ਵੀ ਲਿਖ ਸਕਦੇ ਹਾਂ, ਯਾਨੀ ਕਿ ਕਾਲਪਨਿਕ ਵੀ ਲਿਖ ਸਕਦੇ ਹਾਂ। ਉਦਾਹਰਣ ਦੇ ਤੌਰ 'ਤੇ ਜਿਵੇਂ ਆਪਾਂ ਗੱਲ ਕਰੀਏ, ਠੀਕ ਹੈ, ਇੱਕ ਆਪਾਂ ਦੇਖਦੇ ਹਾਂ ਨਾਦਰ ਸ਼ਾਹ ਦੀ ਵਾਰ ਜੋ ਨਜਾਵਤ ਨੇ ਲਿਖੀ ਹੈ। ਉਹ ਵਾਰ ਜਦੋਂ 1739 ਦੇ ਵਿੱਚ ਮੁਹੰਮਦ ਸ਼ਾਹ ਰੰਗੀਲਾ ਦੇ ਟਾਈਮ 'ਚ ਅਬਦਾਲੀ ਦਾ ਆਕਰਮਣ ਹੋਇਆ ਸੀਗਾ, ਠੀਕ ਹੈ, ਉਹਦੇ ਨਾਲ ਜੁੜੀ ਹੋਈ ਉਹ ਵਾਰ ਲਿਖੀ ਹੈ। ਤਾਂ ਆਪਾਂ ਹਿਸਟਰੀ ਦੇ ਵਿੱਚ ਪੜ੍ਹਦੇ ਹਾਂ ਮੁਹੰਮਦ ਸ਼ਾਹ ਰੰਗੀਲਾ ਦੇ ਟਾਈਮ ਜਦੋਂ ਆਕਰਮਣ ਹੋਇਆ ਸੀ, ਤਾਂ ਆਪਾਂ ਨੂੰ ਪਤਾ ਹੈ ਕਿ ਇਹ ਵਾਰ ਹੈ, ਇਹ ਇਤਿਹਾਸਿਕ ਵਾਰ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਚੰਡੀ ਦੀ ਵਾਰ ਪੜ੍ਹਦੇ ਹਾਂ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਹੋਈ ਹੈ। ਦੁਰਗਾ ਮਾਤਾ ਦੇ ਔਰ ਰਾਖਸ਼ਾਂ ਦੇ ਵਿੱਚ, ਮਹਿਖਾਸੁਰ ਦੇ ਵਿੱਚ ਯੁੱਧ ਹੋਇਆ ਸੀਗਾ। ਠੀਕ ਹੈ,
ਆਪਾਂ ਦੁਰਗਾ ਦੇ ਔਰ ਮਹਿਸ਼ਾਸੁਰ ਦੇ ਯੁੱਧ ਬਾਰੇ ਕਿਤੇ ਆਪਾਂ ਹਿਸਟਰੀ 'ਚ ਕਿਤੇ ਨਹੀਂ ਪੜ੍ਹਿਆ, ਤਾਂ ਆਪਾਂ ਨੂੰ ਇਹ ਪਤਾ ਚੱਲਦਾ ਹੈ ਕਿ ਜੋ ਇਹ ਵਾਰ ਹੈ ਇਹ ਮਿਥਿਹਾਸਿਕ ਵਾਰ ਹੈ, ਇੱਕ ਲੋਕਾਂ ਨੂੰ ਸੰਦੇਸ਼ ਦੇਣ ਲਈ ਇੱਕ ਕਾਲਪਨਿਕ ਵਾਰ ਲਿਖੀ ਗਈ ਹੈ। ਠੀਕ ਹੈ, ਤਾਂ ਜੋ ਵਾਰ ਹੈ ਉਹ ਇਤਿਹਾਸਿਕ ਵੀ ਹੋ ਸਕਦੀ ਹੈ, ਇਤਿਹਾਸ ਨਾਲ ਜੁੜੀ ਹੋਈ ਕਹਾਣੀ ਨਾਲ ਵੀ ਜੁੜੀ ਹੋ ਸਕਦੀ ਹੈ, ਔਰ ਉਹ ਮਿਥਿਹਾਸਿਕ ਵੀ ਹੋ ਸਕਦੀ ਹੈ। ਠੀਕ ਹੈ ਜੀ, ਯਾਨੀ ਕਿ ਕਾਲਪਨਿਕ ਵੀ ਹੋ ਸਕਦੀ ਹੈ। 6ਵਾਂ ਤੱਤ ਹੈ ਭਾਸ਼ਾ। ਜਦੋਂ ਆਪਾਂ ਕੋਈ ਵੀ ਵਾਰ ਲਿਖ ਰਹੇ ਹਾਂ ਉਹਦੇ ਵਿੱਚ ਭਾਸ਼ਾ ਦਾ ਆਪਾਂ ਵਿਸ਼ੇਸ਼ ਧਿਆਨ ਰੱਖਣਾ, ਕਿਉਂਕਿ ਵਾਰ ਇੱਕ ਲੋਕ ਕਾਵਿ ਰੂਪ ਹੈ। ਭਾਸ਼ਾ ਸਰਲ ਅਤੇ ਸਧਾਰਨ ਹੋਵੇ, ਆਮ ਬੋਲਚਾਲ ਵਾਲੀ ਹੋਵੇ, ਜਿਸ ਰਾਹੀਂ ਲੋਕਾਂ ਵਿੱਚ ਉਤਸ਼ਾਹ ਅਤੇ ਪ੍ਰੇਰਣਾ ਭਰੀ ਜਾ ਸਕੇ। ਆਪਾਂ ਕੋਈ ਵੀ ਵਾਰ ਲਿਖ ਰਹੇ ਹਾਂ ਕਿਉਂਕਿ ਵਾਰ ਇੱਕ ਲੋਕ ਕਾਵਿ ਰੂਪ ਹੈ, ਸਭ ਤੋਂ ਪਹਿਲਾਂ ਲੋਕਾਂ ਨੇ ਲਿਖਿਆ ਸੀਗਾ, ਇਸ ਕਰਕੇ ਜੋ ਵਾਰ ਦੀ ਭਾਸ਼ਾ ਹੈ ਉਹ ਸਰਲ ਅਤੇ ਆਸਾਨ ਹੋਣੀ ਚਾਹੀਦੀ ਹੈ, ਜਿਹੜੀ ਆਮ ਬੋਲਚਾਲ ਵਾਲੀ ਹੋਵੇ, ਲੋਕਾਂ ਦੇ ਸਿੱਧਾ ਉਹ ਪੱਲੇ ਪੈ ਸਕੇ। ਇਹ ਨਹੀਂ ਕਿ ਆਪਾਂ ਕੋਈ ਟਕਸਾਲੀ ਭਾਸ਼ਾ ਦਾ ਪ੍ਰਯੋਗ ਕਰਤਾ, ਉਹਦੇ 'ਚ ਨਿਯਮਾਂ ਵਿੱਚ ਵੱਜਤੀ ਜ਼ਿਆਦਾਤਰ ਉਹਨੂੰ, ਉਹ ਲੋਕਾਂ ਦੇ ਪੱਲੇ ਹੀ ਨਾ ਪਵੇ, ਤਾਂ ਫਿਰ ਉਹ ਵਾਰ ਲਿਖਣ ਦਾ ਕੋਈ ਫਾਇਦਾ ਨਹੀਂ। ਜੋ ਵਾਰ ਦੇ 'ਚ ਭਾਸ਼ਾ ਲਿਖਾਂਗੇ ਉਹ ਸਧਾਰਨ ਅਤੇ ਸਰਲ ਹੋਣੀ ਚਾਹੀਦੀ ਹੈ, ਆਮ ਬੋਲਚਾਲ ਵਾਲੀ ਭਾਸ਼ਾ ਹੋਣੀ ਚਾਹੀਦੀ ਹੈ, ਲੋਕਾਂ ਨੂੰ ਜਲਦੀ ਸਮਝ ਆ ਸਕੇ ਔਰ ਲੋਕਾਂ ਵਿੱਚ ਪ੍ਰੇਰਣਾ ਪੈਦਾ ਕਰ ਸਕੇ। ਠੀਕ ਹੈ ਜੀ, ਇਹ ਸੀ ਵਾਰ ਦੇ 6 ਤੱਤ। ਠੀਕ ਹੈ, ਵਾਰ ਨਾਲ ਜੁੜੇ ਹੋਏ ਆਪਾਂ ਵਾਰ ਦੇ 6 ਤੱਤ ਸੀ, ਉਹਨਾਂ ਦੇ ਬਾਰੇ ਆਪਾਂ ਚਰਚਾ ਕਰ ਲਈ ਹੈ। ਠੀਕ ਹੈ, ਵਾਰ ਦੇ ਵਿੱਚ 6 ਤੱਤ ਪਹਿਲਾ ਸੀ ਵਸਤੂ ਵਿਧਾਨ, ਉਹਦੇ ਬਾਰੇ ਵੀ ਆਪਾਂ ਚਰਚਾ ਕਰ ਲਈ ਹੈ ਕਿ ਕਿਸੇ ਵਾਰ ਦਾ ਕੋਈ ਟੌਪਿਕ ਹੋਣਾ ਜ਼ਰੂਰੀ ਹੈ। ਵਸਤੂ ਵਿਧਾਨ ਨੂੰ ਅੱਗੇ 3 ਹਿੱਸਿਆਂ 'ਚ ਵੰਡਿਆ, ਮੰਗਲ ਆਚਰਣ, ਕਥਾ, ਵਸਤੂ, ਮਹਾਤਮ, ਤਿੰਨਾਂ ਦੇ ਬਾਰੇ ਆਪਾਂ ਚਰਚਾ ਕੀਤੀ ਸੀ। ਕਥਾ ਵਸਤੂ ਨੂੰ ਵੀ ਅੱਗੇ ਤਿੰਨਾਂ ਵਿੱਚ ਵੰਡਿਆ, ਆਪਾਂ ਇਹਨਾਂ ਬਾਰੇ ਵੀ ਚਰਚਾ ਕਰ ਲਈ ਸੀ ਕੀ ਹੈ। ਫਿਰ ਨਾਇਕ ਦਾ ਜਸ਼ਗਣ, ਯਾਨੀ ਕਿ ਜੋ ਹੀਰੋ ਹੈ ਉਹਦੇ ਬਾਰੇ ਆਪਾਂ ਪੂਰਾ ਵਧਾ ਚੜਾ ਕੇ ਲਿਖਾਂਗੇ, ਉਹ ਚੰਗਾ ਉਹਨੂੰ ਦਿਖਾਵਾਂਗੇ, ਸਮਾਜ ਸੇਵੀ ਦਿਖਾਵਾਂਗੇ, ਲੋਕ ਉਹਦੇ ਬਹੁਤ ਜ਼ਿਆਦਾ ਫੈਨ ਹੈ। ਉਦਾਹਰਣ ਦੇ ਤੌਰ 'ਤੇ ਜਿਵੇਂ ਬਾਹੂਬਲੀ ਫਿਲਮ ਦੇਖੀ ਆਪਾਂ, ਬਾਹੂਬਲੀ ਦੀ ਜਨਤਾ ਕਿੰਨੀ ਫੈਨ ਹੁੰਦੀ ਹੈ, ਔਰ ਜੋ 'ਚ ਵਿਲੇਨ ਹੁੰਦਾ ਬਲਾਲ ਦੇਵ, ਉਹਦੇ ਲੋਕ ਵਿਰੋਧੀ ਹੁੰਦੇ ਆ। ਠੀਕ ਉਸ ਤਰ੍ਹਾਂ ਆਪਾਂ ਇਹਦੇ ਵਿੱਚ ਨਾਇਕ ਦਾ ਜਸ਼ਗਾਨ ਕਰਨਾ ਹੈ ਔਰ ਪ੍ਰਤੀ ਨਾਇਕ ਨੂੰ ਕਰੂਰ ਦਿਖਾਉਣਾ ਹੈ। ਛੰਦ ਵਿਧਾਨ ਦੇ ਵਿੱਚ ਆਪਾਂ ਗੱਲ ਕੀਤੀ ਕਿ ਪੌੜੀ ਛੰਦ ਦੇ ਵਿੱਚ ਵਾਰ ਲਿਖੀ ਹੋਣੀ ਚਾਹੀਦੀ ਹੈ। ਪੌੜੀ ਛੰਦ ਦੇ ਅੱਗੇ 2 ਭੇਦ ਹੈ, ਸਿਰਖੰਡੀ ਅਤੇ ਨਿਸ਼ਾਨੀ, ਉਹਨਾਂ ਦੇ ਬਾਰੇ ਵੀ ਆਪਾਂ ਗੱਲ ਕੀਤੀ ਹੈ ਕਿ ਪੌੜੀ ਛੰਦ ਨੂੰ ਵਾਰ ਦਾ ਪਿੰਡਾ ਕਿਹਾ ਜਾਂਦਾ ਹੈ। ਰਸ ਤੇ ਅਲੰਕਾਰ ਵਿੱਚ ਆਪਾਂ ਗੱਲ ਕੀਤੀ ਕਿ ਅਗਰ ਕੋਈ ਵਾਰ ਵੀਰ ਰਸੀ ਹੈ ਤਾਂ ਉਹਦੇ ਵਿੱਚ ਵੀਰ ਰਸ ਦਾ ਪ੍ਰਯੋਗ ਹੋਊਗਾ, ਨਾਲ ਵਿਵਤਸ, ਭਿਆਨਕ ਅਤੇ ਰੁਦਰ ਵੀ ਆਉਣਗੇ। ਅਗਰ ਵਾਰ ਅਧਿਆਤਮਿਕ ਹੈ ਤਾਂ ਉਹਦੇ ਵਿੱਚ ਸ਼ਾਂਤ ਰਸ ਦਾ ਪ੍ਰਯੋਗ ਹੋਊਗਾ। ਇਤਿਹਾਸਿਕਤਾ ਦੇ ਬਾਰੇ ਆਪਾਂ ਗੱਲ ਕੀਤੀ ਕਿ ਵਾਰ ਇਤਿਹਾਸਿਕ ਵੀ ਹੋ ਸਕਦੀ ਹੈ, ਇਤਿਹਾਸ ਨਾਲ ਜੁੜੀ ਹੋਈ, ਔਰ ਮਿਥਿਹਾਸਿਕ ਵੀ ਹੋ ਸਕਦੀ ਹੈ, ਯਾਨੀ ਕਿ ਕਾਲਪਨਿਕ ਵੀ ਹੋ ਸਕਦੀ ਹੈ। ਭਾਸ਼ਾ ਦੇ ਬਾਰੇ ਆਪਾਂ ਗੱਲ ਕੀਤੀ ਕਿ ਭਾਸ਼ਾ ਆਮ ਬੋਲਚਾਲ ਵਾਲੀ ਸਧਾਰਨ ਭਾਸ਼ਾ ਹੋਣੀ ਚਾਹੀਦੀ ਤਾਂ ਕਿ ਲੋਕਾਂ ਦੇ ਜਲਦੀ ਉਹ ਸਮਝ ਆ ਜਾਵੇ। ਠੀਕ ਹੈ ਜੀ, ਉਸ ਤੋਂ ਅੱਗੇ ਗੱਲ ਕਰਾਂ ਤਾਂ ਵਾਰਾਂ ਦਾ ਵਰਗੀਕਰਨ ਕੀਤਾ ਹੋਇਆ। ਠੀਕ ਹੈ, ਇੱਥੋਂ ਵੀ ਪੇਪਰ ਦੇ ਵਿੱਚ ਪ੍ਰਸ਼ਨ ਪੁੱਟ ਹੋ ਸਕਦਾ ਹੈ ਕਿ ਵਾਰਾਂ ਸੀ ਕਿੰਨੀਆਂ, ਉਹਨਾਂ ਦੀ ਗਿਣਤੀ ਕਿੰਨੀ ਹੈ। ਤਾਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀਰ ਰਸੀ ਜਾਂ ਲੋਕ ਵਾਰਾਂ ਦੀ। ਠੀਕ ਹੈ, ਵੀਰ ਰਸੀ ਜਾਂ ਲੋਕ ਵਾਰਾਂ ਦੀ ਗੱਲ ਕਰਦੇ ਹਾਂ। ਜੋ ਵੀਰ ਰਸੀ ਜਾਂ ਲੋਕ ਵਾਰਾਂ ਸੀ ਇਹ ਆਦਿ ਕਾਲ ਦੇ ਵਿੱਚ 6 ਵਾਰਾਂ ਰਚੀਆਂ ਗਈਆਂ ਅਤੇ ਮੱਧ ਕਾਲ ਦੇ ਵਿੱਚ ਇਹ 3 ਰਚੀਆਂ ਗਈਆਂ। ਕੁੱਲ ਮਿਲਾ ਕੇ 9 ਵੀਰ ਰਸੀ ਜਾਂ ਲੋਕ ਵਾਰਾਂ ਹੈ, ਇਹਨਾਂ ਦੀ ਸੰਖਿਆ ਯਾਦ ਰੱਖਿਓ। ਪੇਪਰ 'ਚ ਪ੍ਰਸ਼ਨ ਇਹ ਵੀ ਆ ਸਕਦਾ ਹੈ ਕਿ ਆਦਿ ਕਾਲ ਦੇ ਵਿੱਚ ਕਿੰਨੀਆਂ ਵੀਰ ਰਸੀ ਵਾਰਾਂ ਰਚੀਆਂ ਗਈਆਂ, ਤਾਂ ਕਿੰਨੀਆਂ ਰਚੀਆਂ ਗਈਆਂ 6। ਮੱਧ ਕਾਲ ਦੇ ਵਿੱਚ ਕਿੰਨੀਆਂ ਵੀਰ ਰਸੀ ਵਾਰਾਂ ਰਚੀਆਂ ਗਈਆਂ, ਕਿੰਨੀਆਂ ਰਚੀਆਂ ਗਈਆਂ 3। ਵੀਰ ਰਸੀ ਜਾਂ ਲੋਕ ਵਾਰਾਂ ਦੀ ਕੁੱਲ ਸੰਖਿਆ ਕਿੰਨੀ ਹੈ, ਤਾਂ ਕਿੰਨੀ ਹੈ 9। ਇਹ ਥੋੜ੍ਹਾ ਜਿਹਾ ਆંકੜਾ ਤੁਸੀਂ ਯਾਦ ਰੱਖਿਓ। ਇਹ ਤਾਂ ਸੀ ਵੀਰ ਰਸੀ ਜਾਂ ਲੋਕ ਵਾਰਾਂ ਦੇ ਬਾਰੇ ਗੱਲ। ਠੀਕ ਹੈ, ਆਦਿ ਕਾਲ ਵਿੱਚ ਕਿੰਨੀਆਂ ਰਚੀਆਂ ਗਈਆਂ ਵੀਰ ਰਸੀ ਜਾਂ ਲੋਕ ਵਾਰਾਂ 6, ਮੱਧ ਕਾਲ ਦੇ ਵਿੱਚ 3, ਕੁੱਲ ਕਿੰਨੀਆਂ ਵੀਰ ਰਸੀ ਜਾਂ ਲੋਕ ਵਾਰਾਂ 9। ਠੀਕ ਹੈ ਜੀ, ਫਿਰ ਆਪਾਂ ਗੱਲ ਕਰਦੇ ਹਾਂ ਅਧਿਆਤਮਿਕ ਵਾਰਾਂ ਦੇ ਬਾਰੇ। ਅਧਿਆਤਮਿਕ ਵਾਰਾਂ ਦੇ ਬਾਰੇ ਆਪਾਂ ਗੱਲ ਕਰੀਏ, ਅਧਿਆਤਮਿਕ ਵਾਰਾਂ ਤੁਹਾਨੂੰ ਪਤਾ ਹੀ ਹੈ, ਆਪਣੇ ਮਨ ਦੇ ਅੰਦਰ ਜੋ ਚੰਗੇ ਜੇ ਮਾੜੇ ਵਿਚਾਰਾਂ ਦੇ ਬਾਰੇ ਜੋ ਵਿੱਚ ਉਹਨਾਂ ਦੇ ਆਪਸ ਵਿੱਚ ਜੋ ਚੱਲਦੀ ਹੈ, ਟੱਕਰ ਚੱਲਦੀ ਹੈ, ਉਹਨਾਂ ਨੂੰ ਅਧਿਆਤਮਿਕ ਵਾਰਾਂ ਕਹਿੰਦੇ, ਜਿਨ੍ਹਾਂ ਵਿੱਚ ਆਤਮਾ ਪਰਮਾਤਮਾ ਦੀ ਗੱਲ ਹੁੰਦੀ ਹੈ। ਤਾਂ ਇਹਦੇ ਨਾਲ ਜੁੜਿਆ ਇੱਕ ਪ੍ਰਸ਼ਨ ਹੈ ਕਿ ਸਭ ਤੋਂ ਪਹਿਲਾਂ ਅਧਿਆਤਮਿਕ ਵਾਰ ਕਿਹਨੇ ਲਿਖੀ ਸੀ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖੀ ਸੀ। ਆ ਯਾਦ ਰੱਖਿਓ, ਸਭ ਤੋਂ ਪਹਿਲਾਂ ਅਧਿਆਤਮਿਕ ਵਾਰ ਕਿਸ ਨੇ ਲਿਖੀ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਕਿਹੜੀ ਲਿਖੀ ਸੀ? ਆਸਾਂ ਦੀ ਵਾਰ। ਇਹ ਆਸਾਂ ਦੀ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਸਭ ਤੋਂ ਪਹਿਲਾਂ ਅਧਿਆਤਮਿਕ ਵਾਰ ਕਿਹਨੇ ਰਚੀ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਕਿਹੜੀ ਸੀ? ਆਸਾਂ ਦੀ ਵਾਰ। ਠੀਕ ਹੈ ਜੀ, ਉਸ ਤੋਂ ਅੱਗੇ ਮੈਂ ਤੁਹਾਨੂੰ ਦੱਸ ਦਿਆਂ, ਇਹ ਆਸਾਂ ਦੀ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਵੈਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 22 ਵਾਰਾਂ ਦਰਜ ਹੈ। ਠੀਕ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਦਰਜ ਹੈ। ਇਹ 22 ਵਾਰਾਂ ਕਿਹੜੀਆਂ ਹੈ? ਅਧਿਆਤਮਿਕ ਵਾਰਾਂ ਹੈ। ਠੀਕ ਹੈ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਦਰਜ ਹੈ। ਉਸ ਤੋਂ ਅੱਗੇ ਆਪਾਂ ਗੱਲ ਕਰੀਏ ਭਾਈ ਗੁਰਦਾਸ ਜੀ, ਜਿਹਨੂੰ ਪੰਜਾਬੀ ਦਾ ਵੇਦ ਵਿਆਸ ਕਹਿੰਦੇ ਹੈ, ਇਹਨਾਂ ਨੇ ਲਿਖੀਆਂ 39 ਵਾਰਾਂ ਅਧਿਆਤਮਿਕ। ਠੀਕ ਹੈ ਜੀ, ਫਿਰ ਇੱਕ ਹੋਰ ਭਾਈ ਗੁਰਦਾਸ ਹੋਇਆ ਦੂਜਾ, ਇਹਨੇ ਲਿਖੀਆਂ ਸੀ 2 ਅਧਿਆਤਮਿਕ ਵਾਰਾਂ। ਇਸ ਤਰ੍ਹਾਂ ਕੁੱਲ ਅਧਿਆਤਮਿਕ ਵਾਰਾਂ ਦੀ ਜੋ ਗਿਣਤੀ ਹੈ ਉਹ 63 ਹੈਗੀ ਹੈ। ਠੀਕ ਹੈ ਜੀ, ਇਹ ਸੰਖਿਆ ਯਾਦ ਰੱਖੋ। ਅਧਿਆਤਮਿਕ ਵਾਰਾਂ ਵਿੱਚ ਸਭ ਤੋਂ ਪਹਿਲਾਂ ਅਧਿਆਤਮਿਕ ਵਾਰ ਕਿਹਨੇ ਰਚੀ ਸੀ? ਸਭ ਤੋਂ ਪਹਿਲਾਂ ਅਧਿਆਤਮਿਕ ਵਾਰ ਰਚੀ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਕਿਹੜੀ ਰਚੀ ਸੀ? ਆਸਾਂ ਦੀ ਵਾਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਅਧਿਆਤਮਿਕ ਵਾਰਾਂ ਹੈ? 22।
ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਰਚੀਆਂ? 39। ਭਾਈ ਗੁਰਦਾਸ ਜੀ ਦੂਜਾ, ਉਸਨੇ ਕਿੰਨੀਆਂ ਵਾਰਾਂ ਰਚੀਆਂ? 2। ਠੀਕ ਹੈ, 2 ਭਾਈ ਗੁਰਦਾਸ ਹੋਇਆ। ਇੱਕ ਪਹਿਲਾ ਜਿਹਨੂੰ ਪੰਜਾਬੀ ਦਾ ਵੇਦ ਵਿਆਸ ਕਹਿੰਦੇ, ਇਹਨੇ 39 ਵਾਰਾਂ ਰਚੀਆਂ ਸੀ। ਇੱਕ ਦੂਜਾ ਭਾਈ ਗੁਰਦਾਸ, ਇਹਨੇ 2 ਵਾਰਾਂ ਰਚੀਆਂ ਸੀ। ਇਸ ਕਰਕੇ ਕੁੱਲ 63 ਅਧਿਆਤਮਿਕ ਵਾਰਾਂ ਹੈ ਪੰਜਾਬੀ ਦੇ ਵਿੱਚ। ਠੀਕ ਹੈ, ਪੰਜਾਬੀ ਸਾਹਿਤ ਦੀ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਸੰਖਿਆ ਪਤਾ ਚੱਲ ਗਈ ਹੈ। ਵੀਰ ਰਸੀ ਜਾਂ ਲੋਕ ਵਾਰਾਂ ਕੁੱਲ ਕਿੰਨੀਆਂ ਹੈ? ਉਹਨਾਂ ਦੀ ਗਿਣਤੀ ਹੈ 9 ਔਰ ਅਧਿਆਤਮਿਕ ਵਾਰਾਂ ਦੀ 63। ਆਦਿ ਕਾਲ ਵਿੱਚ ਵੀਰ ਰਸੀ ਜਾਂ ਲੋਕ ਵਾਰਾਂ 6 ਸੀ, ਮੱਧ ਕਾਲ ਵਿੱਚ 3, ਕੁੱਲ 9 ਹੋ ਗਈਆਂ। ਅਤੇ ਹੇਠਾਂ ਆਪਣੀਆਂ ਅਧਿਆਤਮਿਕ ਵਾਰਾਂ ਜਿਨ੍ਹਾਂ ਵਿੱਚੋਂ 22 ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, 39 ਵਾਰਾਂ ਭਾਈ ਗੁਰਦਾਸ ਨੇ ਲਿਖੀਆਂ ਜਿਹਨੂੰ ਪੰਜਾਬੀ ਦਾ ਵੇਦ ਵਿਆਸ ਕਹਿੰਦੇ ਹੈ, ਤਾਂ 2 ਵਾਰਾਂ ਦੂਜੇ ਭਾਈ ਗੁਰਦਾਸ ਜੀ ਨੇ ਲਿਖੀਆਂ ਸੀ। ਠੀਕ ਹੈ ਜੀ, ਤਾਂ ਇਹ ਸੀ ਵਾਰ ਟੌਪਿਕ ਦੇ ਨਾਲ ਜੁੜੀਆਂ ਹੋਈਆਂ ਮੁੱਖ ਗੱਲਾਂ। ਉਮੀਦ ਕਰਦਾ ਕਿ ਤੁਹਾਨੂੰ ਇਹ ਮੇਰੀ ਕਲਾਸ ਚੰਗੀ ਲੱਗੀ ਹੋਵੇਗੀ। ਅਗਰ ਮੇਰੇ ਬੋਲਣ ਦੇ ਵਿੱਚ ਜਾਂ ਮੇਰੇ ਸਮਝਾਉਣ 'ਚ ਜਾਂ ਮੇਰੇ ਲਿਖਣ 'ਚ ਕੋਈ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਮੈਂ ਤੁਹਾਡੇ ਸਾਰਿਆਂ ਤੋਂ ਮਾफ़ੀ ਮੰਗਦਾ ਹਾਂ। ਅਗਰ ਕਲਾਸ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ। ਠੀਕ ਹੈ ਜੀ, ਔਰ ਅੱਗੇ ਜੋ ਤਿਆਰੀ ਕਰਨ ਵਾਲੇ ਸਟੂਡੈਂਟ ਹੈ ਉਹਨਾਂ ਨੂੰ ਵੀ ਇਹ ਕਲਾਸ ਸ਼ੇਅਰ ਕਰਿਓ। ਅਗਰ ਤੁਹਾਨੂੰ ਕੋਈ ਚੀਜ਼ ਜਾਂ ਕੋਈ ਸ਼ਬਦ ਨਹੀਂ ਸਮਝ ਆ ਰਿਹਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਜੀ। ਅਗਰ ਕਿਸੇ ਨੂੰ ਇਹ ਵਾਰਾਂ ਦੇ ਨੋਟਸ ਚਾਹੀਦੇ ਹੋਣੇ ਬਣੇ ਹੋਏ ਤਾਂ ਉਹ ਵੀ ਤੁਸੀਂ ਦੱਸ ਸਕਦੇ ਹੋ। ਠੀਕ ਹੈ ਜੀ, ਧੰਨਵਾਦ।